जय सिया राम, सत श्री अकाल जी। मैं बॉबी जॉफन बठिंडा हैल्पर ग्रुप तो ਅਸੀਂ ਜਿਵੇਂ ਕਿ ਪਹਿਲਾਂ ਕੁਝ ਦਿਨ ਪਹਿਲਾਂ ਅਨਾਉਂਸ ਕੀਤਾ ਸੀ, ਇੱਕ ਮੀਟਿੰਗ ਕਰ ਰਹੇ ਸੀਗੇ ਜਿਹਦੇ ਵਿੱਚ ਸਾਰੇ ਵਿਰੋਧੀ ਵਿਚਾਰ ਵਾਲੇ ਬੰਦਿਆਂ ਨੂੰ ਸੱਦਿਆ ਸੀ। ਅਸੀਂ ਇਹ ਨਹੀਂ ਵੀ ਇਕੱਲੇ ਇੱਕ ਤਬਕੇ ਦੇ ਬੰਦੇ ਆਪਦੀ ਤਾਰੀਫ ਕਰੀ ਜਾਣ, ਤੇ ਕਾਫੀ ਹੱਦ ਤੱਕ ਸਾਰੇ ਅਸੀਂ ਇੱਥੇ ਤੁਸੀਂ ਜਿਵੇਂ ਦੇਖੋਗੇ ਹੁਣ ਅਸੀਂ ਮੀਟਿੰਗ ਸ਼ੁਰੂ ਕਰ ਰਹੇ, ਉਹ ਅਸੀਂ ਸਾਰੇ ਬੰਦੇ ਵਿਚਾਰ ਆਪਦੇ ਰੱਖਾਂਗੇ। ਇਹ ਮੀਟਿੰਗ ਆਰਗੇਨਾਈਜ਼ ਕੀਤੀ ਹੈ ਬਠਿੰਡਾ ਹੈਲਪਰ ਗਰੁੱਪ ਨੇ, ਜਿਹਦਾ ਮੈਂ ਵੀ ਐਡਮਿਨ ਹੈ, 2 ਐਡਮਿਨ ਹੋਰ ਵੀ ਹੈ, ਔਰ ਸਪॉन्सर ਕੀਤੀ ਹੈ LD ਕਲਾਸਿਸ ਕੈਮਿਸਟਰੀ ਨੇ, ਜਿਹੜੇ 150 ਰੋਡ ਤੇ ਹੈ। ਬॉबी ਸਾਈਕਲ ਸ਼ਾਪ ਯਾਨੀ ਮੇਰਾ ਬਿਜ਼ਨਸ ਹੈ, ਉਹਨਾਂ ਦੋਨਾਂ ਨੇ ਮਿਲ ਕੇ ਸਪॉन्सर ਕੀਤੀ ਹੈ। OMG ਮੀਡੀਆ ਇਸ ਨੂੰ ਕਵਰ ਕਰ ਰਿਹਾ ਹੈ ਤੇ ਅਸੀਂ ਸਾਰੇ ਬੰਦੇ ਇਹ ਬਠਿੰਡਾ ਚਾਹਾਂਗੇ ਵੀ ਆਉਣ ਵਾਲੇ ਟਾਈਮ 'ਚ ਇਹਨੂੰ ਓਪਨ ਮੀਟਿੰਗ 'ਚ ਵੀ ਕਨਵਰਟ ਕਰ ਦਿੱਤਾ ਜਾਊਗਾ। ਤੇ ਅਸੀਂ ਸਾਰੇ ਸੂਝਵਾਨ ਬੰਦੇ ਆ, ਆਪਦੇ ਫੀਲਡ ਦੇ ਐਕਸਪਰਟ ਹੈ। ਇਹਦੇ 'ਚ ਇੱਕ ਚੀਜ਼ ਮੈਂ ਇਹ ਬਹੁਤ ਕਹਿਣਾ ਚਾਹੂੰਗਾ ਅਸ਼ੋਕ ਜੀ ਸਾਰਿਆਂ ਨੂੰ ਹੀ, ਵੀ ਇੱਕ ਫੇਸਬੁੱਕ ਤੇ ਨਾ ਬੇਲੜ ਵਿਚਾਰ ਚੱਲਦੇ ਆ, ਉਹ ਮਤਲਬ ਵਿਚਾਰ ਇੰਨੇ ਪਾਵਰਫੁਲ ਹੋ ਜਾਂਦੇ ਆ ਵੀ ਜਿਵੇਂ ਮੰਨ ਲਓ ਕਿਸੇ ਬੰਦੇ ਨੇ ਕਹਿਤਾ ਵੀ ਯਾਰ ਆਹ ਘਟਨਾ ਗਲਤ ਵਾਪਰੀ ਹੈ, ਉਹ ਕਹਿੰਦਾ ਆ ਕਮੈਂਟਾਂ ਦੀ ਲੈਣ ਲੱਗ ਜਾਂਦੀ ਹੈ, ਤਾਂ ਬੰਦਾ ਐਂ ਸੋਚਣ ਲੱਗ ਜਾਂਦਾ ਕਿਤੇ ਨਾ ਕਿਤੇ ਵੀ ਯਾਰ ਵਾਕਈ ਮੈਂ ਗਲਤ ਬੋਲ ਗਿਆ। ਪਰ ਉਹਨੂੰ ਇਹ ਨਹੀਂ ਪਤਾ ਹੁੰਦਾ ਵੀ ਉਹ ਜਿਹੜੀ ਫੌਜ ਹੈ ਸਾਰੀ, ਜਿਹੜੇ ਕਮੈਂਟ ਦੇ ਰਿਹਾ ਉਹ ਸਾਰੀ ਵੇਲੜਾਂ ਦੀ ਹੈ। ਉਹਨਾਂ 'ਚੋਂ ਤੁਸੀਂ ਕਿਸੇ ਨੂੰ ਫੋਨ, ਕਿਉਂਕਿ ਮੈਂ ਬਹੁਤ ਫੋਨ ਮਾਰ ਕੇ ਆਪਦੀ ਐਨਰਜੀ ਕਿਸੇ ਟਾਈਮ ਇਹਨਾਂ ਗੱਲਾਂ 'ਤੇ ਵੇਸਟ ਕੀਤੀ ਹੈ ਰਾਜਨ ਜੀ, ਵੀ ਮੈਂ ਫੋਨ ਮਾਰ ਲੈਂਦਾ ਸੀ। ਮੈਂ ਕਹਿੰਦਾ ਬੰਦੇ ਨੂੰ ਮੈਂ ਨੀਚੇ, ਅੱਜ ਵੀ ਮੇਰੀ ਪੋਸਟਰ ਦੇਖੋਗੇ ਨੀਚੇ ਮੈਂ ਨੰਬਰ ਲਿਖ ਦਿੰਦਾ ਸੀ, ਹੁਣ ਤਾਂ ਮੈਂ ਬੰਦ ਕਰਤਾ ਵੀ ਕੀ ਪਤਾ ਯਾਰ ਸਾਹਮਣੇ ਸਾਡੇ 'ਤੇ ਰੇਹੜੀ ਵਾਲਾ ਬੰਦਾ ਹੈ ਕਿ ਮਜ਼ਦੂਰ ਹੈ, ਜਦੋਂ ਲੈਵਲ ਹੀ ਹੈ ਨਹੀਂ ਆਪਣਾ। ਮੈਂ ਫਿਰ ਨਾਲ ਲਿਖਣ ਲੱਗ ਗਿਆ ਵੀ ਮੈਂ ਡਿਸਕਸ਼ਨ ਨੂੰ ਤਿਆਰ ਹਾਂ, ਲੇਕਿਨ ਔਕਾਤ ਮੇਰੇ ਵਰਗੀ ਹੋਵੇ। ਔਕਾਤ ਨਾਲ ਮੈਂ ਲੋਕੀ ਫਿਰ ਗਲਤ ਔਕਾਤ ਸ਼ਬਦ ਆ ਵੀ ਔਕਾਤ ਵੱਧ ਵੀ ਹੋ ਸਕਦੀ ਹੈ, ਘੱਟ ਵੀ ਹੋ ਸਕਦੀ ਹੈ। ਜਿਹਦੀ ਲਗਭਗ ਉਮਰ ਮੇਰੇ ਵਰਗੀ ਹੈ ਜਾਂ ਮੇਰੇ ਵਰਗਾ ਲੈਵਲ ਹੈ, ਉਹਦੇ ਨਾਲ ਹੀ ਡਿਸਕਸ਼ਨ ਕਰਕੇ ਆਪਾਂ ਨੂੰ ਫਾਇਦਾ ਹੈ। ਜਿਹੜੇ ਇੱਕ ਆਪਾਂ ਬੱਚੇ ਨਾਲ ਜੀ, ਉਹਨੂੰ ਆਪਾਂ ਕਦੇ ਨਹੀਂ ਸਮਝਾ ਸਕਦੇ। ਤੇ ਇੱਕ ਜਿਹੜਾ ਵਿਹਲੜ ਬੰਦੇ ਹੈ, ਮੰਨ ਲਓ ਫੇਸਬੁੱਕ ਤੇ ਬਹੁਤ ਵਿਹਲੜ ਦੁਨੀਆ ਹੈ ਜਿਨ੍ਹਾਂ ਕੋਲ ਕੋਈ ਕੰਮ ਨਹੀਂਗਾ, ਉਹ ਤਾਂ ਗਾਲਾਂ ਕੱਢ ਕੇ ਇੰਨੀ ਐਨਰਜੀ ਵੇਸਟ ਕਰਦੇ ਵੀ ਤੁਹਾਡੀ ਨੀਂਦ ਉਡਾ ਸਕਦੇ ਆ, ਉਹਨਾਂ ਕੋਲ ਇੰਨਾ ਟਾਈਮ ਹੈ। ਇਸ ਕਰਕੇ ਆਪਾਂ ਉਹਨਾਂ ਨਾਲ ਨਾ ਕਰਦੇ ਹੋਏ ਮੈਂ ਕਿਹਾ ਵੀ ਆਫਲਾਈਨ ਮੀਟਿੰਗ ਕੀਤੀ ਜਾਵੇ, ਆਪਦੇ ਵਿਚਾਰ ਰੱਖੇ ਜਾਣ ਤੇ ਸਾਰੇ ਸੂਝਵਾਨ ਬੰਦੇ, ਸਾਰੇ ਇਹ ਮਤਲਬ ਮੇਨ ਪੁਆਇੰਟ ਹੈ ਵੀ ਸਾਰੇ ਜਿਹੜੇ ਆਪਣੇ ਏਰੀਆ ਦੇ ਬੰਦੇ ਬੈਠੇ ਆ ਨਾ, ਇਹ ਸਾਰੇ ਕਾਮਯਾਬ ਬੰਦੇ ਹੈ, ਮਤਲਬ ਬਹੁਤ ਵਧੀਆ ਵੈਲ ਸੈਟਲਡ ਪਰਿਵਾਰ ਵਾਲੇ ਬੰਦੇ। ਇੱਕ ਅੱਧਾ ਯੰਗ ਮੁੰਡਾ ਹੈਗਾ ਅਭੀ, ਨੇ ਸਾਰੇ ਇੱਥੇ ਸਿੰਸੀਅਰ ਏਜ ਦੇ ਬੰਦੇ ਹੈਗੇ ਆ। ਤੇ ਆਪਾਂ ਵਿਚਾਰ ਸ਼ੁਰੂ ਕਰਦੇ ਹਾਂ ਜੀ। ਜਿਹੜੀ ਘਟਨਾਵਾਂ ਚੱਲ ਰਹੀਆਂ, ਮਤਲਬ ਪੰਜਾਬ ਸਰਕਾਰ ਜਿਹੜੀ ਹੈਂਡਲ ਕਰ ਰਹੀ ਹੈ ਹਿੰਦੂ ਸਿੱਖ ਦੇ ਮਸਲੇ ਨੂੰ ਤੇ ਖਾਲਿਸਤਾਨ ਦੇ ਮਸਲੇ ਨੂੰ, ਜਾਂ ਹੋਰ ਇਸ਼ੂ ਵੀ ਨਾਲ ਹੈਗੇ ਆ, ਵੀ ਤੁਸੀਂ ਆਪਦੀ ਪੋਲੀਟੀਕਲ ਐਫੀਲੀਏਸ਼ਨ ਤੋਂ ਥੋੜਾ ਜਿਹਾ ਤੁਹਾਨੂੰ ਰਿਕੁਐਸਟ ਹੈ ਵੀ ਉੱਪਰ ਉੱਠ ਕੇ ਜਵਾਬ ਦਿਓ, ਇੱਕ ਸਿਟੀਜ਼ਨ ਬਣ ਕੇ। ਦੇਖੋ ਤੁਹਾਡੀ ਪੋਲੀਟੀਕਲ ਐਫੀਲੀਏਸ਼ਨਸ ਵੀ ਹੋਣਗੀਆਂ, ਉਹਨਾਂ ਤੋਂ ਬਾਹਰ ਉੱਠ ਕੇ ਵੀ ਤੁਸੀਂ ਐਂ ਦੱਸੋ ਵੀ ਸਹੀ ਕੰਮ ਕਰ ਰਹੀ ਹੈ, ਏਕਤਾ ਬੰਨੀ ਵਧਾਵਾ ਦੇ ਰਹੀ ਹੈ, ਜਾਂ ਜਿਹੜੇ ਬੀਜ ਪਏ ਹੋਏ ਆ ਉਹ ਗਲਤ, ਉਹਨੂੰ ਹੋਰ ਪਾਣੀ ਲਾਈ ਜਾਂਦੀ ਹੈ। ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਰਾਮ। ਤੁਸੀਂ ਜਿਹੜਾ ਸਵਾਲ ਕੀਤਾ ਹੈ, ਪੰਜਾਬ ਦਾ ਮਾਹੌਲ ਖਰਾਬ ਕਰਨ ਵਾਸਤੇ ਕੁਝ ਕੁ ਲੋਕ ਹੁੰਦੇ ਆ ਜੋ ਧਾਰਮਿਕ ਦੰਗਿਆਂ ਨੂੰ ਪ੍ਰੈਫਰ ਕਰਦੇ ਆ ਤਾਂ ਕਿ ਮਾਹੌਲ ਖਰਾਬ ਹੋਵੇ, ਲੋਕਾਂ ਦਾ ਭਾਈਚਾਰਾ ਖਤਮ ਹੋਵੇ, ਜਿਹੜੇ ਧਾਰਮਿਕ ਸਥਾਨ ਹੈ ਉਹਨਾਂ ਨੂੰ ਵਿਚਾਲੇ ਲਿਆਉਂਦੇ ਆ। ਜਦੋਂ ਸਰਕਾਰਾਂ ਦਾ ਮਸਲਾ ਹੁੰਦਾ ਹੈ, ਬੈਠ ਕੇ ਨਿੰਦਣਾ ਜਾਂ ਕਹਿਣਾ ਬਹੁਤ ਸੌਖਾ ਹੁੰਦਾ ਹੈ। ਠੀਕ ਹੈ, ਕੋਈ ਵੀ ਬੰਦਾ, ਆਮ ਸਮਾਜਿਕ ਜਨ, ਚਾਹੇ ਕੋਈ ਵੀ ਸਰਕਾਰ ਹੈ, ਉਹ ਕਦੇ ਨਹੀਂ ਚਾਹੂਗੀ ਵੀ ਉਸ ਦੇ ਰਾਜ 'ਚ, ਉਹਦੇ ਸਮਾਜ 'ਚ, ਉਹਦੀ ਦੇਖ ਰੇਖ 'ਚ ਕਦੇ ਵੀ ਕੋਈ ਧਾਰਮਿਕ ਦੰਗਾ ਹੋਵੇ ਤੇ ਆਪਸੀ ਲੋਕਾਂ ਦੇ ਵਿੱਚ ਦਵੇਸ਼ ਦੀ ਭਾਵਨਾ ਵਧੇ। ਮੈਂ ਤਾਂ ਸਰ ਸਹਿਮਤ ਹੈ ਨਹੀਂ ਤੁਹਾਡੀ ਗੱਲ ਨਾਲ। ਜੇ ਹੁਣ ਤੁਸੀਂ ਬੈਠੇ ਕਪੂਰ ਸਾਹਿਬ, ਦੇਖੋ ਵੀ ਸਹਿਮਤ ਹੋਣਾ ਜਾਂ ਨਾ ਹੋਣਾ ਇੱਕ ਗੱਲ ਵੱਖਰੀ ਹੈ। ਤੁਸੀਂ ਸਭ ਤੋਂ ਪਹਿਲਾਂ ਗੱਲ ਕੀਤੀ ਕਿ WhatsApp ਤੇ ਕੁਝ ਬੰਦੇ ਲਿਖ ਦਿੰਦੇ ਆ ਜਾਂ ਕਰ ਦਿੰਦੇ ਆ। ਪ੍ਰੋਬਲਮ ਕਿੱਥੇ ਆ ਗਈ? ਜਿਹੜੇ ਲੋਕ ਸਮਾਜ ਦੇ ਸੂਝਵਾਨ ਹੈ, ਜਿਹੜੇ ਲੋਕ ਪੜ੍ਹੇ ਲਿਖੇ ਹੈ, ਜਿਹੜੇ ਲੋਕ ਸਮਾਜ ਨੂੰ ਕੁਝ ਦੇ ਸਕਦੇ ਆ, ਉਹ ਜਦੋਂ ਕੋਈ ਗਲਤ ਪੋਸਟ ਜਾਂ ਕੋਈ ਗਲਤ ਕੋਈ ਵੀ ਚੀਜ਼, ਜ਼ਰੂਰੀ ਨਹੀਂ ਕਿ WhatsApp ਤੇ ਕੋਈ ਵੀ ਚੀਜ਼ ਗਲਤ ਹੋ ਰਹੀ ਹੈ, ਉਹਦੇ ਵਿੱਚ ਆਪ ਦਾ ਦਖਲ ਨਹੀਂ ਦਿੰਦੇ, ਕਿਸੇ ਵੀ ਰੂਪ 'ਚ ਨਹੀਂ ਦਿੰਦੇ ਤੇ ਪਾਸਿਓਂ ਹੋ ਕੇ ਕਰ। ਬਿਲਕੁਲ ਸਹੀ। ਜਿਹਦੇ ਕਰਕੇ ਜਿਹੜੇ 10 20 50 100 ਲੋਕ ਸ਼ਹਿਰ ਦੇ ਵਿੱਚ ਜਾਂ ਸਮਾਜ ਦੇ ਵਿੱਚ ਹੈਗੇ, ਉਹਨਾਂ ਦਾ ਕੰਮ ਸਾਰਾ ਦਿਨ ਨਿੰਦਿਆ ਚੁਗਲੀ, ਭੰਡਣਾ, ਗਲਤ ਚੀਜ਼ਾਂ ਦੇ ਪ੍ਰਚਾਰ ਨੂੰ ਆਪਦੀ ਮਤਲਬ ਲਿਖ ਕੇ, ਕਿਉਂਕਿ ਕਿਸੇ ਨੂੰ ਨਿੰਦਣਾ ਬਹੁਤ ਸੌਖਾ ਹੈ। 4 ਲਾਈਨਾਂ ਪੰਜਾਬੀ ਇੰਗਲਿਸ਼ 'ਚ ਲਿਖਣੀਆਂ ਬਹੁਤ ਸੌਖੀਆਂ, ਪਰ ਉਹਨੂੰ ਕੋਈ ਪੁੱਛਣ ਵਾਲਾ ਨਹੀਂ, ਉਹਦੀ ਕੋਈ ਜਵਾਬਦੇਹੀ ਨਹੀਂ ਵੀ ਤੂੰ ਇਹ ਲਿਖ ਲਿਆ ਜਾਂ ਕਰ ਲਿਆ। ਜਾਂ ਜਿਹੜੇ 4 ਬੰਦੇ ਬੈਠਦੇ ਆ ਉਸ ਪੋਸਟ ਨੂੰ ਪੜ੍ਹਦੇ ਆ ਜਾਂ ਉਹਦੀ ਕਈ ਗੱਲ ਨੂੰ ਸੁਣਦੇ ਆ, ਉਹਨੂੰ ਨਿੰਦਦੇ ਹੀ ਨਹੀਂ। ਹਾਂ ਸਹੀ ਬੰਦਾ, ਸਹੀ ਹੈ ਵੀ ਗਲਤ ਸਹਿਣਾ ਵੀ ਉਹੀ ਗੱਲ ਚੰਗਾ ਬੰਦਾ। ਲੋਕਾਂ ਤਾਂ ਲੋਕਾਂ 'ਚ ਠੱਲ ਪਏ। ਜਿਸ ਤਰ੍ਹਾਂ ਗਰਗ ਸਾਹਿਬ ਨੇ ਦੱਸਿਆ, ਮੇਰੇ ਕੋਲ ਕਾਫੀ ਕੁਝ ਕਵਰ ਕਰਦਾ
ਬਟ ਬੋਬੀ ਜੀ ਜਿਹੜਾ ਤੁਸੀਂ ਸਵਾਲ ਪੁੱਛ ਰਹੇ ਸੀ ਨਾ, ਜਿਹੜੀ ਗੱਲ ਤੁਸੀਂ ਰੱਖੀ ਹੈ ਸਵਾਲ ਦੀ, ਹੋ ਸਕਦਾ ਮੈਂ ਉਸ ਗੱਲ ਨੂੰ ਥੋੜਾ ਜਿਹਾ ਆਪਣੇ ਵੇ ਨਾਲ ਤੁਹਾਡੇ ਹਾਂਜੀ ਨਾਲ ਜਾਂ ਹਾਂਜੀ ਆਪਣੇ ਜ਼ਰੂਰ ਜ਼ਰੂਰ। ਸਾਡੇ ਸਮਾਜ ਦੇ ਵਿੱਚ ਨਾ ਇੱਕ ਉਹ ਕਹਿੰਦੇ ਨੇ ਕਿ ਡਿਵਾਈਡ ਐਂਡ ਰੂਲ ਦਾ ਜਿਹੜਾ ਸਿਸਟਮ ਹੈ ਨਾ, ਹਾਂ। ਉਹ ਦੁਬਾਰਾ ਸ਼ੁਰੂ ਹੋ ਰਿਹਾ ਹੈ। ਔਰ ਉਹਦੇ 'ਚ ਇਹ ਚੀਜ਼ ਹੈ ਵੀ ਗਾਲ ਕੱਢਣ ਵਾਲਾ ਤਾਂ ਇੱਕ ਬੰਦਾ ਹੀ ਹੈ, ਪਰ ਸਾਡੇ 'ਚ ਵੀ ਕਮੀ ਹੈ। ਜੇ ਮੰਨ ਲਓ ਬੋਬੀ ਜੀ ਨੂੰ ਕਿਸੇ ਨੇ ਗਾਲ ਕੱਢੀ ਆ ਤਾਂ ਮੈਂ ਕਿਉਂ ਨਹੀਂ ਉੱਠ ਕੇ ਉਹਦਾ ਪਹਿਲੇ ਬੋਬੀ ਜੀ ਦੇ ਬੋਲਣ ਤੋਂ ਪਹਿਲੇ ਕਿਉਂ ਨਹੀਂ ਜਵਾਬ ਦੇ ਦਿੰਦਾ? ਸਹੀ ਬੰਦੇ ਅਸੀਂ ਜਿਹੜੇ ਕਹਿੰਦੇ ਨਾ ਉਹ ਚੁੱਪ ਕਰਕੇ ਬਹਿ ਜਾਂਦੇ ਆ। ਜਿਵੇਂ ਆਪਾਂ ਆਮ ਗੱਲ ਕਰਦੇ ਨੇ ਵੀ ਸ਼ਹਿਰ 'ਚ ਜੇ ਕੋਈ ਚੰਗਾ ਬੰਦਾ ਖੜਾ ਹੀ ਨਹੀਂ ਹੋਊਗਾ ਤਾਂ ਮਾੜਾ ਬੰਦਾ ਜਦੋਂ ਖੜਾ ਹੋ ਗਿਆ ਤੇ ਚੰਗੇ ਬੰਦੇ ਨੂੰ ਜੇ ਗੱਗ ਸਾਹਿਬ ਬੈਠੇ ਜਿਵੇਂ ਕੋਈ ਚੰਗੇ ਬੰਦੇ ਹਾਂ ਦੱਬ ਲੈਂਦੇ ਆ, ਚੰਗੇ ਨੂੰ ਦੱਬ ਲੈਂਦੇ। ਮਾੜੇ ਬੰਦੇ ਨੂੰ ਦਿਓਗੇ ਤਾਂ ਆਪੇ ਅਗਲਾ ਮਾੜਾ ਫਿਰ ਸੰਭਾਲ ਲਿਓ, ਸਹੀ ਹੈ। ਫਿਰ ਬਾਅਦ 'ਚ ਤੁਸੀਂ ਕਰ ਲਿਓ। ਫਿਰ ਆਪਾਂ ਸੋਚਣ ਲੱਗ ਜਾਂਦੇ ਆ ਯਾਰ ਆ ਕੀ ਕਰਤਾ ਯਾਰ। ਇਹ ਚੀਜ਼ ਦੇ ਵਾਸਤੇ ਸਾਡੀ ਤਾਂ ਇੱਕੋ ਹੀ ਚੀਜ਼ ਹੈ ਵੀ ਚਾਹੇ ਧਰਮ ਦੀ ਗੱਲ ਹੋਵੇ, ਚਾਹੇ ਵਪਾਰ ਦੀ ਗੱਲ ਹੋਵੇ, ਚਾਹੇ ਰਾਜਨੀਤਿਕ ਗੱਲ ਹੋਵੇ, ਕੋਈ ਵੀ ਗੱਲ ਹੋਵੇ, ਸਾਡੀ ਸੋਚ ਇਹ ਕਹਿੰਦੀ ਹੈ ਕਿ ਮੈਂ ਵਪਾਰ ਮੰਡਲ 'ਚ ਵੀ ਵਪਾਰੀਆਂ ਦੇ ਵਾਸਤੇ ਵੀ ਕਈ ਵਾਰੀ ਲੋਕਾਂ ਨੂੰ ਕਹਿੰਦਾ ਹੁੰਦਾ ਵੀ ਅਸੀਂ ਆਮ ਤੌਰ ਤੇ ਗੱਲ ਕਰਦੇ ਯਾਰ ਵਪਾਰੀ ਇਕੱਠੇ ਨਹੀਂ ਹੁੰਦੇ। ਮੇਰੇ ਫਾਦਰ ਸਾਹਿਬ ਸਾਰੇ ਕਹਿੰਦੇ ਯਾਰ, ਜਿਹੜੇ ਦੋਸਤ ਮੈਨੂੰ ਜਾਣਦੇ ਹੋਣਗੇ, 35 ਸਾਲ ਤੋਂ 40 ਸਾਲ ਤੋਂ ਵਪਾਰ ਮੰਡਲ ਦੇ ਨਾਲ ਜੁੜੇ, 8-10 ਸਾਲ ਤੋਂ ਮੈਂ ਵੀ ਪ੍ਰਧਾਨਗੀ ਕਰ ਰਿਹਾ। ਔਰ ਮੇਰਾ ਇੱਕੋ ਹੀ ਕੁਐਸਚਨ, ਮੇਰਾ ਇੱਕੋ ਹੀ ਜਵਾਬ ਰਹਿੰਦਾ ਹਮੇਸ਼ਾ ਹਰ ਬੰਦੇ ਨੂੰ, ਯਾਰ ਤੁਸੀਂ ਇਹ ਸੋਚਣਾ ਵੀ ਮੇਰੇ ਨਾਲ ਦੀ ਦੁਕਾਨ ਨੂੰ ਅੱਗ ਲੱਗੀ ਹੈ, ਚਾਹੇ ਕੁਛ ਤੁਹਾਡੇ ਕਿਲੋਮੀਟਰ ਦੂਰ ਬੈਠਾ ਹੋਵੇ, ਤੁਸੀਂ ਉੱਥੇ ਜਾਣਾ, ਕੋਈ ਆਵੇ ਨਾ ਆਵੇ, ਯਾਰ ਤੁਸੀਂ ਦੇਖੋ ਕਿਵੇਂ। ਤੁਸੀਂ 2 ਵਾਰੀ 4 ਵਾਰੀ ਦੁਕਾਨ ਤੇ ਜਾ ਕੇ ਦੇਖੋ, ਤੁਸੀਂ ਕਿਸੇ ਦੇ ਦੁੱਖ ਸੁੱਖ ਨੂੰ ਸਾਂਝਾ ਕਰਕੇ ਦੇਖੋ, ਤੁਹਾਡੇ ਘਰਾਂ 'ਚ ਹਜ਼ਾਰਾਂ ਦੀਆਂ ਲਾਈਨਾਂ ਲੱਗ ਜਾਇਆ ਕਰਨਗੀਆਂ ਜਦੋਂ ਤੁਹਾਡੇ ਤੇ। ਸਹੀ ਹੈ। ਅਸੀਂ ਲੋਕ ਇਨੀਸ਼ੀਏਟਿਵ ਨਹੀਂ ਲੈਂਦੇ, ਅਸੀਂ ਲੋਕ ਡਰ ਜਾਂਦੇ ਹਾਂ, ਅਸੀਂ ਸਗੋਂ ਉਸ ਚੀਜ਼ ਨੂੰ ਹੱਸਣ ਲੱਗ ਜਾਂਦੇ ਹਾਂ, ਉਹ ਵੀ ਜ਼ਿਆਦਾ ਹੀ ਕੁਝ ਕਰਨ ਲੱਗ ਗਿਆ ਨਾ, ਕਿਹੜਾ ਬ੍ਰਦਰਹੁੱਡ ਕਲੱਬ ਜਾਂ ਜੋ ਵੀ ਸਹੀ ਹੈ, ਸਹੀ ਹੈ। ਤੇ ਦੇਖਿਆ ਉਹਨਾਂ ਮਿੰਟ ਚੁੱਪ ਕਰਾਤਾ, ਪਰ ਆਪਾਂ ਇਹ ਨਹੀਂ ਦੇਖਿਆ ਵੀ ਉਹ ਬੰਦਾ ਰੇੜੀ ਵਾਲਾ ਸੀ ਜਾਂ ਮੈਂ ਕਹਿੰਦਾ ਰੇੜੀ ਵਾਲਾ ਛੱਡੋ, ਚੰਗੀ ਫੈਕਟਰੀ ਵਾਲਾ ਵੀ ਮਾੜੀ ਸੋਚ ਦਾ ਮਾਲਕ ਹੋ ਸਕਦਾ ਹੀ ਹੈ। ਬਹੁਤ ਸਾਰੇ ਲੋਕ ਹੈ, ਜੇ ਅੱਜ ਸਾਡੇ ਹਿੰਦੂ ਧਰਮ ਜਾਂ ਸਾਡੇ ਬਿਜ਼ਨਸ ਦੇ ਵਿੱਚ ਜਾਂ ਕਿਸੇ ਵੀ ਧਰਮ ਦੇ ਵਿੱਚ ਗੱਲ ਕਰੀਏ ਤਾਂ ਸਾਡੇ ਲੋਕਾਂ ਦੀ ਅੱਜ ਬਹੁਤ ਜ਼ਿਆਦਾ ਜ਼ਰੂਰਤ ਹੈ ਕਿ ਅਸੀਂ ਜਲਦ ਤੋਂ ਜਲਦ ਜਦੋਂ ਵੀ ਕੋਈ ਮਾੜਾ ਬੰਦਾ ਕੋਈ ਮਾੜਾ ਵਿਚਾਰ ਰੱਖ ਰਿਹਾ ਤਾਂ ਅਸੀਂ ਸਹੀ ਦਾ ਸਾਥ ਦਈਏ, ਸਹੀ ਦੇ ਨਾਲ ਖੜੀਏ। ਕੁਝ ਨਹੀਂ ਹੋਣ ਲੱਗਿਆ। ਜੇ ਇੱਕ ਬੰਦੇ ਨੇ ਡੇਰ ਕੀਤੀ ਤੁਸੀਂ ਬੋਲੋ, ਦੂਸਰਾ ਬੋਲੇ, ਤੇ ਦੇਖੋ ਤੁਸੀਂ 4 ਬੰਦੇ ਕਿਵੇਂ ਤੁਹਾਡੇ ਨਾਲ ਖੜਦੇ ਆ। ਹਮੇਸ਼ਾ ਜੇ ਤੁਹਾਨੂੰ ਯਕੀਨ ਹੈ ਵੀ ਸੱਚਾਈ ਦੀ ਜਿੱਤ ਹੁੰਦੀ ਹੈ ਤਾਂ ਤੁਸੀਂ ਉਸ ਗੱਲ ਤੇ ਖੜੋ। ਜੇ ਤੁਹਾਨੂੰ ਲੱਗਦਾ ਹੈ ਕਿ ਕਿਤਾਬਾਂ 'ਚ ਲਿਖਿਆ ਸੱਚਾਈ ਦੀ ਜਿੱਤ ਹੁੰਦੀ ਹੈ, ਪਰ ਉਹ ਮੈਂ ਸਾਥ ਦਾ ਜਿਹੜਾ ਹੈਗਾ ਮੈਂ ਦੂਜੇ ਦਾ ਦੇਵਾਂਗਾ ਜਿੱਥੇ ਜ਼ਿਆਦਾ ਹੱਸਣ ਵਾਲੇ 4 ਬੰਦੇ ਆ। ਰਾਜਨ ਜੀ ਦੀ ਗੱਲ ਤੋਂ ਇੰਪ੍ਰੈਸ ਆ ਵੀ ਉਹਨਾਂ ਨੇ ਪੋਲੀਟੀਕਲ ਉਹ ਤੋਂ ਉੱਠ ਕੇ ਗੱਲ ਕੀਤੀ ਹੈ। ਹਾਲਾਂਕਿ ਚਾਹੀਦੀ ਹੈ। ਯੂਨੀਅਨਿਸਟ ਤੌਰ ਤੇ ਵੀ ਅਸੀਂ ਇਹਨਾਂ ਦਾ ਬਹੁਤ ਵਿਰੋਧ ਕੀਤਾ ਹੈ। ਇਹ ਅੱਛਾ। ਮੈਨੂੰ ਨਹੀਂ ਜਾਣਦੇ, ਮੈਂ ਯੂਨੀਅਨ ਦਾ ਵੀ ਹੈ, ਠੀਕ ਹੈ, ਕਾਂਗਰਸ ਸਰਕਾਰ ਦਾ ਅਸੀਂ ਬਥੇਰਾ ਜਲੂਸ ਕੱਢਿਆ, ਪਰ ਮੈਂ ਇਹਨਾਂ ਦੀ ਇੱਕ ਗੱਲ ਨਾਲ ਸਹਿਮਤ ਨਹੀਂ ਕਿ ਸਰਕਾਰਾਂ ਨਹੀਂ ਚਾਹੁੰਦੀਆਂ ਦੰਗੇ ਹੋਣ, ਸਰਕਾਰਾਂ ਨਹੀਂ ਚਾਹੁੰਦੀਆਂ। ਹਾਂ, ਮੈਂ ਵੀ ਸਹਿਮਤ ਨਹੀਂ ਸੀ। ਜਿਹੜੀ ਆਪਾਂ ਕਹਿੰਦੇ ਕਾਸਟੀ ਸਮਾਜ ਤੇ ਰਹੇ, ਇਹ ਸਰਕਾਰਾਂ ਹੀ ਜ਼ਿੰਮੇਵਾਰ ਹੈ, ਆਮ ਪਬਲਿਕ ਨਹੀਂ ਚਾਹੁੰਦੀ। ਮੈਂ ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਦਾ। ਮੈਂ ਇੱਕ ਸਰਕਾਰੀ ਸਕੂਲ ਦੇ ਵਿੱਚ ਟੀਚਰ ਹਾਂ ਜੀ। ਮੈਂ 100% ਸਹਿਮਤ ਤੇ ਸਾਰੇ ਬੱਚਿਆਂ ਨੂੰ ਫੈਸਿਲਿਟੀ ਹੈ ਜੀ ਡਰੈਸ ਦੀ, ਸਾਰੀਆਂ ਕੁੜੀਆਂ ਨੂੰ ਮਿਲਣੀਆਂ ਤੇ ਐਸਸੀ ਮੁੰਡੇ ਨੂੰ ਮਿਲਣੀਆਂ, ਵੀ ਜਰਨਲ ਮੁੰਡਿਆਂ ਨੂੰ ਕਿਉਂ ਨਹੀਂ ਮਿਲਣੀ? ਠੀਕ ਹੈ, 40 ਜਣਿਆਂ ਚੋਂ 21 ਜਣਿਆਂ ਨੂੰ ਨਹੀਂ ਮਿਲਦੀ, 39 ਨੂੰ ਮਿਲ ਗਈ। ਸਰਕਾਰ ਡਿਸਕ੍ਰਿਮੀਨੇਸ਼ਨ ਖਤਮ ਕਰ ਸਕਦੀ ਹੈ। ਬਜਟ ਦੀ ਸਰਕਾਰ ਨੂੰ ਕੀ ਪ੍ਰੋਬਲਮ ਹੈ? ਬਹੁਤ ਸਾਰੀਆਂ ਐਗਜ਼ਾਮਪਲਸ ਨੇ ਜਿਨ੍ਹਾਂ ਦੇ ਮਤਲਬ ਅਸੀਂ ਸਾਬਤ ਕਰ ਸਕਦੇ ਹਾਂ ਵੀ ਸਰਕਾਰਾਂ ਉਸ ਕੰਮ ਲਈ ਜ਼ਿੰਮੇਵਾਰ ਹੈ। ਇਹ ਬੜੀ ਵੱਡੀ ਐਗਜ਼ਾਮਪਲ। ਬਿਲਕੁਲ ਸਰ, ਮੈਂ ਇਹੀ ਗੱਲ ਕਹਿ ਰਿਹਾ। ਬੋਲਦਾ ਜਵਾਬ ਇਹ 40 ਜੋ ਖੜਾ ਹੋ ਕੇ ਪੁੱਛਦਾ ਵੀ ਮੈਨੂੰ ਡਰੈਸ ਨਹੀਂ ਮਿਲੀ ਜੀ। ਹਾਲਾਂਕਿ ਅਸੀਂ ਕੋਸ਼ਿਸ਼ ਕਰਦੇ ਹਾਂ ਆਪਦੇ ਵੱਲੋਂ ਦਿੰਦੇ ਹਾਂ, ਠੀਕ ਹੈ। ਅਸੀਂ ਪਹਿਲੇ ਦਿਨ ਅਸੀਂ ਕਹਿੰਦੇ ਤੂੰ ਜੱਟਾਂ ਦਾ ਮੁੰਡਾ ਯਾਰ, ਤੂੰ ਬਾਣੀਆਂ ਦਾ ਮੁੰਡਾ, ਤਾਂ ਨਹੀਂ ਅਸੀਂ ਦਿੰਦੇ। ਉਹਨੂੰ ਅਸੀਂ ਕਹਿੰਦੇ ਨਹੀਂ ਤੂੰ ਸਟੂਡੈਂਟ ਹੈ। ਇਹ ਵੀਡੀਓ ਵੀ ਬਣੇ ਸੀ ਛੋਟੇ ਛੋਟੇ ਕਲਾਸ ਦੇ ਵਿੱਚ ਪਹਿਲਾਂ ਪੁੱਛਦੇ ਵੀ ਐਸਸੀ ਜਵਾਬ ਕਿਹੜਾ ਬਈ, ਕਿਉਂਕਿ ਅਸੀਂ ਫੈਸਿਲਿਟੀ ਕਿਹਨੂੰ ਦੇਣੀ ਹੈ? ਐਸਸੀ ਜਵਾਬ ਨੂੰ ਦੇਣੀ ਆ ਅਸੀਂ। ਇਹ ਇੱਕ ਗੱਲ ਆ। ਤੇ ਦੂਸਰੀ ਗੱਲ, ਸਰਕਾਰਾਂ ਦਾ ਵੋਟ ਬੈਂਕ ਕੀ ਹੁੰਦਾ ਜੀ? ਆਮ ਆਦਮੀ ਪਾਰਟੀ ਦੇ ਆ ਜਾਓ, ਅਸੀਂ ਮਨਪ੍ਰੀਤ ਦਾ ਪੂਰਾ ਡਟ ਕੇ ਵਿਰੋਧ ਕੀਤਾ, ਓਪਨਲੀ ਵਿਰੋਧ ਕੀਤਾ। ਇਹਨਾਂ ਨਾਲ ਸਾਡੇ ਵਾਅਦੇ ਕੀਤੇ, ਸਾਡੇ ਨਾਲ ਵਾਅਦਾ ਕੀਤਾ। ਨਹੀਂ ਸਰ, ਉਹ ਤਾਂ ਹੋਰ ਚੀਜ਼ ਹੋ ਗਈ ਨਾ ਜੀ। ਨਹੀਂ ਸਰ, ਦੇਖੋ ਗੱਲਾਂ ਸਾਡੀ ਉਹੀ ਨੇ। ਮੇਰੀ ਗੱਲ, ਅਸੀਂ ਇਹਨਾਂ ਗੱਲਾਂ ਕਾਮਨ ਗੱਲਾਂ ਹੀ ਲੜਦੇ ਹਾਂ। ਮੇਰੀ ਗੱਲ ਸੁਣੋ, ਅਸੀਂ ਜਿਵੇਂ ਗੱਲ ਕਰਿਆ, ਅਸੀਂ ਕਹਿੰਦੇ ਵੀ ਜਨਰਲ ਕੈਟੇਗਰੀ ਦੇਖੋ ਐਸਸੀ ਫੈਡਰੇਸ਼ਨ ਹੈ ਜੀ। ਹਾਂ, ਮੈਂ ਇਹ ਮੰਨਦਾ ਤੁਹਾਡਾ ਜਿਹੜਾ ਮੈਂ ਗੁਰਬਖਸ਼ ਜੀ, ਦੇਖੋ ਮੈਂ ਇਹ ਗੱਲ ਮੰਨਦਾ ਜਿਹੜਾ ਤੁਹਾਡੇ ਗੱਲ ਦਾ ਪਹਿਲਾ ਹਿੱਸਾ ਹੈ ਨਾ ਵੀ ਜਿਹੜੇ ਰਾਜਨ ਜੀ ਨਾਲ ਬਿਲਕੁਲ ਵੀ ਸਹਿਮਤ ਨਹੀਂ ਮੈਂ ਵੀ ਸਰਕਾਰਾਂ ਦੋਸ਼ੀ ਨਹੀਂ ਹੁੰਦੀਆਂ, ਬੰਦੇ ਦੋਸ਼ੀ ਹੁੰਦੇ ਆ। ਮੈਂ ਕਹਿੰਦਾ ਸਰ ਦੋਸ਼ੀ ਹੀ ਸਰਕਾਰਾਂ ਹੁੰਦੀਆਂ। ਜੇ ਇੱਥੇ ਮੈਂ ਤੁਹਾਡਾ ਮਰਡਰ ਕਰ ਦਿੰਦਾ ਤਾਂ ਮੈਂ ਤਾਂ 10% ਦੋਸ਼ੀ ਹਾਂ, 90% ਇਹ ਸਿਸਟਮ ਦੋਸ਼ੀ ਹੈ। ਤੇ ਸਿਸਟਮ ਮਤਲਬ ਸਰਕਾਰ, ਸਿਸਟਮ ਸ਼ਬਦ ਕਹਿ ਲਓ ਚਾਹੇ ਸਰਕਾਰ ਸ਼ਬਦ ਕਹਿ ਲਓ। ਜਿੰਨੇ ਚਿਰ ਸਰਕਾਰ ਸਹੀ ਤਰੀਕੇ ਨਾਲ ਪਨਿਸ਼ਮੈਂਟ ਤੇ ਲਾਲਚ ਦਾ ਸਿਸਟਮ ਨਹੀਂ ਬਣਾਉਗੀ ਵੀ ਰਿਵਾਰਡ ਦਾ ਵਨ ਹੂ ਇਜ਼ ਡੂਇੰਗ ਸਮਥਿੰਗ ਗੁੱਡ ਐਂਡ ਪਨਿਸ਼ ਦੀ ਵਨ ਹੂ ਇਜ਼ ਡੂਇੰਗ ਸਮਥਿੰਗ ਬੈਡ, ਵੀ ਜਿੰਨਾ ਚਿਰ ਕਾਨੂੰਨ ਜਿਹੜੇ ਬਣਦੇ ਆ ਤੇ ਉਹ ਸਹੀ ਤਰੀਕੇ ਨਾਲ ਇੰਪਲੀਮੈਂਟ ਨਹੀਂ ਹੁੰਦੇ, ਉਹ ਦੋਸ਼ੀ ਕੌਣ ਹੈ ਜੀ? ਬੰਦਾ ਕਿਵੇਂ ਦੋਸ਼ੀ ਹੋ ਜਾਊਗਾ?
ਸਰ ਮੈਂ ਗਲਤ ਕੰਮ ਵੀ ਕਰਦਾ, ਬਹੁਤ ਲੋਕ ਕਹਿਣਗੇ ਯਾਰ ਆਪਾਂ ਫੇਸਬੁੱਕ ਤੇ ਆਮ ਹੀ ਸਟੋਰੀਆਂ ਦੇਖਦੇ ਆ ਵੀ ਜਿੰਨਾ ਚਿਰ ਸਰਕਾਰ ਬੰਦੇ ਨੂੰ ਨਹੀਂ ਸਿਸਟਮ ਨੂੰ ਸਹੀ ਕਰਦੀ, ਬੰਦੇ ਦਾ ਦੋਸ਼ ਤਾਂ ਹੈ ਹੀ ਨਹੀਂਗਾ। ਗਲਤ ਸਿਸਟਮ ਦੇ ਵਿੱਚ ਬੰਦਾ ਗਲਤੀ ਕਰੂ। ਜੇ ਸਾਰੇ ਜਾਣੇ ਟਿਕਟ ਤੋਂ ਲਾਈਨ ਤੋੜ ਕੇ ਟਿਕਟ ਖਰੀਦੀ ਜਾਂਦੇ ਆ ਜੀ, ਮੈਂ ਕਿਵੇਂ ਇਕੱਲਾ ਲਾਈਨ ਦੇ ਵਿੱਚ ਲੱਗ ਜਾਊਂਗਾ? ਮੇਰੀ ਟ੍ਰੇਨ ਨਿਕਲ ਜੂਗੀ। ਸਿਸਟਮ ਨੂੰ ਗਲਤ ਬਣਾਉਣ ਵਾਲਾ ਮਤਲਬ ਆਪਾਂ ਬੰਦਿਆਂ ਨੂੰ ਆਮ ਹੀ ਫੇਸਬੁੱਕ 'ਤੇ ਪੋਸਟਾਂ ਪਾਈ ਹੁੰਦੀ ਹੈ ਵੀ ਯਾਰ ਚੋਰੀ, ਆਪਾਂ ਤਾਂ ਚੋਰੀ ਕਿਉਂ ਕਰਦੇ ਇਨਕਮ ਟੈਕਸ ਦੀ। ਮੈਂ ਕਹਿੰਦਾ ਮੈਂ ਚੋਰੀ ਕਰਦਾ ਇਨਕਮ ਟੈਕਸ ਦੀ, ਮੈਂ ਐਨਕਰੋਚਮੈਂਟ ਦੇ ਪੂਰਾ ਖਿਲਾਫ ਹੈ, ਪਰ ਮੇਰੀ ਦੁਕਾਨ ਤੇ ਸਾਈਕਲ ਬਾਹਰ ਲੱਗੇ ਪਏ ਹੁੰਦੇ ਆ। ਸਰ ਲੱਗਣਗੇ ਕਿਉਂਕਿ ਸਾਰਾ ਸ਼ਹਿਰ ਲਾਈ ਫਿਰਦਾ ਜੀ। ਲੇਕਿਨ ਮੈਂ ਜੋ ਆਪਣਾ ਪੁਆਇੰਟ ਇੱਕ ਰੱਖਣਾ ਚਾਹੁੰਦਾ ਕਿ ਜਿਹੜੀਆਂ ਸਾਡੀਆਂ ਪੋਲੀਟੀਕਲ ਸਿਸਟਮ ਪਾਰਟੀਜ਼ ਲੋਕ ਹੈ, ਉਹ ਜਿਹੜੇ ਵੀ ਪਾਰਟੀਆਂ ਨਾਲ ਜੁੜੇ ਹੋਏ ਆ, ਉਸ ਪਾਰਟੀ ਦੇ ਫੇਵਰ 'ਚ ਸੋਚਦੇ ਆ। ਜੇ ਪਾਰਟੀ ਕੋਈ ਗਲਤ ਕੰਮ ਹੋ ਰਿਹਾ ਤਾਂ ਉਹ ਆਪਦੀ ਸੋਚ ਨਾਲ ਨਹੀਂ ਗੱਲ ਕਰਨਗੇ, ਉਹ ਪਾਰਟੀ ਦੇ ਪਿੱਛੇ ਜਾ ਕੇ ਉਸ ਤਰ੍ਹਾਂ ਹੀ ਕਹਿਣਗੇ ਜਿਵੇਂ ਉਹ ਤਾਂ ਮੂਰਖਤਾ ਸਰ। ਇਹ ਬੜਾ ਇੱਕ ਬਹੁਤ ਗਲਤ ਟ੍ਰੈਂਡ ਸਾਡੇ ਇੰਡੀਆ ਦੇ ਵਿੱਚ ਚੱਲ ਰਿਹਾ ਕਿ ਪਾਰਟੀਆਂ ਜੇ ਇੱਕ ਦੂਜੇ ਪਾਰਟੀ ਦਾ ਕੋਈ ਅੱਛਾ ਪੁਆਇੰਟ ਹੈ ਉਸ ਨੂੰ ਐਪਰੀਸ਼ੀਏਟ ਨਹੀਂ ਕਰਨਗੇ। ਸਰ ਮੈਂ ਸਰ ਇੱਕ ਗੁਜ਼ਾਰਿਸ਼ ਕਰਦਾ, ਜਦੋਂ ਕੋਈ ਕੰਮ ਭੀੜ ਗਲਤ ਕਰਦੀ ਹੈ ਨਾ ਜੀ, ਵੀ ਇੱਕ ਸਮੂਹ ਕੋਈ ਕੰਮ ਨੂੰ ਗਲਤ ਕਰ ਰਿਹਾ, ਉੱਥੇ ਕੋਈ ਦੋਸ਼ੀ ਨਹੀਂ ਹੁੰਦਾ ਜੀ, ਉੱਥੇ ਉਸ ਵਿਵਸਥਾ ਦੋਸ਼ੀ ਹੋ ਜਾਂਦੀ ਹੈ। ਜਦੋਂ ਦੇਖੋ ਤੁਸੀਂ ਇੱਕ ਮਿੰਟ ਮਾਫ ਕਰਨਾ, ਤੁਸੀਂ ਉਹਨੇ ਗੱਲ ਕਹੀ ਵੀ ਆਪਾਂ ਆਪ ਐਕਸ਼ਨ ਨਹੀਂ ਲੈਂਦੇ ਜਾਂ ਆਪਾਂ ਆਪ ਸਹੀ ਨਹੀਂ ਕਰਦੇ, ਤੁਸੀਂ ਗੱਲ ਕਹੀ ਜੇ ਕਾਮਨ ਬੰਦਾ ਨਹੀਂ ਉੱਠ ਕੇ ਸਹੀ ਪਾਸੇ ਕਰਦਾ ਤੇ ਕਿਉਂ ਕਰੂਗੇ ਸਰ? ਜਦੋਂ ਆਪਾਂ ਦੇਖਦੇ ਹਾਂ ਵੀ ਰਾਜਾ ਇੰਜੋਏ ਕਰੀ ਜਾਂਦਾ, ਉਹ ਮਜ਼ੇ ਲੁੱਟੀ ਜਾਂਦਾ, ਤੇ ਆਮ ਬੰਦਾ ਕਿਉਂ ਸਹੀ ਹੋਊਗਾ ਸਰ? ਦੱਸੋ ਤੁਸੀਂ। ਆਮ ਬੰਦੇ ਨੂੰ ਵੀ ਦੇਖੋ ਉੱਪਰ ਆਉਣਾ ਪਏਗਾ, ਬਿਲਕੁਲ ਆਉਣਾ ਪਏਗਾ। ਜੇ ਅਸੀਂ ਐਥਿਕਸ ਨਾਲ ਨਹੀਂ ਕਰਾਂਗੇ ਤਾਂ ਸਾਡਾ ਸਿਸਟਮ ਤੁਸੀਂ ਦੇਖੋ ਦਿਨ ਬ ਦਿਨ ਬਦਤਰ ਹੋ ਜਾ ਰਿਹਾ ਹੈ। ਇਹ ਤਾਂ ਤੁਸੀਂ ਐਗਰੀ ਕਰਦੇ ਹੋ ਸਾਰੇ। ਅੱਜ ਤੋਂ ਤੁਸੀਂ 5-10 ਸਾਲ ਪਹਿਲਾਂ 20 ਸਾਲ ਪਹਿਲਾਂ ਦੇਖੋਗੇ ਔਰ ਅੱਜ ਦੀ ਸਟੇਜ ਦੇ ਵਿੱਚ ਦੇਖੋਗੇ, ਸਿਸਟਮ ਬਹੁਤ ਡਾਊਨਗ੍ਰੇਡ ਹੋ ਗਿਆ। ਕਿਉਂ ਕੀ ਹੋ ਗਿਆ? ਐਥਿਕਸ ਹੀ ਲੂਜ਼ ਕਰ ਗਏ ਸਾਰੇ। ਪੋਲੀਟਿਕਸ ਜਿਹੜੀ ਹੈ ਇਸ ਟਾਈਮ ਦੇ ਉੱਤੇ ਸਾਡੀ ਐਗਜ਼ੀਕਿਊਟਿਵ ਨੂੰ ਵੀ ਡਰਾਈਵ ਕਰ ਰਹੀ ਹੈ। ਦੇਖੋ ਇੱਕ ਮਿੰਟ, ਐਗਜ਼ੀਕਿਊਟਿਵ ਨੂੰ ਵੀ ਡਰਾਈਵ ਕਰ ਰਹੀ ਹੈ। ਸਿਸਟਮ ਸਾਰਾ ਪੱਠਾ ਬੈਠ ਰਿਹਾ। ਮੈਂ ਪਰਸਨਲੀ ਫੀਲ ਕਰਦਾ ਕਿ ਜਿਹੜੀਆਂ ਪੋਲੀਟੀਕਲ ਪਾਰਟੀਆਂ ਇਸ ਵਾਸਤੇ ਬਹੁਤ ਜ਼ਿੰਮੇਵਾਰ ਹੈ। ਮੈਂ ਕਿਸੇ ਪਾਰਟੀਕੂਲਰ ਪਾਰਟੀ ਨੂੰ ਨਹੀਂ ਕਹਿੰਦਾ, ਮੇਰੀ ਅਫੀਲੀਏਸ਼ਨ ਨਹੀਂ ਹੈ ਕਿਸੇ ਪਾਰਟੀ ਨਾਲ ਵੀ। ਕਾਂਗਰਸ ਆਪ ਜਾਂ ਬੀਜੇਪੀ ਬਿਲਕੁਲ ਮੇਰੀ ਅਫੀਲੀਏਸ਼ਨ ਨਹੀਂ ਹੈ। ਮੈਂ ਇੱਕ ਜਨਰਲੀ ਸੋਚਦਾ ਕਿ ਇਹ ਲੋਕ ਉੱਪਰ ਆ ਕੇ ਐਗਜ਼ੀਕਿਊਟਿਵ ਜਿਹੜੀ ਇੰਡੀਆ ਦੇਖੋ ਤਿੰਨ ਹੈਗੇ ਸਾਡੇ ਸਿਸਟਮ, ਲੈਜਿਸਲੇਚਰ, ਐਗਜ਼ੀਕਿਊਟਿਵ ਐਂਡ ਆਪਣਾ ਜੁਡੀਸ਼ਰੀ, ਠੀਕ ਹੈ ਨਾ। ਜੁਡੀਸ਼ਰੀ ਨੂੰ ਵੀ ਕੁਛ ਹੱਦ ਤੱਕ ਆਪਾਂ ਕੁਛ ਲੋਕ ਲਾਗੇ ਕਰਨ, ਲੇਕਿਨ ਜਿਹੜੀ ਐਗਜ਼ੀਕਿਊਟਿਵ ਕੇ ਹਰ ਬੰਦੇ ਨੂੰ ਇੱਕ ਆਪਣੇ ਜੋ ਸਹੀ ਗੱਲ ਹੈ ਉਹ ਕਹਿਣੀ ਪਏਗੀ। ਜਿਸ ਅਗਰ ਉਹ ਕਾਂਗਰਸ ਦਾ ਬੰਦਾ ਹੈ, ਕਾਂਗਰਸ ਗਲਤ ਕਰ ਰਹੀ ਹੈ ਤਾਂ ਉਹਦੇ ਮਗਰ ਜਾ ਕੇ ਹੀ ਉਸ ਨੂੰ ਫੋਲੋ ਨਹੀਂ ਕਰਨਾ ਪਏਗਾ ਵੀ ਹਾਂ ਜੀ ਸਾਡੀ ਪਾਰਟੀ ਠੀਕ ਕਰ ਰਹੀ ਹੈ। ਇਹ ਇੱਕ ਬਹੁਤ ਵੱਡੀ ਕਮੀ ਹੈ ਸਿਸਟਮ ਦੇ ਵਿੱਚ। ਮੈਂ ਜੋ ਫੀਲ ਕਰਦਾ ਸਰ, ਮੈਂ ਤੁਹਾਡੀ ਜਿਹੜੀ ਤੁਸੀਂ ਆ ਲਾਸਟ ਲਾਈਨ ਕਹੀ ਨਾ ਵੀ ਉਹਨੂੰ ਕਹਿਣਾ ਪਏਗਾ ਜੀ, ਜੇ ਕੋਈ ਲੀਡਰ ਚੰਗਾ ਕਰਨਾ ਚਾਹੁੰਦਾ ਪਾਰਟੀ ਕਹਿੰਦੇ ਪਾਰਟੀ ਲਾਈਨ ਤੇ ਆ ਕੇ ਗੱਲ ਕਰੇ ਜਾਂ ਪਾਰਟੀ ਦੀ ਗੱਲ ਕਰੇ, ਅਦਰਵਾਈਜ਼ ਉਹਨੂੰ ਬਾਹਰ ਦਾ ਮੂੰਹ ਦਿਖਾਤਾ ਹੈ। ਸਰ ਮੈਨੂੰ ਇੱਕ ਗੱਲ ਦੱਸ ਦਿਓ, ਜੈਸਾ ਰਾਜਾ ਵੈਸੀ ਪ੍ਰਜਾ ਦੀ ਕੀ ਮਤਲਬ ਹੋਇਆ? ਆਟੋਮੈਟਿਕਲੀ ਸਿਸਟਮ ਦੇਖੋ, ਜਦੋਂ ਪੋਲੀਟੀਕਲ ਕੈਰੀਅਰ ਨਾਲ ਲੱਗ ਜਾਂਦਾ, ਜਦੋਂ ਲੋਕ ਇੱਕ ਮੈਜੋਰਟੀ ਦੇ ਵਿੱਚ ਇਸ ਤਰ੍ਹਾਂ ਦੇ ਹੋ ਜਾਣਗੇ ਤਾਂ ਪਾਰਟੀਆਂ ਨੂੰ ਵੀ ਉਸ ਤਰ੍ਹਾਂ ਉਹ ਗੱਲ ਕਰਨੀ ਪਏਗੀ। ਉਹ ਇਸ ਕਰਕੇ ਕਰਦੇ ਆ ਕਿ ਉਹ ਆਦਮੀ ਦੀ ਸੇਹ ਨਹੀਂ ਹੈਗੀ, ਇੱਕ ਬੰਦੇ ਦੀ ਸੇਹ ਨਹੀਂ ਹੈਗੀ। ਸਾਰੇ ਉਹ ਪਾਰਟੀ ਕਹਿੰਦੇ ਆ ਲੋਕ ਸਹੀ। ਸਰ ਇੱਕ ਚੀਜ਼ ਦੱਸੋ, ਤੁਸੀਂ ਸਾਰੀ ਗੱਲ ਨੂੰ ਆਪਦੀ ਇੱਕ ਸ਼ਾਰਟ ਸੈਂਟੈਂਸ ਕੀ ਇੱਕ ਵਾਰੀ ਦੁਬਾਰਾ ਰਿਪੀਟ ਕਰੋ, ਸ਼ਾਰਟ ਸੈਂਟੈਂਸ, ਇੱਕ ਸੈਂਟੈਂਸ ਦੇ ਵਿੱਚ। ਹਾਂ, ਮੈਂ ਤਾਂ ਐਥਿਕਸ ਦੇ ਉੱਤੇ ਆਉਣਾ ਜੀ ਕਿ ਜਿਹੜੀ ਐਥਿਕਸ ਹੈ ਲੂਜ਼ ਹੋਣ ਜਾ ਰਹੀ ਹੈ, ਬਹੁਤ ਫਾਸਟਲੀ ਲੂਜ਼ ਹੋ ਰਹੀ ਹੈ ਪੋਲੀਟੀਕਲ ਸਿਸਟਮ। ਇੱਥੇ ਰੁਕੋ ਸਰ, ਇੱਕ ਮਿੰਟ ਇੱਥੇ ਰੁਕੋ ਸਰ। ਇੱਕ ਕਹਾਵਤ ਹੈ ਜੈਸਾ ਰਾਜਾ ਵੈਸੀ ਪ੍ਰਜਾ, ਉਹਦਾ ਕੀ ਮੀਨਿੰਗ ਹੈ? ਉਹ ਕੀ ਮਤਲਬ ਕੀ ਕਹਿਣਾ ਚਾਹ ਰਿਹਾ ਹੈ ਕਹਿਣ ਵਾਲਾ? ਜੈਸੀ ਕਿਉਂਕਿ ਜਿਹੜੀ ਹੁਣ ਰਾਜਾ ਹੈ ਉਹ ਪ੍ਰਜਾ ਨੂੰ ਗਾਈਡ ਕਰਦਾ ਹੈ, ਕੰਟਰੋਲ। ਉਹ ਐਂਡਫੈਂਟ ਆਪਦੇ ਵਰਗਾ ਬਣਾ ਲੂਗਾ ਜੀ। ਉਹ ਆਪਦੇ ਸੁਣੋ ਸਰ, ਇਹ ਬਹੁਤ ਸਿਆਣੇ। ਮੇਰਾ ਜਿਹੜਾ ਪੁਆਇੰਟ ਹੈ ਉਹ ਹੈ ਕਿ ਪ੍ਰਜਾ ਨੂੰ ਆਪਣੇ ਪੁਆਇੰਟ ਤੇ ਖੜਨਾ ਪਏਗਾ। ਸੁਣੋ, ਜਦੋਂ ਇਲੈਕਸ਼ਨ ਆਉਂਦੇ ਹੈ ਅਸੀਂ ਪਾਰਟੀਆਂ ਨਹੀਂ, ਆਪਣੇ ਕੈਂਡੀਡੇਟ ਨੂੰ ਦੇਖੋ ਔਰ ਉਸ ਨੂੰ ਵੋਟ ਪਾਓ, ਨਾ ਕਿ ਪਾਰਟੀ ਨੂੰ। ਸਰ ਤੁਸੀਂ ਦੇਖੋ, ਮੈਂ ਇਹ ਗੱਲ ਕਹਿਣਾ ਚਾਹੁੰਦਾ, ਤੁਸੀਂ ਕਿੰਨੇ % ਬੰਦੇ ਸਮਝਦੇ VOTING ਵਾਲੇ ਪੁਆਇੰਟ ਤੇ ਪਹਿਲਾਂ ਮੈਂ ਲੈਣਾ, ਕਿੰਨੇ % ਬੰਦੇ ਸਮਝਦੇ ਜਿਹੜੇ ਪੈਸੇ ਲੈ ਕੇ ਆਪਦੇ ਐਥਿਕਸ ਨੂੰ ਦੇਖ ਕੇ ਗਲਤ ਕੈਂਡੀਡੇਟ ਨੂੰ ਵੋਟ ਪਾਉਂਦੇ ਹੋਣਗੇ? ਕਿੰਨੇ ਹੋਣਗੇ? ਬਹੁਤ ਥੋੜੇ ਬੰਦੇ ਆ, 2-4% ਵੀ ਨਹੀਂ ਹੋਣੇ। ਪਾਵਰਟੀ ਲਾਈਨ ਦੇ ਬੰਦੇ ਆ, ਲੇਕਿਨ ਕਾਫੀ ਲੋਕ ਜਿਹੜੇ ਪੈਸੇ ਨਹੀਂ ਲੈਂਦੇ। ਸ਼ਰਮ ਆਉਂਦੀ ਹੈ ਜੇ ਹੁਣ ਅਸੀਂ ਮੈਂ ਤੁਹਾਨੂੰ ਇਹ ਕਹਿਣਾ ਵੀ 95% ਬੰਦੇ ਉਹਨੂੰ ਹੀ ਵੋਟ ਪਾਉਂਦੇ ਜਿਹਨੂੰ ਉਹ ਚਾਹੁੰਦੇ ਹੋਣ, ਭਾਵੇਂ ਪੈਸੇ ਲੈ ਲੈਣ ਬਾਹਰੋਂ ਭਾਵੇਂ ਨਾ ਲੈਣ, ਅੰਦਰ ਜਾ ਕੇ ਚਾਹੇ ਸਪੋਰਟ ਕਿਸੇ ਨੂੰ ਕਰੀ ਜਾਣ, ਵੋਟ ਉਹਨੂੰ ਪਾਉਂਦੇ ਆ ਜਿਹਨੂੰ ਉਹ ਚਾਹੁੰਦੇ ਆ। ਸਹੀ ਹੈ ਨਾ? ਹੁਣ ਤੁਸੀਂ ਇਸ ਵਾਰ ਤੋਂ ਗਾਂ ਆ ਜਾਓ ਜੀ। ਐਥਿਕਸ ਦੇ ਵਿੱਚ ਤੁਸੀਂ ਕਹਿ ਰਹੇ ਵੀ ਐਥਿਕਸ ਇੰਪਰੂਵ ਕਰਨੇ ਚਾਹੀਦੇ ਆ। ਜਦੋਂ ਰਾਜਾ ਗਲਤ ਹੋ ਗਿਆ, ਤੁਸੀਂ ਉਹ ਪ੍ਰਜਾ ਦੇ ਐਥਿਕਸ ਡਾਊਨਗ੍ਰੇਡ ਹੋਣਗੇ ਜੇ ਅਜੇ ਰਾਜਾ ਅਪ ਹੋ ਗਿਆ, ਨੈਤਿਕਤਾ ਵਾਲਾ ਆ ਗਿਆ, ਤੇ ਪ੍ਰਜਾ ਦੇ ਐਥਿਕਸ ਦਿਨ ਬਾਅਦ ਦਿਨ ਅਪ ਹੁੰਦੇ ਹੋਣਗੇ। ਇਸ ਗੱਲ ਨਾਲ ਤੁਸੀਂ ਕਿੰਨਾ ਸਹਿਮਤ ਹੋ? ਰਾਜਾ ਹੀ ਇੱਕ ਪ੍ਰਜਾ ਦਾ ਹਿੱਸਾ ਹੈ। ਰਾਜਾ ਹੀ ਜਿਹੜਾ ਹੈ ਪ੍ਰਜਾ ਚੋਂ ਗਿਆ ਹੈ, ਇਹ ਇੱਕ ਮਿਊਚੁਅਲ ਹੈ। ਰਾਜਾ ਨੂੰ ਵੀ ਦੇਖੋ ਐਥਿਕਸ ਆਉਣਾ ਪਏਗਾ ਔਰ ਪ੍ਰਜਾ ਨੂੰ ਵੀ। ਨਹੀਂ ਸਰ, ਜਿਹੜਾ ਬੰਦਾ ਇੱਕ ਨੀਚੋਂ ਗਿਆ ਨਾ ਉੱਪਰਲੀ ਕੁਰਸੀ ਤੇ ਪਹੁੰਚ ਗਿਆ, ਉਹ
1 ਕਰੋੜ ਜਨਤਾ ਨੂੰ ਪ੍ਰਤੀਨਿਧਿਤਵ ਦੇ ਰਿਹਾ ਹੈ, ਉਹ ਉਹਦੇ ਨਾਲ ਕੋਈ ਬਰਾਬਰ ਨਹੀਂ ਕੰਪੈਰੀਜ਼ਨ ਕਰਦੇ ਵੀ ਜੇ ਉਹਨੇ ਪਬਲਿਕ ਦੇ ਥੁੱਕਤਾ ਤੇ ਇੱਕ ਆਮ ਬੰਦੇ ਨੇ ਥੁੱਕਤਾ, ਔਰ ਇਟ ਇਜ਼ ਨੋ ਮੋਰ ਸੇਮ। ਇਹ ਸੇਮ ਨਹੀਂ ਰਹੀ ਗੱਲ, ਉਹਦੀ ਚੇਅਰ ਇਸ ਕਰਕੇ ਉਹਦੇ ਐਥਿਕਸ ਇੰਨੇ ਕੁ ਜ਼ਿਆਦਾ ਇੰਪੋਰਟੈਂਟ ਹੋ ਜਾਂਦੇ ਆ ਵੀ ਜੇ ਉਹਨੇ ਰਿਸ਼ਵਤ ਲੈ ਲਈ 100 ਰੁਪਏ ਦੀ, ਉਹ ਤਾਂ ਗੱਲ 1000 ਟਾਈਮਸ ਕਿ ਮਿਲੀਅਨ ਟਾਈਮਸ ਤੋਂ ਜ਼ਿਆਦਾ ਵੱਡੀ ਹੋ ਗਈ। ਕਪੂਰ ਸਾਹਿਬ, ਇੱਕ ਆਮ ਬੰਦੇ ਨੇ 100 ਰੁਪਏ ਰਿਸ਼ਵਤ ਲੈ ਲਈ, ਉਹ ਮਾਫ ਕੀਤਾ ਜਾ ਸਕਦਾ ਹੈ, ਇੱਕ ਉਹਨੇ ਲੈ ਲਈ ਤਾਂ ਮਾਫ ਨਹੀਂ। ਤੁਸੀਂ ਜਿਹੜੇ ਇੱਥੇ ਡਿਸਟਿੰਗੁਇਸ਼ ਨਹੀਂ ਕਰ ਪਾ ਰਹੇ, ਜਿਹੜਾ ਮੈਂ ਤੁਹਾਨੂੰ ਪੁਆਇੰਟ ਕਹਿਣਾ ਚਾਹੁੰਦਾ ਜੀ, ਜਿਹੜਾ ਆਮ ਬੰਦੇ ਦੇ ਐਥਿਕਸ ਹੈ ਨਾ ਜੀ, ਉਹ ਉਹਦੇ ਹੈ ਹੀ ਨਹੀਂ ਆਪਦੇ। ਮੈਂ ਐਂਡ ਤੇ ਤੁਹਾਨੂੰ ਵੀ ਜੀ ਪੂਰੀ ਫੋਰਸਫੁਲੀ ਗੱਲ ਕਹਿਣੀ ਹੋਵੇ ਤਾਂ ਇਹ ਗੱਲ ਕਹਿਣਾ ਚਾਹੁੰਦਾ ਵੀ ਆਮ ਬੰਦੇ ਦੇ ਐਥਿਕਸ ਰਾਜੇ ਦੇ ਵਿੱਚੋਂ ਨਿਕਲ ਰਿਹਾ। ਰਾਜਾ ਇੱਕ ਪੇੜ ਹੈ ਜਿਹਦੇ ਵਿੱਚੋਂ ਸਾਰੇ ਦੇ ਐਥਿਕ, ਜੇ ਰਾਜੇ 'ਚ ਉਹਦੇ ਵਿੱਚੋਂ ਗਲਤ ਚੱਲ ਪਿਆ ਸੈਪ ਤਾਂ ਸਾਰਿਆਂ 'ਚ ਪਹੁੰਚ ਜੂਗਾ ਉਹ ਗੰਦਗੀ, ਤੇ ਉਹ 'ਚੋਂ ਸਹੀ ਚੱਲ ਪਈ ਸਾਰਿਆਂ 'ਚ ਸਹੀ ਪਹੁੰਚ ਜਾਏਗੀ। ਦੇਖੋ ਰਾਜਾ ਸਾਡੇ ਸਿਸਟਮ 'ਚ ਜਿਹੜਾ ਰਾਜਾ ਹੈ ਉਹ ਐਬਸੋਲੂਟ ਰਾਜਾ ਨਹੀਂ ਹੈ, ਅਸੀਂ ਚੇਂਜ ਕਰਦੇ ਹਾਂ। ਰਾਜਾ ਸਾਡਾ ਚੇਂਜ ਹੁੰਦਾ ਹੈ, ਸੀਐਮ ਕਹ ਲਓ ਸਰ, ਉਹਦੇ ਕੋਈ ਗੱਲ ਹੈ। ਹਾਂ ਰਾਜਾ ਸਾਡਾ ਚੇਂਜ ਹੁੰਦਾ ਹੈ। ਇਹ ਐਥਿਕਸ ਜਿਹੜੀ ਹੈ, ਅਵੇਅਰਨੈਸ ਜਿਹੜੀ ਹੈ ਲੋਕਾਂ ਨੂੰ ਰੱਖਣੀ ਪਏਗੀ। ਜੇ ਆਮ ਲੋਕ ਅਸੀਂ ਸਰ ਨਹੀਂ ਰੱਖਾਂਗੇ, ਵਿੱਚੋਂ ਮੈਂ ਟੋਕ ਰਿਹਾ ਜੀ, ਆਪਾਂ ਬਾਤ ਗੱਲ ਕਰਦੇ ਐਥਿਕਸ ਕਿਵੇਂ ਡਿਵੈਲਪ ਹੋਣਗੇ ਬੇਸਿਕਲੀ ਤਾਂ ਹਾਂ, ਤੁਸੀਂ ਇਸ point ਤੇ ਆ ਜਾਓ। ਜਿਸ ਤਰ੍ਹਾਂ ਅਸੀਂ ਹੁਣ ਐਥਿਕਸ ਆਣਗੇ ਕਿਵੇਂ ਜੀ? ਐਥਿਕਸ ਇਸ ਤਰ੍ਹਾਂ ਜਿਸ ਤਰ੍ਹਾਂ ਅਸੀਂ ਹੁਣ ਇੱਕ ਗਰੁੱਪ ਦੇ ਵਿੱਚ ਡਿਸਕਸ਼ਨ ਕਰ ਰਹੇ ਹਾਂ, ਇਹ ਲੋਕ ਅਸੀਂ ਖੁਦ ਹੀ ਜੇ ਅਗਰ ਆਪਣੇ ਉਸ ਦੇ ਪ੍ਰਿੰਸੀਪਲਸ ਤੋਂ ਹੋਵੇ ਜਾਂ ਸਪਰੈਡ ਕਰਾਂਗੇ। ਇੱਕ ਗਰੁੱਪ ਹੈ ਬੜਾ ਅੱਛੇ ਤਰੀਕੇ ਨਾਲ ਕਰ ਰਿਹਾ ਹੈਗਾ, ਇਹ ਅਵੇਅਰਨੈਸ ਸਾਨੂੰ ਲਿਆਉਣ ਦੀ ਲੋੜ ਹੈ। ਬੌਬੀ ਜੀ ਜਿਹੜਾ ਕੰਮ ਕਰ ਰਹੇ ਆ ਬੜਾ ਅੱਛਾ ਕੰਮ ਸਰ ਇੱਕ ਮਿੰਟ, ਇੱਕ ਛੋਟਾ ਬੱਚੇ ਨੇ ਜਨਮ ਲਿੱਤਾ ਘਰ ਦੇ ਵਿੱਚ ਤੇ ਉਹ ਸਪੋਇਲ ਹੋ ਗਿਆ, ਮਤਲਬ ਕਿ ਖਰਾਬ ਆਦਤਾਂ ਹੋ ਗਈਆਂ। ਹੁਣ ਕੋਈ ਬੰਦਾ ਗੈਸਟ ਆਂਦਾ, ਉਹ ਸਾਰਾ ਕੁਝ ਦੇਖਦਾ, ਉਹ ਕਹਿੰਦਾ ਇਹਨੂੰ ਸਹੀ ਕਰੋ ਯਾਰ, ਸਹੀ ਕਿਵੇਂ ਕਰਨਾ ਹੈ? ਤੇ ਉਹ ਕਹਿੰਦਾ ਇਹਨੂੰ ਨੈਤਿਕਤਾ, ਮਤਲਬ ਚੱਲ 3-4 ਬੱਚੇ ਹੈ, ਜਿਵੇਂ ਮੰਨ ਲਓ ਇੱਕ ਬੱਚਾ ਲਾਓ, ਜਿਵੇਂ ਸਾਰੀ ਪਾਪੂਲੇਸ਼ਨ 3-4 ਬੱਚੇ ਹੈ, ਤੇ ਉਹਦੇ ਮਾਂ-ਬਾਪ ਸਾਰੇ ਬੈਠ ਕੇ ਕਹਿੰਦੇ ਵੀ ਇਹਨੂੰ ਸਿਸਟਮ ਨੂੰ ਯਾਰ ਸਹੀ ਹੋਣਾ ਪਊਗਾ, ਬੱਚੇ ਨੂੰ, ਸਾਨੂੰ ਵੀ ਸਹੀ ਹੋਣਾ ਪਊਗਾ, ਬੱਚਿਆਂ ਨੂੰ ਵੀ ਸਹੀ ਹੋਣਾ ਪਊਗਾ। ਤੇ ਮੇਰੇ ਵਰਗਾ ਬੰਦਾ ਉੱਥੇ ਸਵਾਲ ਕਰਦਾ ਵੀ ਇਹ ਤਾਂ ਸਾਫ਼ ਸੀ ਬਿਲਕੁਲ, ਇਹ ਖਰਾਬ ਹੋ ਗਿਆ, ਤੇ ਸਹੀ ਕਿਵੇਂ ਇੱਥੋਂ ਇਸ ਮੋੜ ਸਹੀ ਕਿਵੇਂ ਹੋ ਜੂ? ਜਾਂ ਤਾਂ ਬੋਰਡਿੰਗ ਸਕੂਲ ਭੇਜੋ, ਕੁਝ ਬਦਲਾਵ। ਜਿਹੜੀ ਜਨਤਾ ਖਰਾਬ ਹੋਈ ਹੈ, ਨੈਤਿਕਤਾ ਇੰਨੀ ਥੱਲੇ ਆ ਗਈ ਨਾ ਜੀ, ਉਹ ਇਸ ਕਰਕੇ ਆ ਗਈ ਵੀ ਉਹ ਰਾਜਾ ਖਰਾਬ ਹੈ, ਉਹਦੇ ਮਾਂ-ਬਾਪ ਖਰਾਬ ਹੈ। ਜਦੋਂ ਮਾਂ-ਬਾਪ ਜਿੰਨਾ ਚਿਰ ਸਹੀ ਸਿੱਖਿਆ ਦਿੰਦੇ ਨਹੀਂ, ਉਹ ਬੱਚੇ ਕਿਵੇਂ ਇੰਪਰੂਵ ਹੋ ਜਾਣਗੇ ਸਰ? ਸਾਡੇ ਸਿਸਟਮ ਦੇ ਵਿੱਚ ਨਾ ਜੀ ਇਹ ਦੋਨੇ ਚੀਜ਼ਾਂ ਹੁਣ ਖਰਾਬ ਹੋ ਗਈਆਂ। ਪਬਲਿਕ ਵੀ ਖਰਾਬ ਹੋ ਗਈ ਔਰ ਰਾਜਾ ਵੀ ਖਰਾਬ ਹੋ ਗਿਆ। ਠੀਕ ਹੈ, ਠੀਕ ਹੈ ਨਾ? ਇਹ ਕਿਤੋਂ ਨਾ ਕਿਤੋਂ ਸ਼ੁਰੂਆਤ ਸਾਨੂੰ ਕਰਨੀ ਪਏਗੀ। ਸਰ ਸ਼ੁਰੂਆਤ ਉੱਤੋਂ ਹੋਊਗੀ ਕਿ ਨੀਚੇ ਹੋਊਗੀ? ਕਰਨੀ ਪਏਗੀ, ਕਿਉਂਕਿ ਛੋਟੇ-ਛੋਟੇ ਜਿਹੜੇ ਗਰੁੱਪਸ ਹੈ ਸੋਸਾਇਟੀ ਦੇ ਵਿੱਚ, ਅੱਛੇ ਲਾਈਕ ਮਾਈਂਡਡ ਲੋਕਾਂ ਨੂੰ ਅੱਗੇ ਆਉਣਾ ਪਏਗਾ ਉਸੇ ਸੋਚ ਦੇ ਵਿੱਚ। ਸਰ ਜੀ, ਜੇ ਅਗਰ ਅਸੀਂ ਇੱਥੇ ਬੈਠ ਕੇ ਗੱਲ ਕੁਝ ਕਰਾਂਗੇ, ਪਿੱਛੇ ਜਾ ਕੇ ਅਸੀਂ ਕੁਝ ਹੋਰ ਨਹੀਂ ਸਰ, ਇਹ ਬਹੁਤ ਛੋਟਾ ਇੰਪੈਕਟ ਪਏਗਾ। ਇਹ ਛੋਟੇ ਲੈਵਲ ਤੋਂ ਜਦੋਂ ਥੱਲੋਂ ਗੰਦਗੀ ਉੱਤੇ ਸਹੀ ਕਰੋਗੇ, ਉਹ ਬਹੁਤ ਟਾਈਮ ਲੱਗਾ। ਉੱਤੋਂ ਜਿੰਨਾ ਚਿਰ ਨਹੀਂ ਚੱਲਦੀ। ਬੰਟੀ ਜੀ, ਜਿਹੜੇ ਸਾਡੇ ਅੜਕਿਆ ਪੁਆਇੰਟ ਹੈ ਵੀ ਐਥਿਕਸ ਨੀਚੋਂ ਸ਼ੁਰੂ ਹੋਣਗੇ ਕਿ ਉੱਪਰੋਂ ਹੋਣਗੇ, ਉਹ ਕਹਿੰਦੇ ਦੋਨੇ ਪਾਸੇ ਹੋਣਗੇ। ਮੈਂ ਕਹਿੰਦਾ ਨੀਚੇ ਤੋਂ ਧਿਆਨ ਦੇਣ ਦੀ ਲੋੜ ਹੀ ਨਹੀਂ, ਉੱਤੋਂ ਸ਼ੁਰੂ ਕਰੋ। ਜਦੋਂ ਅਸੀਂ ਕੋਈ ਵੀ ਸਿਸਟਮ ਬਦਲਣ ਦੀ ਗੱਲ ਕਰਦੇ ਹਾਂ, ਸਟਾਰਟਿੰਗ ਆਪਣੀ ਫੈਮਿਲੀ, ਆਪਣੇ ਪਰਿਵਾਰ ਤੋਂ ਹੁੰਦੀ ਹੈ। ਬੰਦੇ ਦੇ ਸੰਸਕਾਰ ਹੀ ਦਿਖਦੇ ਆ ਵੀ ਬੰਦਾ ਕਿਸ ਤਰੀਕੇ ਦਾ ਜਾਂ ਬੋਲਣ ਦਾ ਢੰਗ, ਚੱਲਣ ਦਾ ਢੰਗ। ਸਮਾਜ ਬਦਲਣਾ ਕਹਿਣਾ ਆਸਾਨ ਹੈ ਜੀ। ਅੱਜ ਹਰ ਪਾਰਟੀ ਕਹਿੰਦੀ ਹੈ, ਮੈਂ ਤਾਂ ਆਪਣੇ ਤੇ ਲਾ ਰਹਿਣਾ, ਸਾਡੀ ਪਾਰਟੀ ਅੱਜ ਨਵੀਂ ਪਾਰਟੀ ਆਮ ਆਦਮੀ ਪਾਰਟੀ, ਤੇ ਅਸੀਂ ਕਹਿੰਦੇ ਅਸੀਂ ਪੂਰਾ ਹਿੰਦੁਸਤਾਨ ਬਦਲਣਾ। ਇੱਥੇ ਕਿੰਨੀ ਸਟੇਟਾਂ, ਕਿੰਨੀ ਲੈਂਗੁਏਜ ਹੈ। ਤੁਸੀਂ ਪੰਜਾਬ 'ਚ ਬੈਠੇ ਹੋ, ਜਿਹੜਾ ਮਾਹੌਲ, ਜਿਵੇਂ ਸਟੇਟ ਬਦਲਦੀ ਜਾਂਦੀ ਹੈ, ਮਾਹੌਲ ਚੇਂਜ। ਕਹਿਣ ਦਾ ਭਾਵ ਆ ਸੀ ਜੀ, ਜਦੋਂ ਅਸੀਂ ਕਿਸੇ ਚੀਜ਼ ਨੂੰ ਬਦਲਣਾ ਹੈ, ਆਪਣੇ ਘਰ ਤੋਂ ਸ਼ੁਰੂਆਤ ਕਰਨੀ ਪੈਂਦੀ ਹੈ। ਅੱਜ ਮੋਦੀ ਸਾਹਿਬ ਸੈਂਟਰ 'ਚ ਬੈਠੇ ਹੈ, ਉਹ ਵੀ ਮੁਲਕ ਬਦਲਣ ਦੀ ਗੱਲ ਕਰ ਰਹੇ ਹੈ। ਕੇਜਰੀਵਾਲ ਦਿੱਲੀ 'ਚ ਬੈਠਾ ਹੈ, ਉਹਨਾਂ ਨੇ ਮੁਲਕ ਬਦਲਣਾ, ਪਰ ਬਦਲ ਕੋਈ ਨਹੀਂ ਸਕਦਾ। ਮੈਂ ਤੁਹਾਡਾ ਤਾਂ ਮੋਰ ਔਰ ਲੈਸ ਫਿਰ ਸਰ ਬਦਲ ਲਈ, ਜੇ ਪੋਲੀਟੀਕਲ ਬੰਦੇ ਇਹੀ ਗੱਲ ਕਹਿਣਗੇ ਬਦਲ ਨਹੀਂ ਸਕਦਾ, ਫਿਰ ਤਾਂ ਕੋਈ ਗੱਲ ਜਿਹੜੀ ਉਹ ਕਹਿੰਦਾ ਗੱਲ ਬਾਰ-ਬਾਰ ਘੁੰਮ ਕੇ ਇੱਧਰ ਉੱਧਰ ਜਾ ਰਹੀ ਹੈ। ਸਾਡੀ ਸੋਚ ਦੇ ਵਿੱਚ ਪਹਿਲੇ ਤਾਂ ਲਿਆਉਣਾ ਪਏਗਾ। ਜਦੋਂ ਚਾਹੇ ਨਿਚਲਾ ਬੰਦਾ ਹੈ ਤੇ ਚਾਹੇ ਉੱਪਰਲਾ ਬੰਦਾ ਹੈ, ਉੱਪਰਲੇ ਬੰਦੇ ਇੱਕ ਕਾਨੂੰਨ ਰਾਹੀਂ, ਇੱਕ ਸਿਸਟਮ ਰਾਹੀਂ ਜ਼ੋਰ ਪਾਣਗੇ, ਔਰ ਨਿਚਲੇ ਨੂੰ ਇਹ ਸੋਚਣਾ ਪਊਗਾ ਵੀ ਹੁਣ ਉਹ ਗਲਤ ਬਹੁਤ ਹੋ ਗਿਆ ਯਾਰ, ਹੁਣ ਨਹੀਂ ਹੋਣਾ। ਇਹੋ ਜਿਹੇ ਉੱਤੋਂ ਮੈਸੇਜ ਆਣੇ ਸ਼ੁਰੂ ਹੋਣਗੇ ਵੀ ਜਿਹੜਾ ਕੰਮ ਪਹਿਲੇ ਹੋ ਗਿਆ। ਪਹਿਲੇ ਜਦੋਂ ਕਿਸੇ ਟਾਈਮ ਤੇ ਚਾਹੇ ਅਕਾਲੀਆਂ ਦਾ ਰਾਜ ਸੀ, ਕਾਂਗਰਸ ਦਾ ਰਾਜ ਸੀ, ਉਦੋਂ ਇਹ ਕੰਮ ਚੱਲਦੇ ਸੀ ਯਾਰ, ਹੁੰਦੇ ਸੀ ਯਾਰ, ਜਾਂ ਆਮ ਆਦਮੀ ਦਾ ਰਾਜ ਸੀ। ਪਰ ਹੁਣ ਜਿਹੜਾ ਰਾਜ ਸ਼ੁਰੂ ਹੋਇਆ ਤੇ ਨਹੀਂ ਹੋਊਗਾ। ਇੰਨੇ ਸਟ੍ਰਿਕਟ ਰੂਲ ਜਦੋਂ ਸ਼ੁਰੂ ਹੋਣਗੇ, ਖਾਸ ਕਰਕੇ ਸਮਾਜ ਨੂੰ ਸਹੀ। ਸਰ ਇਹ ਥੋੜਾ ਇਹ ਕਲੀਅਰ ਕਰੋ ਇੱਕ ਗੱਲ ਵੀ ਜਿਹੜਾ ਤੁਸੀਂ ਨੀਚੇ ਤਬਕੇ ਦੇ ਆਮ ਪਬਲਿਕ ਹੈ, ਉਹਦੇ ਚ ਕਿਸ ਰੂਪ ਦਾ ਬਦਲਾਅ ਕਹਿ ਰਹੇ ਹੋ? ਮਤਲਬ ਉਹ ਚ ਵੀ ਦੋ ਗੱਲਾਂ ਹੋ ਗਈਆਂ ਵੀ ਇੱਕ ਤਾਂ ਇਕੱਲਾ ਵੋਟ ਰੂਪੀ ਬਦਲਾਅ ਕਰੇ ਹੋ ਵੀ ਸਹੀ ਕੈਂਡੀਡੇਟ ਨੂੰ, ਇੱਕ ਵੀ ਉਹਦੇ ਕਰੈਕਟਰ ਨੂੰ ਵੀ ਬਦਲੇ ਵੀ ਡੇਲੀ ਦੇ ਬਿਹੇਵੀਅਰ ਚ। ਦੇਖੋ ਜੀ, ਜਦੋਂ ਬਦਲਣਾ ਸ਼ੁਰੂ ਕਰਾਂਗੇ ਤਾਂ ਕਰੈਕਟਰ, ਸਾਰਿਆਂ ਨਾਲੋਂ ਪਹਿਲੀ ਚੀਜ਼ ਤਾਂ ਕਰੈਕਟਰ ਹੀ ਆਏਗੀ। ਠੀਕ ਹੈ। ਕਰੈਕਟਰ, ਜਦੋਂ ਤੁਹਾਡਾ ਕਰੈਕਟਰ ਚੇਂਜ ਹੋਊਗਾ, ਜਦੋਂ ਤੁਸੀਂ ਆਪਣੇ ਕਰੈਕਟਰ ਨੂੰ ਸਹੀ ਕਰੋਗੇ, ਉਸ ਦੇ ਬਾਅਦ ਹੀ ਜਾ ਕੇ ਤੁਸੀਂ ਆਪਣੇ ਜਿਹੜੇ ਹੈ, ਚਾਹੇ ਉਹ ਕਿਸੇ ਵੀ ਤਰ੍ਹਾਂ। ਸਮਝ ਗਿਆ। ਤੁਸੀਂ ਵੀ ਮੋਰ ਔਰ ਲੈਸ ਗੁਪਤਾ ਜੀ ਦੇ ਨਾਲ ਇਹ ਬਿਆਨ ਹੈ। ਠੀਕ ਹੈ ਸਰ।
ਸਾਹਿਬ ਨੇ ਵਿਚਾਰ ਰੱਖੇ, ਮੈਂ ਬਿਲਕੁਲ ਸਹਿਮਤ ਹਾਂ। ਲੇਕਿਨ ਮੈਂ ਗੁਪਤਾ ਜੀ ਦੀ ਗੱਲ ਨਾਲ ਬੜਾ ਮੈਂ ਸਹਿਮਤ ਹਾਂ, ਇਸ ਕਰਕੇ ਹਾਂ ਵੀ ਹਮ ਬਦਲेंगे युग बदलेगा, बड़ी मोटी जी गल है। मैं अपने आप ਨੂੰ ਕਿੰਨਾ ਬਦਲ ਸਕਦਾ, ਮੈਂ ਐਕਸਪੈਕਟ ਕਰਦਾ ਵੀ ਕਪੂਰ ਸਾਹਿਬ ਚੇਂਜ ਹੋ ਜਾਣ। ਯਾਰ ਕਪੂਰ ਸਾਹਿਬ ਬੰਦੇ ਠੀਕ ਨਹੀਂ, ਇਹ ਤਾਂ ਹਰੇਕ ਹੀ ਹਾਂ ਕਰ ਲੋਕਾਂ ਦੇ ਪ੍ਰਤੀ ਕਹਿ ਜਾਏ, ਮੈਂ ਆਪਣੇ ਆਪ ਨੂੰ ਚੇਂਜ ਕਰਨ ਦਾ ਮਾਦਾ ਨਹੀਂ ਰੱਖਦਾ, ਤਾਂ ਇੱਥੋਂ ਪੋਸੀਬਲ ਨਹੀਂ ਹੈ। ਦੇਖੋ ਅਲਟੀਮੇਟਲੀ ਜਿਵੇਂ ਕਪੂਰ ਸਾਹਿਬ ਨੇ ਦੱਸਿਆ ਵੀ ਰਾਜਾ ਕਿੱਥੋਂ ਗਿਆ, ਰਾਜਾ ਇੱਥੋਂ ਹੀ ਉੱਠ ਕੇ ਗਿਆ, ਠੀਕ ਹੈ। ਔਰ ਅਲਟੀਮੇਟਲੀ ਉਹੀ ਸਾਡਾ ਸਮਾਜ ਹੈ। ਸਮਾਜ ਦੇ ਵਿੱਚ ਆਪਾਂ ਫੋਰਨ ਦੇ ਵਿੱਚ ਜਾਂਦੇ ਆ, ਆਪਾਂ ਤਕਰੀਬਨ ਇੱਕ ਕਹਾਵਤ ਹੈ ਵੀ ਜਦੋਂ ਚੰਡੀਗੜ੍ਹ ਜਾਂਦੇ ਆਪਾਂ ਕਹਿੰਦੇ ਆ ਵੀ ਉਹ ਜੀਰਕਪੁਰ ਤੋਂ ਅੱਗੇ ਬਦਲ ਜਾਂਦੇ ਆ। ਕੀ ਗੱਲ, ਆਪਾਂ ਉੱਥੇ ਹੀ ਉਹੀ ਇੰਡੀਆ ਦਾ ਪਾਰਟ ਹੈ ਇੱਕ, ਉਹ ਪੰਜਾਬ ਦੇ ਨਾਲ ਲੱਗਦਾ ਇੱਕ ਏਰੀਆ ਹੈ। ਕੀ ਗੱਲ ਹੈ ਵੀ ਇੱਥੇ ਤਾਂ ਆਪਾਂ ਕਦੇ ਗੌਰ ਨਹੀਂ ਕੀਤੀ ਬੈਲਟ ਦੇ। ਫਿਰ ਉਲਟ ਹੋ ਗਿਆ ਜੀ, ਤਾਂ ਤੁਸੀਂ ਮੇਰੀ ਵਾਲੀ ਗੱਲ ਐਗਜ਼ਾਮਪਲ ਦਿੱਤੀ, ਉੱਥੇ ਐਨਫੋਰਸਮੈਂਟ ਜ਼ਿਆਦਾ ਕਾਨੂੰਨ ਦੀ ਤੇ ਬੰਦਾ ਬਦਲ ਗਿਆ ਨਾ। ਦੇਖੋ ਬੰਦੇ ਨੂੰ ਸਰਕਾਰ ਨੇ ਬਦਲਵਾਤਾ। ਮੈਂ ਉਹੀ ਕਹਿ ਰਿਹਾ ਨਾ ਜੀ ਵੀ ਅਲਟੀਮੇਟਲੀ ਆਪਾਂ ਨੂੰ ਸਮਾਜ ਹੈ ਨਾ, ਉਹ ਵੀ ਸਮਾਜ ਦਾ ਹਿੱਸਾ ਨਹੀਂ ਸਰ, ਉੱਥੇ ਦੇਖੋ ਕਾਨੂੰਨ ਇੰਪਲੀਮੈਂਟ ਹੈ। ਮੈਂ ਇਸ ਗੱਲ ਵੀ ਬੰਦੇ ਤੱਕ ਸਿਰਫ ਇੰਨੀ ਵੋਟ ਬਦਲਾਅ ਜ਼ਰੂਰੀ ਹੈ। ਆਮ ਬੰਦੇ 'ਚ ਮੇਰਾ ਵਿਚਾਰ ਇਹ ਹੈ ਵੀ ਇਕੱਲਾ ਵੋਟ ਸਹੀ ਪਾ ਦੇ, ਬਾਕੀ ਸਭ ਕੁਝ ਸਹੀ ਹੋ ਜਾਏ। ਕਰੀਏ ਆਪਾਂ ਹੁਣ ਕਾਨੂੰਨ ਆਪਾਂ ਕੀ ਕਵਾਂਗੇ। ਇੱਕ ਬੰਦੇ ਦੀ ਆਪਾਂ ਲੇਟੈਸਟ ਇੱਕ ਨਿਊਜ਼ ਸੁਣ ਰਹੇ ਆ ਵੀ ਉਹ ਬੰਦੇ ਨੇ ਕੋਈ ਐਕਸੀਡੈਂਟ ਹੋ ਗਿਆ ਸੀ, ਉਹ ਐਕਸੀਡੈਂਟ ਦੇ ਵਿੱਚ ਕੋਈ ਬੰਦਾ ਮਰ ਗਿਆ ਸੀ, UAE ਦਾ ਹਾਂ ਉਹ ਕੋਈ ਬੰਦਾ ਹਾਂ ਉਹ ਛੁਡਾ ਲਿਆ, ਉਹਨੂੰ ਬਲੱਡ ਮਨੀ ਰਾਤੀ ਪਤਾ ਨਹੀਂ ਕਿੰਨੇ 2 ਕਰੋੜ ਰੁਪਇਆ, ਠੀਕ ਹੈ। ਤੇ ਹੁਣ ਉਹ ਆਪਾਂ ਜੇ ਕਹੀਏ ਵੀ ਉਹ ਲਾਗੂ ਹੋ ਜੇ, ਕਾਨੂੰਨ ਤਾਂ ਫਿਰ ਉਹ ਵੀ ਹੈ ਨਾ, ਫਿਰ ਕਾਨੂੰਨ ਆਪਾਂ ਉਹਨੂੰ ਵੀ ਨਹੀਂ ਕਹਿ ਸਕਦੇ ਵੀ ਆਹ ਕਾਨੂੰਨ ਲਾਗੂ ਹੋ ਜੇ, ਇਹ ਵੀ ਆਪਣੇ ਬਸ ਦਾ ਰੋਗ ਨਹੀਂ ਹੈ। ਅਲਟੀਮੇਟਲੀ ਆਪਾਂ ਆਪਣੇ ਮਾਈਂਡ ਨੂੰ ਕਿਤੇ ਨਾ ਕਿਤੇ ਤਾਂ ਪ੍ਰਪੇਅਰ ਕਰਨਾ ਹੀ ਪਊਗਾ ਨਾ ਵੀ ਆਪਾਂ ਯਾਰ ਇੱਕ ਚੀਜ਼ ਆਪਾਂ ਦੇਖੀ ਯਾਰ, ਆਪਾਂ ਹੁਣ ਇੱਕ ਮੋਦੀ ਜੀ ਨੇ ਇੱਕ ਸਿਸਟਮ ਸ਼ੁਰੂ ਕੀਤਾ ਹੈ ਸਵੱਛਤਾ ਦਾ। ਅੱਜ ਤੋਂ 10 ਸਾਲ ਪਿੱਛੇ ਚਲੇ ਜਾਓ, 15 ਸਾਲ ਜਾਂ 20 ਸਾਲ ਦੀ ਬਹੁਤ ਗੰਦਗੀ ਸੀ। ਆਪਾਂ ਗੱਡੀਆਂ ਦੇ ਵਿੱਚ ਦੇਖ ਲਓ, ਹਾਂ ਜਗ੍ਹਾ ਆਪਾਂ ਗੰਦਗੀ, ਸਟੇਸ਼ਨਾਂ ਤੇ ਦੇਖ ਲਓ, ਆਪਾਂ ਕਿਤੇ ਹੋਰ ਬਾਜ਼ਾਰਾਂ 'ਚ ਦੇਖ ਲਓ। ਅੱਜ ਉਹ ਕੰਪੈਰੀਟਿਵਲੀ ਅੱਜ ਦੇਖ ਲਓ ਇਹ ਕੀ ਹੋਇਆ। ਮੋਦੀ ਆਪ ਤਾਂ ਉੱਠ ਕੇ ਨਹੀਂ ਆਇਆ, ਜਾਂ ਆਪ ਤਾਂ ਉਹਨੇ ਇਕੱਲੇ ਬੰਦੇ ਨੂੰ ਮੋਟੀਵੇਟ ਨਹੀਂ ਕੀਤਾ, ਜਾਂ ਇਕੱਲੇ ਬੰਦੇ ਨੂੰ ਕੋਈ ਕਿਸੇ ਨੂੰ ਉਹ ਨਹੀਂ ਦਿੱਤਾ ਵੀ ਆ ਭਾਈ ਤੂੰ ਧਿਆਨ ਰੱਖਣਾ ਇਸ ਚੀਜ਼ ਦਾ, ਕੰਮ ਨਹੀਂ ਕਰਨਾ। ਅਲਟੀਮੇਟਲੀ ਕਿਤੇ ਨਾ ਕਿਤੇ ਸਮਾਜ ਬਦਲਿਆ, ਮੈਂ ਆਪਣੇ ਆਪ ਨੂੰ ਬਦਲਿਆ ਵੀ ਨਹੀਂ ਯਾਰ ਇਹ ਨਹੀਂ ਸਿੱਟਣਾ ਆਪਾਂ। ਤੁਸੀਂ ਵੀ ਮੋਰਲ ਲੈਸ ਇਹੀ ਥਿਓਰ ਦੇ ਰਹੇ ਸਰ। ਤੁਸੀਂ ਤੁਹਾਡੇ ਵਿਚਾਰ ਸੁਣਨਾ ਚਾਹਾਂਗੇ ਜੀ ਅਸੀਂ। ਮੈਂ ਇਹ 'ਚ ਕੁਐਸਚਨ ਦੁਆਰਾ ਦੁਹਰਾ ਰਿਹਾ ਜਿਹੜਾ ਮੈਂ ਜਾਣਨਾ ਚਾਹੂੰਗਾ ਤੁਹਾਡੇ ਤੋਂ ਵੀ ਮੈਂ ਇਹ ਕਹਿ ਰਿਹਾ ਵੀ ਬੰਦੇ ਨੂੰ ਆਪਦੇ ਲੈਵਲ ਤੇ ਤਾਂ ਇਕੱਲਾ ਵੋਟ ਦਾ ਹੀ ਜ਼ਿਆਦਾਤਰ ਧਿਆਨ ਦੇਣਾ ਚਾਹੀਦਾ ਹੈ, ਕਰੈਕਟਰ ਉਹਦਾ ਨਹੀਂ ਬਦਲੂਗਾ। ਮਤਲਬ ਇਸ ਗੱਲ ਤੇ ਵੀ ਬਦਲ ਜੇ ਤਾਂ ਵਧੀਆ, ਪਰ ਬਦਲੂਗਾ ਨਹੀਂ ਜਿੰਨਾ ਚਿਰ ਸਰਕਾਰ ਨਹੀਂ ਬਦਲਦੀ। ਇਹ ਸਾਰੇ ਕਹਿ ਰਹੇ ਵੀ ਬਦਲਾਅ ਸਾਰੇ ਪਾਸੋਂ ਚੱਲੂਗਾ। ਇਸ ਤੇ ਤੁਹਾਡੇ ਵਿਚਾਰ ਜਾਣਨਾ ਚਾਹਾਂਗੇ। ਦੇਖੋ ਇਹ ਰੈਸੀਪ੍ਰੋਕਲ ਹੈਗਾ ਸਰ, ਦੋਨੋਂ ਤਰ੍ਹਾਂ ਦਾ। ਰਾਜਾ ਕਿੱਥੋਂ ਆਇਆ? ਰਾਜਾ ਪਬਲਿਕ ਦੇ ਵਿੱਚੋਂ ਆਇਆ। ਪਬਲਿਕ ਨੂੰ ਗਾਈਡ ਕੌਣ ਕਰੇਗਾ? ਪਬਲਿਕ ਨੂੰ ਗਾਈਡ ਰਾਜਾ ਕਰੇਗਾ। ਪਾਲਿਸੀਜ਼ ਕੌਣ ਬਣਾਏਗਾ? ਗਵਰਨਮੈਂਟ ਬਣਾਏਗੀ। ਜੇ ਪਾਲਿਸੀਜ਼ ਗਵਰਨਮੈਂਟ ਠੀਕ ਬਣਾਉਂਦੀ ਹੈ ਤਾਂ ਲੋਕਾਂ ਨੇ ਠੀਕ ਹੋ ਜਾਣਾ। ਅਸੀਂ ਜੇ ਦੂਸਰੇ ਕੰਟਰੀਜ਼ ਦੀ ਐਗਜ਼ਾਮਪਲ ਲਈਏ, ਦੂਸਰੇ ਕੰਟਰੀਜ਼ ਨੂੰ ਅਸੀਂ ਕੰਪੇਅਰ ਕਰਦੇ ਹਾਂ ਕਿ ਜਾ ਕੇ ਬਾਹਰ ਦੇਖ ਕੇ ਕਿ ਉਸ ਕੰਟਰੀ ਦੇ ਵਿੱਚ ਇੱਦਾਂ ਚੱਲਦਾ ਇੱਦਾਂ ਚੱਲਦਾ। ਉਹ ਸਿਰਫ ਇਸੇ ਕਰਕੇ ਹੈ ਕਿ ਉੱਥੋਂ ਦੀਆਂ ਸਰਕਾਰਾਂ ਨੇ ਠੀਕ ਪਾਲਿਸੀਜ਼ ਬਣਾਈਆਂ। ਜਿਹੜਾ ਸਾਡਾ ਸਟਰਕਚਰ ਹੈਗਾ ਕਿਤੇ ਨਾ ਕਿਤੇ ਪੋਲੀਟੀਕਲ ਸਟਰਕਚਰ ਹੀ ਗਲਤ ਬਣਿਆ ਹੋਇਆ ਹੈ, ਜਿਹਦੇ ਵਿੱਚ ਇੱਕ ਰਾਜਾ ਉਹ ਚੰਗਾ ਹੋ ਕੇ ਵੀ ਉਹ ਉਸ ਸਟਰਕਚਰ ਮੁਤਾਬਕ ਆਪਣੇ ਆਪ ਨੂੰ ਉੱਥੇ ਉਹਨੂੰ ਸੈੱਟ ਕਰਨਾ ਹੀ ਪੈਂਦਾ ਹੈ, ਜਿਹਦੇ ਕਰਕੇ ਉਹ ਕੁਝ ਨਹੀਂ ਕਰ ਪਾਉਂਦਾ। ਕਈ ਵਾਰ ਕੁਝ ਲੋਕੀ ਕਰਨਾ ਵੀ ਚਾਹੁੰਦੇ ਨੇ ਪਰ ਉਸ ਸਟਰਕਚਰ ਦੇ ਵਿੱਚੋਂ ਉਹ ਬਾਹਰ ਨਹੀਂ ਆਉਂਦੇ। ਇਹ ਗੱਲ ਠੀਕ ਹੈ ਕਿ ਬਹੁਤੇ ਲੋਕੀ ਉਸ ਸਟਰਕਚਰ ਨੂੰ ਬਦਲਣਾ ਚਾਹੁੰਦੇ ਨੇ ਤੇ ਪੋਲੀਟੀਕਲ ਲੋਕ ਨੇ ਜਿਹੜੇ ਜਾਂ ਜਿਹੜਾ ਰਾਜਾ ਹੈਗਾ, ਜਿਹੜਾ ਸਿਸਟਮ ਹੈਗਾ, ਉਹ ਵੀ ਕਿਤੇ ਨਾ ਕਿਤੇ ਬਦਲਣਾ ਚਾਹੁੰਦਾ ਹੈ। ਪਰ ਅਸਲ ਦੇ ਵਿੱਚ ਜਿਹੜਾ ਰਾਜਾ ਹੈਗਾ ਉਹ ਰਿਪਰੈਜ਼ੈਂਟ ਹੀ ਕਰਦਾ ਹੈ ਪਬਲਿਕ ਨੂੰ। ਸਰ ਮੈਂ ਇੱਕ ਤੁਹਾਨੂੰ ਮਾਫ ਕਰਨਾ, ਇੰਟਰਪਟ ਕਰੂੰਗਾ। ਤੁਸੀਂ ਕਿੰਨੇ % ਪਬਲਿਕ ਨੂੰ ਦੋਸ਼ੀ ਸਮਝਦੇ ਹੋ? ਦੂਸਰੇ ਰੂਪ 'ਚ ਪੁੱਛਿਆ ਉਸੇ ਸਵਾਲ ਨੂੰ ਹੈ, ਤੇ ਕਿੰਨੇ % ਜਿਹੜਾ CM ਬਣ ਗਿਆ ਉਹਨੂੰ ਦੋਸ਼ੀ ਸਮਝਦੇ ਹੋ ਜੀ? ਨਹੀਂ ਬਿਲਕੁਲ ਇਹ ਠੀਕ ਹੈ। ਕਿੰਨੇ % ਦੱਸੋ ਮੈਨੂੰ। ਦੇਖੋ ਜਿਹੜਾ ਅਲਟੀਮੇਟ ਦੋਸ਼ ਹੈਗਾ ਉਹ ਦੋਸ਼ ਸਰਕਾਰਾਂ ਦਾ ਹੀ ਗਿਣਿਆ ਜਾਊਗਾ। ਅਲਟੀਮੇਟ ਦੋਸ਼ ਸਰਕਾਰਾਂ ਦਾ ਹੀ ਗਿਣਿਆ ਜਾਊਗਾ। ਨਹੀਂ ਕਿੰਨੇ ਨੂੰ % 'ਚ ਵੰਡਣਾ ਜੀ ਆਪਾਂ? ਦੇਖੋ ਜੇ ਪਰਸੈਂਟੇਜ ਦੀ ਆਪਾਂ ਗੱਲ ਨਾ ਕਰੀਏ, ਆਪਾਂ ਇਹ ਕਰੀਏ ਕਿ ਜੇ ਹੁਣ ਕਰਪਸ਼ਨ ਦੀ ਗੱਲ ਕਰੀਏ ਤਾਂ ਕਰਪਸ਼ਨ ਇੱਕ ਤਰ੍ਹਾਂ ਦੀ ਨਹੀਂ ਹੈਗੀ। ਕਰਪਸ਼ਨ ਇਕੱਲੇ ਅਫਸਰ ਨਹੀਂ ਕਰਦੇ, ਕਰਪਸ਼ਨ ਇਕੱਲੀ ਗਵਰਨਮੈਂਟ ਨਹੀਂ ਕਰਦੀ। ਗਵਰਨਮੈਂਟ ਵੀ ਕਰਪਸ਼ਨ ਕਰਦੀ ਹੈ, ਸਾਰੇ ਕਰਦੇ ਆ ਜੀ। ਅਫਸਰ ਕਰਪਸ਼ਨ ਕਰਦੇ ਨੇ। ਮੈਂ ਕਹਿੰਦਾ ਬਿਜ਼ਨਸਮੈਨ ਵੀ ਕਰਦਾ, ਰੇਹੜੀ ਰਿਕਸ਼ਾ ਵਾਲਾ ਵੀ ਕਰਦਾ। ਤੁਸੀਂ ਇਸ ਪੁਆਇੰਟ ਦਾ ਜਵਾਬ ਦਿਓ, ਮਾਫ ਕਰਨਾ, ਵੀ ਕਿੰਨੇ % ਤੁਸੀਂ ਦੋਸ਼ੀ ਪਬਲਿਕ ਨੂੰ ਤੇ ਕਿੰਨੇ % ਲੀਡਰ ਨੂੰ ਸਮਝ ਰਹੇ ਹੋ? ਮੈਨੂੰ ਇਸ ਗੱਲ ਦਾ ਜਵਾਬ ਦਿਓ, ਅੰਦਾਜ਼ਾ ਰਫਲੀ ਮੋਟਾ ਜਿਹਾ ਆਈਡੀਆ। ਜਿਹੜੀ ਪਰਸੈਂਟੇਜ ਆ ਉਹ ਪਰਸੈਂਟੇਜ ਵੱਧ ਸਰਕਾਰਾਂ ਦੀ ਹੈਗੀ। ਮਤਲਬ ਆਪਾਂ 80 ਵੀ ਕਰ ਸਕਦੇ ਹਾਂ? ਹਾਂ ਨਹੀਂ 80 ਵੀ ਕਰ ਲਓ ਬੇਸ਼ੱਕ, ਪਰ ਗੱਲ ਇਹ ਹੈਗੀ ਵੀ ਜਿਹੜੀ ਇੱਕ ਪਬਲਿਕ ਹੈ ਉਹ ਇਹ ਚਾਹੁੰਦੀ ਹੈ ਕਿ ਜਿਹੜੀ ਪਬਲਿਕ ਕਰਪਸ਼ਨ ਕਰ ਰਹੀ ਹੈ ਉਹ ਕਰਪਸ਼ਨ ਤਾਂ ਹੁੰਦੀ ਰਹੇ। ਸਰਕਾਰ ਕਰਪਸ਼ਨ ਨਾ ਕਰੇ, ਇੱਕ ਅਫਸਰ ਕਰਪਸ਼ਨ ਨਾ ਕਰੇ। ਮੈਂ ਇੱਕ ਥਾਂ ਤੇ ਅਫਸਰ ਹਾਂ, ਇੱਕ ਥਾਂ ਤੇ ਪਬਲਿਕ ਹਾਂ। ਮੈਂ ਜਿੱਥੇ ਅਫਸਰ ਹਾਂ ਉੱਥੇ ਤਾਂ ਮੈਂ ਚਾਹਣਾ ਮੈਂ ਕਰਪਸ਼ਨ ਕਰ ਲਾਂ। ਜਿੱਥੇ ਮੈਂ ਪਬਲਿਕ ਹਾਂ, ਮੈਂ ਚਾਹਣਾ ਵੀ ਅਫਸਰ ਕਰਪਸ਼ਨ ਨਾ ਕਰੇ। ਬਾਕੀ ਕਰਪਸ਼ਨ ਹੁੰਦੀ ਰਹੇ, ਜਿਹੜੀ ਮੈਂ ਕਰਪਸ਼ਨ ਕਰਦਾ। ਸਰ
80 ਵੀ ਚ ਵੰਡ ਦਿੱਤਾ ਨਾ, 80% ਦੋਸ਼ ਸਰਕਾਰ ਨੂੰ ਦਿੱਤਾ। ਇੱਥੇ ਹੀ ਇਹ ਗੱਲ ਕਰੀ ਆ ਨਾ ਕਿ ਉਹ ਮੇਰੇ ਸ਼ਬਦ ਮੈਂ ਤੁਹਾਨੂੰ ਦੇ ਰਿਹਾ, ਤੁਸੀਂ ਆਪ ਦਾ ਦੱਸੋ। ਨਹੀਂ ਆਪਾਂ ਇਹ ਪਰਸੈਂਟੇਜ ਕੱਢ ਸਕਦੇ ਹਾਂ। ਰਫਲੀ ਮੋਟਾ ਜਿਹਾ ਦੱਸੋ ਸਰ, ਤੁਸੀਂ ਸਮਝਦੇ ਹੋ ਕਿੰਨੇ % ਪਬਲਿਕ ਨੂੰ ਸਮਝਦੇ ਹੋ? ਅਲਟੀਮੇਟਲੀ ਤਾਂ ਇਹ ਹੈਗਾ ਵੀ ਜੇ ਸਰਕਾਰ ਚਾਹੇ ਤਾਂ 100 ਦਾ 100% ਕਰ ਸਕਦੀ ਹੈ ਨਾ, ਕਰ ਸਕਦੀ ਹੈ, ਕਰ ਸਕਦੀ ਹੈ ਨਾ। ਕਰ ਸਕਦੀ। ਲੋਕ ਰਾਜ ਦੀ ਗੱਲ ਇਹ ਹੈ ਕਿ ਲੋਕ ਰਾਜ ਦੇ ਵਿੱਚ ਸਰਕਾਰਾਂ ਦੀਆਂ ਕੁਝ ਮਜਬੂਰੀਆਂ ਲੋਕਾਂ ਦੇ ਮੁਤਾਬਕ, ਸਰਕਾਰਾਂ ਨੂੰ ਉਹ ਲੋਕਾਂ ਦੇ ਮੁਤਾਬਕ ਨਹੀਂ ਨਹੀਂ ਸਰ, ਲੇਟੈਸਟ ਐਗਜ਼ਾਮਪਲ ਦਿਨਾਈ ਜਿਸ ਤਰ੍ਹਾਂ ਚਲੋ ਆਪਾਂ ਕਿਸੇ ਦੇ ਖਿਲਾਫ ਪਰਸਨਲ ਨਾ ਜਾਈਏ। ਕਿਸਾਨ ਮੂਵਮੈਂਟ ਹੈ, ਜਿੱਦਾਂ ਹੁਣ ਇੱਕ ਕਿਸਾਨ ਮੂਵਮੈਂਟ ਹੈ, ਕਿਸਾਨ ਮੂਵਮੈਂਟ ਦੇ ਸਰਕਾਰਾਂ ਨੂੰ ਉਹਨਾਂ ਦੀਆਂ ਕੁਝ ਗਲਤ ਚੀਜ਼ਾਂ ਵੀ ਮੰਨਣੀਆਂ ਪੈਂਦੀਆਂ। ਸਰ ਇਹ ਕੀ ਤੁਸੀਂ ਗੱਲ, ਇਹ ਤਾਂ ਜਮੇ ਗਲਤ ਗੱਲ ਕਰ ਰਹੇ ਸਰ, ਇਹ ਮਜਬੂਰੀਆਂ ਆਦੇ ਸਵਾਰਥ ਨਹੀਂ ਆਉਂਦੀਆਂ, ਉਸ ਤੋਂ ਇਲਾਵਾ ਕੋਈ ਨਹੀਂ। ਜਿਹਨੇ ਸਹੀ ਡਿਸੀਜਨ ਲੈਣਾ ਸਰ, ਉਹ ਕਵੇ ਸਹੀ ਡਿਸੀਜਨ ਲੈਣਾ, ਉਹ ਕਵੇ ਯਾਰ ਮੇਰੀ ਸੀਟ ਚਲੀ ਜਾਵੇ, ਚਲੀ ਜਾਵੇ। ਸਹੀ ਡਿਸੀਜਨ ਇਹੀ ਹੋ ਗਿਆ ਮੈਂ ਯਾਰ, ਮਜਬੂਰੀਆਂ ਤੇ ਇਹੀ ਹੋ ਗਿਆ ਨਾ ਵੀ ਮੈਂ ਬੈਠਾ ਹੈ। ਉਹਦਾ ਮੇਨ ਇਹ ਵੀ ਇੱਕ ਪੁਆਇੰਟ ਹੈ ਕਿ ਆਈ ਸ਼ੁੱਡ ਰਿਮੇਨ ਇਨ ਪਾਵਰ। ਹਾਂ। ਇਹ ਵੀ ਹੈ, ਹਾਂ। ਇਹ ਵੀ ਹੈ। ਹਾਂ। ਤਾਂ ਉਹ ਜਦੋਂ ਉਹ ਮੁੱਦਾ ਆ ਜਾਂਦਾ ਹੈ, ਉਹਦੇ ਦਿਮਾਗ 'ਚ ਇਹ ਚੀਜ਼ ਆਉਂਦੀ ਹੈ, ਤਾਂ ਫਿਰ ਤੁਹਾਡੇ ਵਾਲੀ ਗੱਲ ਡਿਫੀਟ ਹੋ ਜਾਂਦੀ ਹੈ ਹਾਂ। ਕਿ ਮੈਂ ਤਾਂ ਆਪਦੀ ਗੱਲ ਤੇ ਅੜਿਆ ਰਹੂੰਗਾ, ਇਹ ਜੋ ਮਰਜ਼ੀ ਉੱਥੇ ਧਰਨੇ ਲਾਉਂਦਾ ਰਹੇ, ਕੁਝ ਨਹੀਂ ਹੈ। ਤਾਂ ਫਿਰ ਉਹ ਸੋਚਦਾ ਆਊਗੀ ਕਿ ਮੈਂ ਅਲਟੀਮੇਟਲੀ ਆਈ ਵਿਲ ਲੂਜ਼ ਮਾਈ ਗਵਰਨਮੈਂਟ। ਹਾਂ ਠੀਕ ਹੈ, ਨਹੀਂ ਫਿਰ ਦੋਸ਼ੀ ਤਾਂ ਸਵਾਰਥ ਦੇ, ਆਪਦੇ ਸਵਾਰਥ ਦਾ ਹੀ ਦੋਸ਼ੀ ਹੋ ਗਿਆ ਨਾ ਉਹ। ਨੰਬਰ 2 ਜਿਹੜੀਆਂ ਮੈਂ ਪਹਿਲਾਂ ਹੀ ਗੱਲ ਕਹਿ ਚੁੱਕਿਆ, ਸਾਡੀਆਂ ਪੋਲੀਟੀਕਲ ਪਾਰਟੀਆਂ ਲੈਗ ਪੁਲਿੰਗ ਨਹੀਂ ਕਰਦੀਆਂ। ਸਾਰਿਆਂ ਦੇ ਨਹੀਂ ਸਾਹਮਣੇ ਸਰ। ਨਜ਼ਰ ਆਉਂਦਾ ਹੈ, ਸਾਰਿਆਂ ਦੇ ਸਾਹਮਣੇ ਨਜ਼ਰ ਆਉਂਦਾ ਹੈ ਕਿ ਇੱਕ ਸਰ ਲੈਗ ਪੁਲਿੰਗ ਤਾਂ ਹੋਣੀ ਹੈ। ਇੱਕ ਪੋਜ਼ਿਟਿਵ ਪੁਆਇੰਟ ਹੈ, ਭਾਵੇਂ ਉਹ ਆਪ ਕਰਦੀ ਹੈ, ਭਾਵੇਂ ਕਾਂਗਰਸ ਕਰਦੀ ਹੈ, ਭਾਵੇਂ ਬੀਜੇਪੀ ਕਰਦੀ ਹੈ। ਨੋਬਡੀ ਐਪਰੀਸ਼ੀਏਟਸ ਪੋਜੀਸ਼ਨ। ਬੋਬੀ ਜੀ ਗੱਲ ਕਰ ਰਹੇ ਆ ਵੀ ਜਨਤਾ ਜ਼ਿੰਮੇਦਾਰ ਹੈ ਜਾਂ ਸਰਕਾਰ ਜ਼ਿੰਮੇਦਾਰ ਹੈ। ਹੁਣ ਆਪਾਂ ਬਠਿੰਡੇ 'ਚ ਜਾਂ ਪੰਜਾਬ 'ਚ ਸਾਰੇ ਥੋੜ੍ਹੀ ਦੇਸ਼ ਸ਼ਾਇਦ ਹੈ। ਕਿੰਨਾ ਰੂਲ ਆਫ ਲਾਅ ਆਪਾਂ ਫੋਲੋ ਕਰਦੇ ਹਾਂ। ਸੜਕ ਦਾ ਹੀ ਲਗਾ ਲਓ ਵੀ ਸੜਕ ਦੇ ਰੂਲਸ ਆਪਾਂ ਕਿੰਨੇ ਫੋਲੋ ਕਰਦੇ ਹਾਂ। ਆਪਣਾ ਇੱਕ ਭਰਾ ਚਲਾ ਜਾਂਦਾ ਹੈ ਇੰਗਲੈਂਡ ਜਾਂ ਚਲਾ ਜਾਂਦਾ ਹੈ ਕੈਨੇਡਾ, ਉੱਥੇ ਜਾਂਦੇ ਉਹ ਰੂਲਸ ਫੋਲੋ ਕਰਨ ਲੱਗ ਜਾਂਦੇ। ਜਿਹੜਾ ਇੱਥੇ 50 ਸਾਲ ਦੀ ਉਮਰ ਤੋਂ ਵੀ ਗਿਆ ਹੈ, 50 ਸਾਲ ਉਹਨੇ ਰੂਲ ਨਹੀਂ ਫੋਲੋ ਕੀਤੇ, ਉਹ ਰੈੱਡ ਲਾਈਟ ਤੋੜਦਾ ਹੈ, ਲੇਕਿਨ ਉੱਥੇ ਜਾ ਕੇ ਕਿਉਂ ਫੋਲੋ ਕਰਦਾ ਹੈ? ਕੌਣ ਜ਼ਿੰਮੇਦਾਰ ਹੈ ਉਹਦਾ? ਉਹਦਾ ਜ਼ਿੰਮੇਦਾਰ ਹੈ ਸਿਰਫ ਤੇ ਸਿਰਫ ਸਰਕਾਰ, ਕਿ ਸਰਕਾਰ ਨੇ ਰੂਲ ਆਫ ਲਾਅ ਐਨਫੋਰਸ ਕੀਤਾ ਹੈ। ਆਪਣੇ ਦੇਸ਼ ਦੀ ਸਭ ਤੋਂ ਵੱਡੀ ਜਿਹੜੀ ਸ਼ਾਰਟਕਮਿੰਗ ਹੈ ਉਹ ਰੂਲ ਆਫ ਲਾਅ ਹੈ। ਆਪਣੇ ਰੂਲ ਆਫ ਲਾਅ ਇੱਕ ਸੰਸਥਾ ਹੈ ਵੱਡੀ, ਔਰ ਰੂਲ ਆਫ ਲਾਅ ਦਾ ਇੰਡੈਕਸ ਕਰਾਂਦੀ ਹੈ 139 ਕੰਟਰੀਜ਼। ਆਪਣੇ ਦੇਸ਼ ਦੀ 93, 94, 97 ਇਸ ਤਰ੍ਹਾਂ ਦਾ ਰੈਂਕਿੰਗ ਹੈ। ਜਿਹੜੇ ਆਪਣੇ ਪੜੋਸੀ ਹੈ ਸ਼੍ਰੀਲੰਕਾ, ਨੇਪਾਲ, ਉਹ ਵੀ ਆਪਣੇ ਤੋਂ ਅੱਗੇ ਹੈ। ਉਹਨਾਂ ਨੇ ਕ੍ਰਾਈਟੇਰੀਆ ਰੱਖਿਆ ਵੀ 8 ਪੈਰਾਮੀਟਰ ਹੈ, ਇਹਨਾਂ ਪੈਰਾਮੀਟਰ ਸੇ ਅਸੀਂ ਰੂਲ ਆਫ ਲਾਅ ਤੈਅ ਕਰਾਂਗੇ, ਜਿਨ੍ਹਾਂ ਚੋਂ ਇੱਕ ਸਿਵਲ ਜਸਟਿਸ ਹੈ, ਇੱਕ ਕ੍ਰਿਮੀਨਲ ਜਸਟਿਸ ਹੈ, ਇੱਕ ਬੋਲਣ ਦੀ ਆਜ਼ਾਦੀ ਹੈ। ਤਾਂ ਆਪਣਾ ਹਰੇਕ ਸਭ ਤੋਂ ਲੋ ਰੈਂਕ ਹੈ। ਤਾਂ ਉਹਦੇ ਲਈ ਕੌਣ ਜ਼ਿੰਮੇਦਾਰ? ਰੂਲ ਆਫ ਲਾਅ ਕੌਣ ਐਨਫੋਰਸ ਕਰੂਗਾ? ਆਮ ਬੰਦਾ ਕਰੂਗਾ ਜਾਂ ਸਰਕਾਰ ਕਰੂਗੀ? ਨੈਚੁਰਲੀ ਸਰਕਾਰ ਕਰੂਗੀ। ਸਰਕਾਰ ਦੀ ਜੋ ਪਿਲਰਸ ਆਫ ਡੈਮੋਕ੍ਰੇਸੀ ਆ ਉਹ ਕਰਨਗੀਆਂ। ਐਗਜ਼ੀਕਿਊਟਿਵ ਕਰੂਗੀ, ਪੋਲੀਟੀਸ਼ੀਅਨਸ ਕਰਨਗੇ, ਜੋ ਜੱਜਸ ਕਰਨਗੇ, ਜੋ ਵੀ ਕਰਨਗੇ ਉਹ ਕਰਨਗੇ। ਫਿਰ ਦੂਜੀ ਆਪਣੇ ਤੇ ਆਉਂਦੀ ਹੈ ਕਿ ਆਪਾਂ ਕਿਸ ਤਰ੍ਹਾਂ ਦੀ ਸਰਕਾਰ ਚਾਹੁੰਦੇ ਹਾਂ। ਆਪਾਂ ਬੀਜੇਪੀ ਦੀ ਸਰਕਾਰ ਚਾਹੁੰਦੇ ਹਾਂ, ਆਪਾਂ ਕਾਂਗਰਸ ਦੀ ਚਾਹੁੰਦੇ ਹਾਂ, ਆਪਾਂ ਆਪ ਦੀ ਚਾਹੁੰਦੇ ਹਾਂ, ਜਾਂ ਆਪਾਂ ਚੰਗੀ ਸਰਕਾਰ ਚਾਹੁੰਦੇ ਹਾਂ। ਆਪਾਂ ਇਹ ਜਿਹੀ ਸਰਕਾਰ ਚਾਹੁੰਦੇ ਹਾਂ ਜਿਹੜੇ ਹਰੇਕ ਨਾਗਰਿਕ ਦੀ ਇਰਰਿਸਪੈਕਟਿਵ ਆਫ ਰਿਲੀਜਨ, ਕਾਸਟ, ਲੈਂਗੁਏਜ ਸਪੋਕਨ, ਉਹਨਾਂ ਦਾ ਭਲਾ ਚਾਹੁੰਦੀ ਹੈ। ਆਪਣਾ ਜਿਹੜਾ ਪ੍ਰੀਐਂਬਲ ਹੈ ਕਨਸਟੀਟਿਊਸ਼ਨ ਦਾ ਤੇ ਜਿਹੜੇ ਫੰਡਾਮੈਂਟਲ ਰਾਈਟਸ ਹੈ ਉਹ ਸਰਕਾਰ ਦੀ ਜ਼ਿੰਮੇਵਾਰੀ ਹੈ ਪੂਰਾ ਕਰਨਾ। ਉਹਦੇ ਚੋਂ ਇੱਕ ਹੈ ਕਿ ਹਰੇਕ ਨਾਗਰਿਕ ਡਿਗਨਿਟੀ ਨਾਲ ਰਹਿ ਸਕੇ। ਕਿੰਨੇ ਲੋਕ ਡਿਗਨਿਟੀ ਨਾਲ ਰਹਿ ਸਕਦੇ? ਸਿਰਫ ਜੋ ਬਹੁਤ ਵੱਡੇ ਪੁਲਿਸ ਆਫੀਸਰ ਹੈ, ਵੱਡੇ ਵਕੀਲ ਹੈ, ਅੱਛੇ ਪੋਲੀਟੀਸ਼ੀਅਨ ਹੈ, ਬਹੁਤ ਜ਼ਿਆਦਾ ਪੈਸੇ ਵਾਲੇ ਹੈ, ਉਹਨਾਂ ਨੂੰ ਛੱਡ ਕੇ ਕੋਈ ਵੀ ਆਪਣੇ ਦੇਸ਼ ਡਿਗਨਿਟੀ ਨਾਲ ਨਹੀਂ ਰਹਿ ਸਕਦਾ। ਨਹੀਂ ਸਰ, ਸੋਲੂਸ਼ਨ ਵੰਨੀ ਵਧੋ ਤੁਸੀਂ। ਸੋਲੂਸ਼ਨ ਦੀ ਗੱਲ ਕਰਾਂਗੇ ਨਾ ਜੀ, ਤਾਂ ਉਹਦੇ 'ਚ ਗੱਲ ਇਹ ਹੈ ਵੀ ਸਰਕਾਰ ਦਾ ਪਾਰਟ ਤਾਂ ਹੋ ਗਿਆ, ਹੁਣ ਆਪਣਾ ਕੀ ਪਾਰਟ ਹੈ? ਆਪਾਂ ਕੀ ਸੋਚਦੇ ਹਾਂ ਕਿ ਸਰਕਾਰ ਨੇ, ਮੋਦੀ ਜੀ ਨੇ 370 ਧਾਰਾ ਹਟਾਤੀ, ਮੈਂ ਹੁਣ ਮੋਦੀ ਜੀ ਨੂੰ ਵੋਟ ਦਊਂਗਾ, ਠੀਕ ਹੈ। ਆਪ ਸਰਕਾਰ ਨੇ 1000 ਰੁਪਇਆ ਕੋਈ ਕੈਸ਼ ਦੇਣਾ ਹੈ, ਅਸੀਂ ਇਹਨੂੰ ਵੋਟ ਦੇਵਾਂਗੇ। ਕਾਂਗਰਸ ਸਰਕਾਰ ਨੇ ਚਲੋ ਬੱਸਾਂ 'ਚ ਟਿਕਟਾਂ ਫ੍ਰੀ ਕਰਤੀਆਂ, ਆਪਾਂ ਇਹਨਾਂ ਨੂੰ ਵੋਟ ਦੇਵਾਂਗੇ। ਪਰ ਇਹ ਆਪਣਾ ਕ੍ਰਾਈਟੇਰੀਆ ਹੀ ਗਲਤ ਹੈ ਕਿ ਆਪਣੀ ਆਪਾਂ ਇਮੋਸ਼ਨਲ ਫੀਲਿੰਗਸ ਨਾਲ, ਚਾਹੇ ਆਪਣੇ ਧਰਮ ਦੀ ਫੀਲਿੰਗ ਹੈ, ਚਾਹੇ ਆਪਣੀ ਕਾਸਟ ਦੀ ਫੀਲਿੰਗ ਹੈ, ਚਾਹੇ ਆਪਣੇ ਲੈਂਗੁਏਜ ਦੀ ਫੀਲਿੰਗ ਹੈ, ਚਾਹੇ ਆਪਣੇ ਬਿਜ਼ਨਸ ਦੀ ਫੀਲਿੰਗ ਹੈ, ਅਗਰ ਆਪਾਂ ਉਸ ਨੂੰ ਲੈ ਕੇ ਵੋਟ ਦਿੰਦੇ ਹਾਂ ਤਾਂ ਆਪਾਂ ਕਦੇ ਵੀ ਚੰਗੀ ਸਰਕਾਰ ਨਹੀਂ ਚੁਣ ਸਕਦੇ। ਆਪਣੇ ਮੁੱਦੇ ਹੋਣੇ ਚਾਹੀਦੇ ਹੈ ਕਿ ਅਸੀਂ ਕਿਸ ਮੁੱਦੇ ਤੇ ਵੋਟ ਦੇਵਾਂਗੇ। ਜਿਵੇਂ ਆਪਾਂ ਫੋਰਮ ਬਣਾਈ ਹੈ, ਆਪਾਂ ਮੁੱਦੇ ਲਿਖੀਏ, ਮੈਂ ਮੁੱਦੇ ਦੱਸਾਂ ਵੀ ਆ ਮੇਰੇ 4 ਮੁੱਦੇ ਹੈ, ਵੀ ਜਿਹੜੀ ਆਪਾਂ ਸਰਕਾਰ ਚੁਣੀਏ ਉਹ ਮਜਬੂਰ ਹੋਵੇ ਕਿ ਆ ਮੁੱਦਿਆਂ ਨੂੰ ਫੋਲੋ ਕਰੇ। ਤੇ ਅਗਰ ਉਹ ਨਹੀਂ ਹੋ ਪਾਊਗਾ, ਇਹ ਜੇ ਆਪਾਂ ਜੇ ਇਕੱਠੇ ਕਰਾਂਗੇ, ਇੱਥੇ ਹੀ ਬੈਠੇ ਕਰੀਏ, ਸ਼ਾਇਦ 100-150 ਮੁੱਦੇ ਇਕੱਠੇ ਹੋਣਗੇ ਜਿਨ੍ਹਾਂ 'ਚ ਕਿਸੇ ਦੀ ਕਾਸਟ, ਕਿਸੇ ਦੀ ਰਿਲੀਜਨ, ਕਿਸੇ ਦਾ ਵਰਕ, ਕਿਸੇ ਦੀ ਲੈਂਗੁਏਜ ਉਹ ਕੋਈ ਰੋਲ ਨਹੀਂ ਅਦਾ ਕਰਦੀ।
ਉਹੇ ਜਿਹੇ ਮੁੱਦੇ ਅਗਰ ਆਪਾਂ ਲੈ ਕੇ ਵੋਟ ਪਾਵਾਂਗੇ ਤੇ ਸਰਕਾਰਾਂ ਮਜਬੂਰ ਹੋਣਗੀਆਂ, ਉਹਨਾਂ ਨੂੰ ਪਤਾ ਹੋਊਗਾ ਇਹ ਨਹੀਂ ਪੂਰੇ ਕਰਾਂਗੇ। ਇੰਨੇ ਕਰੋੜ ਬੰਦਿਆਂ ਦੀ ਇਹ ਮੰਗ ਹੈ, ਅਗਰ ਇਹ ਨਹੀਂ ਪੂਰੀ ਹੋਊਗੀ ਉਹ ਪੂਰੀ ਹੋ ਉਹ ਹਟੂਗੀ। Sir, ਇੱਕ ਮਿੰਟ। ਰਿਕੋਲੇਸ਼ਨ ਦਾ गवर्नमेंट पॉलिटिकल पार्टी सिलेक्ट करिए जी, हम बीजेपी करनी है, नहीं नहीं मैं ये नहीं किया, मैं तो मुद्दे ये तो पहला इसको पहला मैं कह रही सरकार ਆਪਾਂ ਪਾਰਟੀ ਨਹੀਂ ਚੂਜ਼ ਕਰਨੀ, ਆਪਾਂ ਮੁੱਦੇ ਚੂਜ਼ ਕਰਨੇ हैं। ਮਤਲਬ ਪਬਲਿਕ ਦੇ ਮੁੱਦਿਆਂ ਦੇ ਵਿੱਚੋਂ ਹੀ ਸਰਕਾਰ ਨਿਕਲੇ। ਜਿਹੜੇ ਮੁੱਦੇ ਹੈ ਮੁੱਦੇ ਤਾਂ ਕੋਈ ਸਰਕਾਰ ਫੋਲੋ ਹੀ ਨਹੀਂ ਕਰਦੀ। ਇੱਕ ਸਰਕਾਰ ਕਹੂਗੀ ਮੈਂ ਇਸ ਧਰਮ ਦਾ ਫੋਲੋ ਕਰਦੀ ਹਾਂ, ਪਕਸ਼ ਕਰੂੰਗੀ, ਆਪਾਂ ਉਸ ਵਾਸਤੇ ਵੋਟ ਦੇ ਦਾਂਗੇ, ਉਹ ਤਾਂ ਆਪਾਂ ਨੂੰ ਮਿਸਗਾਈਡ ਕਰ ਰਹੇ ਹਨ। ਜਿਵੇਂ ਰਾਜਨੀਤੀ ਉਹਨਾਂ ਨੇ ਇਹ ਗੱਲ ਕਹਿਣ ਦੀ ਕੋਸ਼ਿਸ਼ ਕਰੀ ਇੰਪਲੀਮੈਂਟ ਕਰਾਣਾ ਉਹ ਸਰਕਾਰ ਦੀ ਨਹੀਂ ਸੈਕਿੰਡ ਗੱਲ, ਪਹਿਲੀ ਤਾਂ ਮੈਨੂੰ ਐ ਲੱਗੀ ਵੀ ਸ਼ਾਇਦ ਇਹ ਪਾਰਟੀ ਹਰ ਪਾਰਟੀ ਕਹਿੰਦੀ ਸੀ ਵੀ ਆਪਾਂ ਕਿਹੜੀ ਬੀਜੇਪੀ ਸਿਲੈਕਟ ਨਹੀਂ, ਕੀਤੀ, ਨਹੀਂ, ਕਾਂਗਰਸ ਬਿਲਕੁਲ ਕਰਕੇ। ਵੀ ਹੁਣ ਮੁੱਦੇ ਤੇ ਚਲੋ ਗੱਲ ਆ ਗਈ, ਮੁੱਦੇ ਵੀ ਜਿਹੜੀਆਂ ਸਾਡੀਆਂ ਸਰਕਾਰਾਂ ਹੈ ਜਦੋਂ ਇਲੈਕਸ਼ਨਸ ਆਉਂਦੇ ਆ ਦੇ ਮੇਕ ਪੋਪੂਲਿਸਟਿਕ ਅਪਰੋਚਸ, ਪੋਪੂਲਿਸਟਿਕ ਵੀ ਕਿਵੇਂ ਆਪਾਂ ਵੋਟ ਬੈਂਕ ਬਣਾ ਸਕਦੇ ਹਾਂ, ਕਿੱਥੋਂ ਅਸੀਂ ਜ਼ਿਆਦਾ ਲੈ ਸਕਦੇ ਹਾਂ। ਇਹ ਇੱਕ ਮੇਨ ਉਹਨਾਂ ਦਾ ਕ੍ਰਾਈਟੇਰੀਆ ਹੁੰਦਾ, ਇਹ ਆਪਾਂ ਸਾਰੇ ਐਗਰੀ ਕਰਦੇ ਹਾਂ। ਵਿਨੇਬਿਲਿਟੀ ਕਿਵੇਂ ਆ ਅਸੀਂ ਜਿੱਤ ਕੇ ਆਉਣਾ ਲੋਕਾਂ ਨੂੰ ਬੇਵਕੂਫ ਬਣਾ ਕੇ, ਇੱਕ ਹੈਗਾ ਤੁਹਾਨੂੰ ਵੀ ਬੇਵਕੂਫ ਬਣਾ ਦੇਣਗੇ ਜੀ, ਤੁਹਾਡੇ ਮੁੱਦਿਆਂ ਨੂੰ ਯੈਸ ਕਰ ਦੇਣਗੇ ਉਹ ਕਿ ਕੀ ਕਰੋਗੇ ਤੁਸੀਂ। ਤਾਂ ਹੀ ਤਾਂ ਰਿਕਾਲ ਕਰਨ ਦੀ ਆਪਾਂ ਨੂੰ ਹੋਣਾ ਚਾਹੀਦਾ ਹੈ। ਉਹੀ ਤਾਂ ਕਿਹਾ ਜਾ ਰਹੀ ਹੈ ਗੱਲ। ਨੈਕਸਟ ਤੁਹਾਡਾ ਜਿਹੜਾ ਪੁਆਇੰਟ ਸੀ ਕਿ ਤੁਸੀਂ ਕਿਹਾ ਵੱਡੇ ਵਕੀਲ ਅਫਸਰ ਉਹ ਇੱਥੇ ਰਹਿ ਸਕਦੇ ਆ ਤੇ ਕਾਮਨ ਆਦਮੀ, ਪਰ ਮੈਂ ਥੋੜਾ ਜਿਹਾ ਤੁਹਾਡੇ ਨਾਲ ਦੇਖੋ, ਮੈਂ ਚੀਫ ਇੰਜੀਨੀਅਰ ਰਿਟਾਇਰ ਹੋਇਆ ਹਾਈਐਸਟ ਪੋਸਟ ਤੋਂ, ਬਾਅਦ ਮੈਂ ਮੈਂਬਰ ਜੱਜ ਨਹੀਂ ਹਾਂ। ਮੈਂ ਹੁਣ ਸੁਸਾਇਟੀ ਦੇ ਵਿੱਚ ਇੱਕ ਐਕਸਪਲੋਇਟੇਸ਼ਨ ਫੀਲ ਕੀਤੀ। ਤੁਹਾਡੇ ਪਲਾਟ ਤੋਂ ਬਾਅਦ ਮੈਂ ਆਪਣੇ ਪਲਾਟ ਦੀ ਵੀ ਗੱਲ ਸ਼ੇਅਰ ਕਰਦਾ ਇੱਥੇ। ਮੇਰਾ ਇੱਕ ਪਲਾਟ ਹੈ ਜੀ ਬਠਿੰਡੇ ਦੇ ਵਿੱਚ, 20 ਸਾਲਾਂ ਤੋਂ ਮੇਰਾ ਕਬਜ਼ਾ ਹੈ। ਇੱਕ ਪਲਾਟ ਦੀ ਓਨਰਸ਼ਿਪ ਦੇ ਵਿੱਚ ਕੀ ਹੋ ਸਕਦਾ ਹੈ, ਮੈਂ ਤੁਹਾਨੂੰ ਸ਼ੇਅਰ ਕਰਦਾ ਕੀ ਹੋ ਸਕਦਾ ਹੈ। ਕੁਝ ਵੀ ਨਹੀਂ ਹੋ ਸਕਦਾ। ਇੰਤਕਾਲ ਵੀ ਪ੍ਰੂਫ ਹੈ, ਹਾਂਜੀ। ਤੁਹਾਡੀ ਕਮੇਟੀ ਦੇ ਵਿੱਚ ਵੀ ਦਰਜ ਹੈ, ਤੁਹਾਡਾ UID ਨੰਬਰ ਵੀ ਹੈ, ਤੁਸੀਂ ਉਹਦੀ ਬਿਜਲੀ ਪਾਣੀ ਦਾ ਕਨੈਕਸ਼ਨ ਵੀ ਹੈ, ਪ੍ਰਾਪਰਟੀ ਟੈਕਸ ਵੀ ਤੁਸੀਂ ਪੇ ਕਰਦੇ ਹੋ। ਕੁਝ ਗੁੰਡਿਆਂ ਨੇ ਉਸ ਤੇ ਆਪਣੀ ਓਨਰਸ਼ਿਪ ਸਟੇਟ ਕਲੇਮ ਕਰਤੀ, ਕਬਜ਼ਾ ਕਰਨ ਦੀ ਕੋਸ਼ਿਸ਼। ਕਾਗਜ਼ਾਂ 'ਚ ਵੀ ਕਾਗਜ਼ਾਂ 'ਚ ਨਹੀਂ ਹਜੇ ਕੀਤੀ। ਕਾਗਜ਼ਾਂ 'ਚ ਮੈਨੂੰ ਡਰ ਹੈ ਵੀ ਸ਼ਾਇਦ ਕਰ ਲੈਣ, ਕਿਉਂਕਿ ਉਹ ਲੋਕ ਦੇਖੋ ਪੁਲਿਸ ਵੀ ਇੱਕ ਮਿਊਟ ਸਪੈਕਟੇਟਰ ਦੇ ਤੌਰ ਤੇ ਹਜੇ ਤੱਕ ਖੜੀ, ਬਿਲਕੁਲ। ਹਜੇ ਤੱਕ ਜੇ ਕੁਝ ਹੋਊਗਾ ਤਾਂ ਮੈਂ ਸ਼ੇਅਰ ਕਰੂੰਗਾ, ਲੇਕਿਨ ਹਜੇ ਤੱਕ ਮੈਂ ਐਡਾ ਵੱਡਾ ਇੱਕ ਆਫੀਸਰ ਹਾਂ, ਲੇਕਿਨ ਹਜੇ ਵੀ ਤੁਸੀਂ ਜਿਹੜੀ ਕੀ ਕਿ ਸੇਫਟੀ ਹੈ ਇਹਨਾਂ ਬੰਦਿਆਂ ਦੀ, ਸੇਫਟੀ ਨਹੀਂ ਹੈ ਸਾਡੇ, ਡਿਗਨਿਟੀ ਦੀ ਗੱਲ ਡਿਗਨਿਟੀ ਨਹੀਂ ਹੈ, ਸੇਫਟੀ ਤੇ ਉਹ ਡਿਗਨਿਟੀ ਫਰਕ ਹੈ। ਸੇਫਟੀ ਕੋਈ ਗੱਲ ਆ ਗਈ। ਗੁਪਤਾ ਸਾਹਿਬ ਮੈਨੂੰ ਕਿ ਮੈਂ ਇਨਡਿਗਨੀਫਾਈਡ ਮਹਿਸੂਸ ਕਰ ਰਿਹਾ ਅੱਜ ਸਿਸਟਮ 'ਚ। ਚਲੋ ਮੈਂ ਜਨਰਲਾਈਜ਼ ਕਰਦਾ, ਇਸ ਸਿਸਟਮ ਦੇ ਵਿੱਚ ਦੇਵ ਜੀ ਇੰਨਾ ਜ਼ਿਆਦਾ ਡਾਊਨਗ੍ਰੇਡ ਹੋ ਗਿਆ ਕਿ ਕਿਸੇ ਵੀ ਬੰਦਾ ਕੋਈ ਮਹਿਫੂਜ਼ ਨਹੀਂ ਹੈ। ਔਰ ਆਉਣ ਵਾਲਾ ਸਮਾਂ ਸਮੱਸਿਆਵਾਂ ਤਾਂ ਸਾਰੇ ਦੇਸ਼ 'ਚ ਅਨੇਕ ਹੈ, ਅਨੰਤ ਹੈ। ਉਹਨਾਂ ਨੂੰ ਤੁਸੀਂ ਮੈਂ ਤੁਹਾਡੀ ਸਟੋਰੀ ਸੁਣ ਲੱਗ ਜੂ ਪਲਾਟ ਦੀ, ਉਹ ਕਹਿਣਗੇ ਆ ਛੱਡ ਯਾਰ, ਸਾਡੀ ਗਲੀ 'ਚ ਲੜਕੀ ਰਹਿੰਦੀ, ਉਹਦੇ ਨਾਲ ਕੀ ਕੁਛ ਹੋਇਆ, ਉਹਦੀ ਸਟੋਰੀ ਉਦੋਂ ਵੱਡੀ ਹੋਊਗੀ। ਇਹ ਕਹਿਣਗੇ ਤੁਸੀਂ ਦੋਨੇ ਛੱਡੋ, ਮੈਂ ਇਦੋਂ ਵੱਡੀ ਸਟੋਰੀ ਸੁਣਾ। ਇਹਨਾਂ ਗੱਲਾਂ ਦਾ ਕੋਈ ਫਾਇਦਾ ਨਹੀਂ ਸਰ। ਆਪਣਾ ਮੁੱਦਾ ਸਿਰਫ ਇਸ ਗੱਲ ਦਾ, ਮੈਂ ਜਿਹੜੇ ਪੁਆਇੰਟ ਤੇ ਤੁਹਾਨੂੰ ਲੈ ਕੇ ਆਉਣਾ ਚਾਹੁੰਦਾ ਹੈ ਵੀ ਮੈਂ ਸਾਬਿਤ ਕਰਨਾ ਚਾਹੁੰਦਾ ਵੀ ਦੋਸ਼ੀ ਸਰਕਾਰ ਹੈ। ਜਿਵੇਂ ਇਹਨਾਂ ਨੇ ਸ਼ਰਮਾ ਜੀ ਨੇ ਹੁਣੇ ਕਿਹਾ ਸੀ ਚੰਡੀਗੜ੍ਹ ਜਾ ਕੇ ਬੰਦਾ ਸਹੀ ਹੋ ਜਾਂਦਾ, ਉਹ ਵੀ ਪੰਜਾਬ ਦਾ ਹਿੱਸਾ ਹੈ, ਉੱਥੇ ਸਹੀ ਕਿਉਂ ਹੋ ਜਾਂਦਾ? ਤੁਸੀਂ ਮੈਨੂੰ ਇਹ ਗੱਲ ਦਾ ਜਵਾਬ ਦੇ ਦਿਓ। ਉਹ ਸਿਸਟਮ ਦੇਖੋ ਜੀ, ਜਿਹੜੇ ਬਾਹਰ ਨਾਲ ਇਹਨਾਂ ਨੇ ਕੰਪੇਅਰ ਕੀਤਾ, ਹਾਂਜੀ, ਕਿ ਬਾਹਰ ਦਾ ਸਿਸਟਮ ਇੱਕ ਤਾਂ ਉਹਦੇ 'ਚ ਜੋ ਮੈਂ ਮਹਿਸੂਸ ਕਰਦਾ ਕਿ ਟੈਕਨੀਕਲ ਸਿਸਟਮ ਇੰਨਾ ਉਹਨਾਂ ਦਾ ਇੰਪਰੂਵ ਹੈ, ਇੰਨਾ ਹੈ ਕਿ ਤੁਸੀਂ ਮੰਨਦੇ ਹੋ ਨਾ ਵੀ ਸਿਸਟਮ ਇੰਪਰੂਵ ਹੈ ਤਾਂ ਬੰਦਾ ਸਹੀ ਹੈ? ਬਿਲਕੁਲ ਮੰਨਦੇ ਹੋ ਨਾ? ਯਾਨੀ ਕਿ ਜਿਹੜਾ ਬੰਦਾ ਇੱਥੇ ਇਹਨਾਂ ਨੇ ਪੁਆਇੰਟ ਅਣਜਾਣੇ 'ਚ ਮੇਰੇ ਉਲਟ ਲੌਜਿਕ ਦਿੰਦੇ, ਮੇਰੇ ਹੱਕ 'ਚ ਇੱਕ ਲੌਜਿਕ ਆ ਗਿਆ ਜਿਹੜੀ ਮੈਨੂੰ ਸੁੱਝ ਨਹੀਂ ਰਹੀ ਸੀ। ਐਗਜ਼ਾਮਪਲ ਇਹਨਾਂ ਦੇ ਮੈਨੂੰ ਐਂ ਦੱਸ ਦਿਓ ਵੀ ਜਿਹੜਾ ਬੰਦਾ ਗਲਤ ਹੋਇਆ ਕਿ ਸਿਸਟਮ ਗਲਤ ਹੋਇਆ? ਦੋਸ਼ੀ ਕੌਣ ਹੋਇਆ ਵੱਡਾ? ਮੈਂ ਦੋਸ਼ੀ ਆਪਣੇ ਪੋਲੀਟੀਕਲ ਸਿਸਟਮ ਨੂੰ ਮੰਨਦਾ ਜੀ, ਪਰਸਨਲੀ ਆਈ 100। ਫਿਰ ਮੈਂ ਤੁਹਾਨੂੰ ਇਸ ਸਰ ਤੁਸੀਂ ਬਰਾਬਰ ਕਹਿ ਰਹੇ ਸੀ ਗੁਪਤਾ ਜੀ, ਤੁਸੀਂ ਥੋੜੀ ਦੇਰ ਪਹਿਲਾਂ ਹੀ ਕਹਿ ਰਹੇ ਸੀ ਵੀ ਸਭ ਨੂੰ ਬਰਾਬਰ ਹੀ, ਉਹਨਾਂ ਨੂੰ ਵੀ ਬਰਾਬਰ ਹੀ ਸਹੀ ਹੋਣਾ ਪਊ, ਇਹਨਾਂ ਨੂੰ ਵੀ ਬਰਾਬਰ ਹੀ ਸਹੀ ਹੋਣਾ ਪਊਗਾ। ਸੀ ਕਿ ਸਾਡੀ ਪ੍ਰਜਾ ਤੇ ਰਾਜਾ ਬਰਾਬਰ ਇਕੁਅਲੀ ਰਿਸਪੌਂਸਿਬਲ। ਹਾਂ ਦੇਖੋ, no that is where I start to disagree with you. We are selecting them and we are again if we held them responsible and raise our voices, ਤੇ ਉਹ ਕਿਵੇਂ ਹੋਊਗਾ ਸਿਸਟਮ? ਵੀ ਕੈਨ ਸੈਟ no I am agreeing that we have power to change them, but we mean ਆਪਾਂ ਉਹਨਾਂ ਚੋਂ ਇਲੈਕਟ ਕਰਨੇ ਆ। ਆਪਾਂ ਨੂੰ ਸਾਰੀ ਪਬਲਿਕ ਦੇ ਵਿੱਚੋਂ ਤਾਂ ਨਹੀਂ ਸਿਲੈਕਟ ਕਰ ਸਕਦੇ, ਆਪਾਂ ਜਿਹੜੇ ਉੱਥੇ ਹੈਗੇ ਉਹਨਾਂ ਚੋਂ ਇਲੈਕਟ ਕਰਨੇ ਆ, ਨਾ ਕਿ ਸਿਲੈਕਟ ਕਰਨੇ ਆ। ਤੁਸੀਂ ਸਰ ਦੇਖੋ ਇਹ ਸਿਸਟਮ ਇੰਨਾ ਕੁ ਜ਼ਿਆਦਾ ਕਰਪਟ ਹੋ ਚੁੱਕਿਆ ਹੈ ਵੀ ਇਹਦੇ ਚੋਂ ਆਪਾਂ ਨੂੰ ਘੱਟ ਬਦਮਾਸ਼ ਚੂਜ਼ ਕਰਨਾ ਹੈ। ਬਦਮਾਸ਼ ਸਾਰੇ ਹੈ ਲੇਕਿਨ ਘੱਟ ਛੋਟਾ ਬਦਮਾਸ਼ ਚੂਜ਼ ਕਰਨਾ ਹੈ। ਮੈਂ ਤੁਹਾਨੂੰ ਇਸ ਗੱਲ ਤੇ ਆ ਰਿਹਾ ਸਰ ਵੀ ਪਬਲਿਕ ਸਿਰਫ ਇੰਨੀ ਕੁ ਦੋਸ਼ੀ ਹੈ ਵੀ ਜਿਹੜੇ 2% ਵੀ ਵੋਟ ਗਲਤ ਪਾਉਂਦੇ, ਬਾਕੀ ਸਾਰੀ ਪਬਲਿਕ ਨੂੰ ਮੈਂ ਸਹੀ ਕਹਿ ਰਿਹਾ। ਮੈਂ ਤੁਹਾਨੂੰ ਇਸ ਗੱਲ ਦਾ ਜਵਾਬ ਪੁੱਛ ਰਿਹਾ, ਕੋਈ ਵੀ ਮੈਨੂੰ ਰਾਜਨ ਜੀ, ਕੋਈ ਵੀ ਬੁੱਧੀਜੀਵੀ ਜਵਾਬ ਦੇ ਦੇ। ਇਹ ਖਰਾਬ ਹੈ, ਇਹਨੂੰ ਖਰਾਬ ਕਰਨ 'ਚ ਹੱਥ ਆਪਣਾ ਸਾਰਿਆਂ ਦਾ, ਜਿੰਨੇ ਆਪਾਂ ਬੈਠੇ ਤੇ ਜਿੰਨੇ ਮਗਰ ਬੈਠੇ। ਮੈਂ ਪੋਲੀਟੀਕਲ ਜ਼ਿੰਦਗੀ 'ਚ ਮੈਨੂੰ ਇਕੱਲੇ ਪਿਓ
ਭੋਗ ਵਿਆਹ ਤੇ ਮੱਥੇ ਟੇਕਣ ਵੀ ਸਾਹ ਲੰਘਣ ਦੇ ਮੈਂ ਉਹਦਾ ਕਾਰੋਬਾਰ ਹੀ ਨਹੀਂ ਕਰ ਸਕਦਾ। ਸਹੀ ਹੈ। ਮੈਂ ਰਾਜਨੀਤੀ ਕਰਦਾ ਮੈਨੂੰ ਕਿਸੇ ਦਾ ਫੋਨ ਆ ਜਾਂਦਾ ਜੀ ਆਪਣਾ ਵਰਕਰ ਹੈ ਜੀ ਇਹਨਾਂ ਦੀ ਗਲੀ ਚ ਆਏ ਹੋ ਗਿਆ ਜੀ ਇਹਨਾਂ ਦੀ ਭੂਆ ਜੀ ਹੋ ਗਈ ਜੀ ਇਹਨਾਂ ਦੀ 90 ਸਾਲ ਦੀ ਦਾਦੀ ਗੁਜ਼ਰ ਗਈ ਜੀ ਕਿਸੇ ਦੇ ਦੀਵਾਨ ਹੁੰਦਾ ਕਿਸੇ ਦੇ ਜਗਰਾਤਾ ਹੁੰਦਾ। ਰਾਜਨੀਤਿਕ ਬੰਦਾ ਸਾਰਾ ਦਿਨ ਮੱਥੇ ਟੇਕਣ ਚ ਤੇਲ ਫੁੱਕਣ ਚ ਤੇ ਬਿਨਾਂ ਕੋਈ ਕੰਮ ਕਰਨ ਚ ਆਪਦੀ ਜ਼ਿੰਦਗੀ ਟਪਾ ਦਿੰਦਾ। ਫਿਰ ਉਹ ਕਰੇ ਕੀ? ਦੂਜੀ ਗੱਲ ਰਾਜਨੀਤਿਕ ਬੰਦੇ ਕੋਲ ਜਦੋਂ ਕੋਈ ਤੁਸੀਂ ਕਾਰੋਬਾਰ ਹੀ ਨਹੀਂ ਛੱਡਦੇ ਕੋਈ ਵੀ ਬੰਦਾ ਮੈਂ ਕੋਈ ਇਹ ਨਹੀਂ ਕਹਿੰਦਾ ਮੈਂ ਜਾਂ ਕੋਈ ਸਹੀ ਹੈ ਜੀ। ਬਿਲਕੁਲ ਤੁਸੀਂ ਹਰ ਬੰਦਾ ਕੋਈ ਦੁਕਾਨਦਾਰ ਕੋਈ ਮਕਾਨ ਵਾਲਾ ਕੋਈ ਟੀਚਰ ਕੋਈ ਪ੍ਰੋਫੈਸਰ ਕੋਈ ਇਹ ਸਿਸਟਮ ਹੀ ਨਹੀਂ ਚੱਲਦਾ। ਦੂਜੀ ਗੱਲ ਮੈਂ ਬਹੁਤ ਇਲੈਕਸ਼ਨਾਂ ਪਾਰਟੀਆਂ ਦੇ ਵਿੱਚ ਲੜਾਈਆਂ ਇੰਦੀ ਮੈਂ ਕੰਮ ਸਹੀ ਹੈ, ਕਰਦਾ ਕਾਰਜਕਰਤਾ ਦੇ ਤੌਰ। ਸਭ ਤੋਂ ਵੱਧ ਗਰੀਬ ਬੰਦੇ ਨੂੰ ਲੋਕ ਦੋਸ਼ ਦਿੰਦੇ ਆ ਵੀ ਗਰੀਬ ਵੋਟ ਵੇਚ ਦਿੰਦਾ ਹੈ। ਜਿਵੇਂ ਵੀਰ ਜੀ ਨੇ ਵੀ ਕਿਹਾ ਵੀ 2% ਬੰਦੇ 98% ਦਾ ਫੈਸਲਾ ਕਰ ਨਹੀਂ ਇਹ ਗੱਲ ਨਹੀਂ। ਆਪਾਂ ਹਰ ਰਾਤ ਵਿਕਦੇ ਆਂ ਹਰ ਰਾਤ ਕਿਸੇ ਦੇ ਘਰੇ ਡਿਨਰ ਹੁੰਦਾ ਹੈ ਕਿਸੇ ਦੇ ਘਰੇ ਇਲੈਕਸ਼ਨ ਦੇ 1.5 ਮਹੀਨਾ ਪ੍ਰੋਗਰਾਮ ਹੁੰਦਾ ਹੈ ਉਹ ਤੁਹਾਨੂੰ ਮੈਨੂੰ ਸੱਦਦਾ ਹੈ ਆਪਾਂ ਪਲੇਟ ਉਹ ਰਾਤ ਨੂੰ 1000-1200 ਦੀ ਅਗਲੇ ਨੂੰ ਪੈਂਦੀ ਹੈ ਉਹ ਵੀ ਰਾਜਨੀਤਿਕ ਮਜਬੂਰੀ ਹੁੰਦੀ ਹੈ ਬੁਲਾਉਣੀ ਤੇ ਆਪਾਂ ਜਾ ਵੜਦੇ ਆ ਜਾ ਕੇ ਪਾ ਕੇ ਕੁੜਤਾ ਪਜਾਮਾ ਪਿੰਡ ਵਿੱਚ ਮੂਰੇ ਉਹ ਵੀ ਆਪਾਂ ਵਿਕੇ ਹੀ ਆ। ਸਹੀ ਹੈ। ਆਪਾਂ ਦਾਰੂ ਪੀ ਜਾਂਦੇ ਆ ਫਿਰ ਆਪਾਂ ਰੋਟੀਆਂ ਖਾਂਦੇ ਆ ਫਿਰ ਚਵੜ ਕਰਕੇ ਹਾਂਜੀ ਉਹ ਵੀ ਆਪਾਂ ਵਿਕੇ ਆ। ਬਿਲਕੁਲ ਆ ਸਹੀ ਪਾਰਟ ਰੋਜ਼ ਰਾਤ ਨੂੰ 1000-1200 ਚ ਵਿਕਦੇ ਆ। ਗਰੀਬ ਬੰਦਾ ਨੂੰ ਜਿਹਨੂੰ ਆਪਾਂ ਕਹਿੰਦੇ ਆ ਵੀ ਉਹ ਵੋਟ ਵੇਚਦਾ ਉਹ ਤਾਂ ਆਪਦੀ ਮਜਬੂਰੀ ਬਸ ਆਪਾਂ ਨੂੰ ਦੇਖ ਕੇ ਹੀ ਵੇਚ ਲੈਂਦਾ ਉਹ ਸ਼ਾਇਦ ਹਾਂ ਉਹ ਦਿਸਦਾ ਨਹੀਂ ਆਪਾਂ ਰੋਜ਼ ਹੀ ਵਿਕਦੇ ਆ। ਤੀਜੀ ਗੱਲ ਆਪਾਂ ਫਿਰ ਜਿੰਨੇ ਇੱਥੇ ਬੈਠੇ ਆ ਸ਼ੁਰੂ ਚ ਵੀ ਗੱਲ ਕੀਤੀ ਸੀ ਨੁਕਤਾ ਚੀਨੀ ਦੀ ਆਦਤ ਬਣ ਗਈ। ਗੱਲ ਇਹ ਕਿ ਆਪਾਂ ਕੀ ਕੀਤਾ ਹੈ ਗੱਲ ਇਹ ਕਿ ਆਪਾਂ ਸਮਾਜ ਨੂੰ ਕੀ ਦੇ ਰਹੇ ਹਾਂ। ਗੱਲ ਆਪਾਂ ਕਿ ਆਪਾਂ ਗੱਲ ਦੀ ਕਟਿੰਗ ਕਰਨ ਚੌਪੀ ਕਰਨ ਦੀ ਬਜਾਏ ਆਪਾਂ ਲਾਗੂ ਕਰਨ ਦੀ ਗੱਲ ਕਰਦੇ ਮੈਂ ਪੋਲੀਟੀਕਲ ਲਾਈਫ ਹੈ ਮੇਰੇ ਕੋਲ ਇਹਨੂੰ ਸਕੂਟਰ ਵਾਲੇ ਕਪੂਰ ਸਾਹਿਬ ਨੂੰ ਚੌਂਕ 'ਚ ਰੋਕ ਲਿਆ ਕਾਰ ਰੋਕ ਲਈ ਇਹਨੇ ਗੱਲ ਨਹੀਂ ਕਰਨੀ ਪੁਲਿਸ ਵਾਲੇ ਨੂੰ ਕਾਗਜ਼ ਨਹੀਂ ਦਿਖਾਉਣੇ ਟੱਚ ਦੇਣੇ ਫੋਨ ਮਿਲਾ ਕੇ ਮੇਰੇ ਕੰਨ ਨੂੰ ਲਾ ਦੇਣਾ ਆਪ ਵਾਲਿਆਂ ਨੂੰ ਲਾ ਦੇਣਾ ਆਪ ਨੂੰ ਬੀਜੇਪੀ ਜੀਤ ਹੈਗਾ ਉਹਨੂੰ ਲਾ ਦੇਣਾ ਉਹ ਕਰੂਗੀ ਬੰਦਾ। ਅਸੀਂ ਤਾਂ ਸ਼ੋਸ਼ਣ ਹੀ ਮੰਨ ਲੈ ਠੀਕ ਹੈ ਜੀ। ਪੋਲੀਟੀਕਲ ਬੰਦੇ ਦੇ ਸਾਰੇ ਕੁਝ ਨਹੀਂ ਹੈ। ਤੁਸੀਂ ਟੀਚਿੰਗ ਡਿਪਾਰਟਮੈਂਟ ਦੇਖ ਲਓ ਕਿਤੇ ਨੌਕਰੀ ਤੇ ਲਾ ਦਿਓ ਜੇ 10 ਕਿਲੋਮੀਟਰ ਤੇ ਬੈਠਾ ਉਹ ਸਰਕਾਰੀ ਦੀ ਕੋਸ਼ਿਸ਼ ਕਰਦਾ 7 ਤੇ ਬੈਠਾ ਕਹਿੰਦਾ ਮੇਰੀ ਸ਼ਹਿਰ ਤੇ ਆ ਜੇ ਤੇ ਸ਼ਹਿਰ ਜਾ ਕੇ ਕਹਿੰਦਾ ਮੇਰੇ ਮੁਹੱਲੇ ਦੇ ਨੇੜੇ ਸਕੂਲ ਉੱਥੇ ਆ ਜੇ। ਰਾਜਨੀਤਿਕ ਬੰਦਾ ਕਰੇਗੀ ਤਾਂ ਇਹਨਾਂ ਨੂੰ ਜਾਉਂਦਾ ਹੀ ਮਰ ਜਾਂਦਾ। ਪਹਿਲਾਂ ਉਹ ਘਰੇ ਉਹਨਾਂ ਦੀ ਅਰਜੀ ਫੜਦਾ ਫਿਰ ਉਹਨਾਂ ਦੇ ਪਾਣੀ ਲਿਆਉਂਦਾ ਫਿਰ ਚਾਹ ਲਿਆਉਂਦਾ। ਸਾਰੇ ਇਹਨਾਂ ਨੇ 2 ਪੁਆਇੰਟ ਬਹੁਤ ਵਧੀਆ ਕਹੇ ਆ। 2 ਪੁਆਇੰਟ ਮੈਂ ਨਾਲ ਫੁੱਲੀ ਐਗਰੀ ਹਾਂ ਵੀ ਆਪਾਂ ਵਿਕਦੇ ਸਾਰੇ ਹੀ ਆ। ਤੁਸੀਂ ਇਹਨਾਂ ਨੂੰ ਮਾਈਕ ਦਿੱਤਾ ਸੀ ਵੀ ਚੰਡੀਗੜ੍ਹ ਜਾ ਕੇ ਬੰਦਾ ਕਿਵੇਂ ਹਾਂ ਉਹ ਗੱਲ ਆਦਾ ਨਾ ਉਹ ਚੰਡੀਗੜ੍ਹ ਜਾ ਕੇ ਕਿਉਂ ਹੋ ਜਾਂਦਾ ਹੈ ਉੱਥੇ ਕੋਈ ਟੈਲੀਫੋਨ ਸੁਣਨ ਵਾਲਾ ਹੈ ਨਹੀਂਗਾ। ਨਹੀਂ ਸਰ ਫਿਰ ਗੱਲ ਤਾਂ ਉਹੀ ਸਿਸਟਮ ਸਹੀ ਹੋ ਗਿਆ ਨਾ। ਸਿਸਟਮ ਸਹੀ ਨਹੀਂ ਹੋਇਆ ਜੀ ਸਿਸਟਮ ਗਲਤ ਆਪਾਂ ਕਰਦੇ ਆ ਜਦੋਂ ਫੜਦੀ ਹੈ ਨਹੀਂ ਸਰ ਜਦੋਂ ਕੋਈ ਗੱਲ ਰੁਕਦੀ ਹੈ ਮੈਂ ਆਪਦੀ ਪਾਰਟੀਆਂ ਦੇ ਉਲਟ ਰਾਜਨੀਤਿਕ ਸਿਸਟਮ ਦੇ ਉਲਟ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਰੌਲਾ ਕਿੱਥੇ ਹੈ ਜਦੋਂ ਕਨਸਟੀਟਿਊਸ਼ਨ ਬਣ ਗਿਆ ਉਹ ਕਨਸਟੀਟਿਊਸ਼ਨ ਰਾਈਟਸ ਤੇ ਡਿਊਟੀਆਂ ਬਣ ਗਈਆਂ। ਰਾਈਟ ਤਾਂ ਹਰੇਕ ਦਾ ਡਿਊਟੀ ਕਿਸੇ ਦੀ ਨਹੀਂ। ਚੰਡੀਗੜ੍ਹ ਤੋਂ ਹੀ ਕੇਲੇ ਦਾ ਛਿਲਕਾ ਲਫਾਫਾ ਬਾਰੀ ਖੋਲ ਕੇ ਸਿੱਟ ਕੇ ਦਿਖਾਓ ਪਾਣੀ ਡੋਲ ਕੇ ਦਿਖਾਓ ਇੱਥੇ ਤੁਰੇ ਜਾਂਦੇ ਮਾਰ ਟੱਕ ਮਾਰਿਆ ਚੱਕ ਕੇ ਦੇ ਸਾਰਾ ਉਹਦੇ
ਤੁਸੀਂ ਡਿਵੈਲਪਮੈਂਟ ਦੇਖੋ ਏਦਾਂ ਦਾ ਦੇਸ਼ 'ਚ ਕਿੰਨੀ ਡਿਵੈਲਪਮੈਂਟ ਹੋਈ ਦੂਜਾ ਹੈ ਹਿੱਸਾ। ਸਰਕਾਰ ਕੋਈ ਹੋਈ। ਮੈਂ ਐਜੂਕੇਸ਼ਨ ਸੈਕਟਰ ਨਾਲ ਜੁੜਿਆ ਹੋਇਆ CBSE ਸਿੱਖਿਆ ਬੋਰਡ ਨਾਲ, ਮੈਨੂੰ ਉਹਦੇ ਬਾਰੇ ਕਾਫੀ ਜਾਣਕਾਰੀ ਆ, ਆਪ ਲੋਕਾਂ ਨੂੰ ਵੀ ਹੋਊਗੀ। ਤੁਸੀਂ ਰੋਡਸ ਨੂੰ ਦੇਖ ਲਓ, ਜਿਹੜੀਆਂ ਸੜਕਾਂ ਤੇ 4-4 5-5 6-6 ਘੰਟੇ ਆਪਾਂ ਜਾਂਦੇ ਲੱਗ ਜਾਂਦੇ ਸੀ ਜਾਂ ਹੋਰ ਹੁੰਦਾ ਸੀ। ਤੁਸੀਂ ਟੈਕਨੋਲੋਜੀ ਨੂੰ ਦੇਖ ਲਓ। ਜੇਕਰ ਕੋਈ ਵਿਕਾਸ ਹੁੰਦਾ ਹੈ, ਕੰਮ ਕਰਦਿਆਂ ਤੋਂ ਗਲਤੀ ਕਿਤੇ ਨਾ ਕਿਤੇ ਨਹੀਂ ਹੁੰਦੀ ਸਰ, ਹੈ, ਉਹ ਪਰ ਕੋਈ ਗੱਲ ਨਹੀਂ। ਰੈਟੀਫਾਈ ਬਹੁਤ ਵੱਡੇ ਪੱਧਰ ਨਹੀਂ। ਤੇ ਹੋਈ ਜਾਂਦੀ ਹੈ। ਦੇਸ਼ ਦਾ ਨੌਜਵਾਨ, ਜਿਵੇਂ ਤੁਸੀਂ ਲੋਕ ਤੇ ਆਪਾਂ ਲੋਕ ਬੈਠੇ ਆ, ਦੇਸ਼ ਦਾ ਨੌਜਵਾਨ ਜਿਹੜੀ ਪਿੱਛੇ ਜਨਰੇਸ਼ਨ ਤਿਆਰ ਹੋਈ ਜਾਂਦੀ ਹੈ। ਕੱਢਣਾ ਚਾਹੁੰਦਾ ਤਾਂ ਕਿ ਜੇ ਆਪਾਂ ਦੋਸ਼ ਕੱਢਾਂਗੇ ਵੀ ਮੰਨ ਲਓ ਇੱਕ ਸਰ ਮੈਂ ਐਗਜ਼ਾਮਪਲ ਦਿੰਦਾ, ਬਹੁਤ ਵਾਰੀ ਨਾ ਬੱਚੇ ਆਪਣੇ ਘਰੇ ਆਪਾਂ ਰਾਤ ਨੂੰ ਆਉਂਦੇ ਆ ਥੱਕੇ ਹੁੰਦੇ ਆ ਤੇ ਆਪਾਂ ਬੱਚੇ ਆਪਣੇ ਦੋਨੋਂ ਲੜਦੇ ਆ, ਕਦੇ ਪਾਪਾ ਇਹਨੇ ਮਾਰਿਆ, ਪਾਪਾ ਦੋਨੇ ਜਾਨੇ ਲੜੀ ਜਾਂਦੇ ਹੁੰਦੇ ਆ, ਆਪਾਂ ਥੱਕੇ ਪਏ ਆ, ਆਪਾਂ ਬਾਹਰੋਂ ਸਾਲੇ ਦੋਨੋਂ ਦੇਖੀ ਕਿਸੇ ਪੈ ਉੱਥੇ ਜਾ ਕੇ ਆਪਾਂ ਮਿਹਨਤ ਨਹੀਂ ਕਰਨਾ ਚਾਹੁੰਦੇ ਵੀ ਉਹ ਗਲਤੀ ਕੱਢ ਲਈਏ ਉੱਥੇ, ਉਸ ਟਾਈਮ ਆਪਾਂ ਥੱਕੇ। ਅਸਲੀਅਤ 'ਚ ਆਪਾਂ ਨੂੰ ਉੱਥੇ ਗਲਤੀ ਕੱਢਣੀ ਚਾਹੀਦੀ ਹੈ ਵੀ ਹਾਂ ਬੇਟਾ ਭਾਵੇਂ 10 ਮਿੰਟ ਰੁਕ ਕੇ ਵੀ ਉਹਨਾਂ ਨੇ, ਕਿਉਂਕਿ ਜਿਹੜਾ ਬੱਚਾ ਸਹੀ ਸੀ ਉਹਨੂੰ ਲੱਗਦਾ ਵੀ ਪਾਪਾ ਨੇ ਥੱਪੜ ਤਾਂ ਦੋਨਾਂ ਦੇ ਹੀ ਮਾਰਨੇ ਆ ਵੀ ਛੱਡੋ ਪਰਾਂ ਯਾਰ, ਉਹ ਮਤਲਬ ਕਿ ਉਹਨੂੰ ਰਿਵਾਰਡ ਨਹੀਂ ਮਿਲਦਾ। ਤੇ ਮੈਂ ਤੁਹਾਨੂੰ ਦੋਸ਼ ਇਸ ਕਰਕੇ ਦੋਸ਼ ਕੱਢਣਾ ਬਹੁਤ ਜ਼ਰੂਰੀ ਹੈ। ਮੈਂ ਸਿਰਫ ਇਹ ਪੁੱਛਣਾ ਚਾਹੁੰਦਾ ਸਰ ਵੀ ਬੰਦਾ ਜਿਹੜਾ ਆਮ ਬੰਦਾ ਹੈ ਉਹ ਵੋਟਿੰਗ ਪਾਉਣ ਤੋਂ, ਸਹੀ ਵੋਟ ਪਾਉਣ ਤੋਂ ਇਲਾਵਾ ਉਹਦਾ ਕਿੰਨਾ ਕੁ ਦੋਸ਼ ਹੈ? ਦੇਖੋ ਜਿਸ ਤਰ੍ਹਾਂ ਸਾਡਾ ਪੋਲੀਟੀਕਲੀ ਸਿਸਟਮ ਚੱਲ ਰਿਹਾ ਹੈ ਜੀ, ਉਹਨੂੰ ਚੇਂਜ ਕਰਨ ਦੀ ਸਾਡੇ ਸਾਰਿਆਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਜਿਸ ਤਰ੍ਹਾਂ ਆਪਾਂ ਹੁਣ ਕਾਫੀ ਸਾਰੇ ਦੋਸਤਾਂ ਨੇ, ਜਿਵੇਂ ਇਹਨਾਂ ਇਧਰੋਂ ਵੀ ਆਵਾਜ਼ ਆਈ ਸੀ, ਉਧਰ ਚੰਡੀਗੜ੍ਹ ਬਾਰੇ ਬੋਲਿਆ ਤੇ ਇਹਨਾਂ ਨੇ ਕੈਨੇਡਾ ਕਹਿਤਾ, ਗੱਲ ਇੱਕੋ ਹੀ ਸੀ। ਹਾਂ ਗੱਲ ਇੱਕੋ ਹੀ ਹੈ। ਪਰ ਚੰਡੀਗੜ੍ਹ ਦਾ ਤੇ ਕੈਨੇਡਾ ਦਾ ਜੇ ਪੰਜਾਬ ਦੀ ਆਪਾਂ ਗੱਲ ਕਰੀਏ ਤਾਂ ਬਿਲਕੁਲ ਡਿਫਰੈਂਟ ਹੈ। ਉੱਥੇ ਜਿਹੜਾ ਗਵਰਨਰ ਬੈਠਾ ਨਾ ਜੀ, ਉਹਨੂੰ ਕਿਥੇ ਚੂਜ਼ ਕਰਕੇ ਨਹੀਂ, ਮਤਲਬ ਆਪਾਂ ਜਿਸ ਤਰ੍ਹਾਂ ਗੱਲ ਕਰ ਲਈਏ ਵੀ ਕੋਈ ਇਲੈਕਟ ਹੋ ਕੇ ਨਹੀਂ ਆਇਆ ਜਾਂ ਵੋਟਿੰਗ ਨਾਲ ਨਹੀਂ ਆਇਆ, ਉਹਨੂੰ ਪਤਾ ਹੈ ਵੀ ਮੇਰੀ ਤਾਂ 5 ਸਾਲ ਹਾਜ਼ਰੀ ਹੈ, 5 ਸਾਲ ਹਾਜ਼ਰੀ ਲਾ ਕੇ ਤਾਂ ਮੈਂ ਇੱਥੋਂ ਚਲੇ ਜਾਣਾ ਹੈ। ਤੇ ਇੰਨੇ ਸਟ੍ਰਿਕਟ ਰੂਲ ਬਣਾਏ ਹੋਏ ਆ, ਉੱਥੇ ਇੱਕ ਸਿਸਟਮ ਚੱਲਿਆ ਹੋਇਆ ਵੀ ਇੱਥੇ ਤਾਂ ਗਲਤ ਨਹੀਂ ਹੋ ਸਕਦਾ ਯਾਰ। ਔਰ ਇਹ ਸੋਚ ਆਫੀਸਰ ਉੱਪਰੋਂ ਕਹਿੰਦੇ ਨਾ ਹਾਈ ਅਥਾਰਟੀ ਤੋਂ, ਗਵਰਨਰ ਲੈਵਲ ਤੋਂ ਨੀਚੇ ਤੱਕ ਆ ਰਹੀ ਹੈ। ਔਰ ਉੱਥੇ ਕੀ ਹੈ ਰਾਜਨ ਜੀ ਵਾਲੀ ਗੱਲ ਵੀ ਉੱਥੇ ਕਿਸੇ ਦਾ ਕਪੂਰ ਦਾ ਫੋਨ ਕਿਸੇ ਸੁਣਨ ਵਾਲਾ ਕੋਈ ਬੰਦਾ ਹੈ ਨਹੀਂ। ਔਰ ਜਿੱਦਣ ਇਹ ਪੰਜਾਬ ਦੇ ਵਿੱਚ ਹੋ ਗਿਆ, ਦੂਸਰੀ ਗੱਲ ਇਹ ਹੋਊਗਾ ਉਦੋਂ ਜਦੋਂ ਸਾਡੇ ਜਿੰਨੇ ਵੀ ਅਸੀਂ ਪਬਲਿਕ ਮੈਨ ਬੈਠੇ ਆ, ਸਾਡੀ ਵੋਟ ਦਾ ਹੱਕ ਸਾਡੇ ਸਾਰਿਆਂ ਨੂੰ ਪਤਾ ਹੈ ਵੀ ਸਾਡਾ ਕਿੰਨਾ ਕਿ ਸਾਡੇ ਜਾਨ ਹੋਣੀ ਚਾਹੀਦੀ ਹੈ। ਔਰ ਸਾਨੂੰ ਅੱਜ ਤੋਂ ਬਾਅਦ ਇਸ ਚੀਜ਼ ਤੇ ਜ਼ੋਰ ਲਾਉਣਾ ਚਾਹੀਦਾ ਹੈ ਕਿ ਜਿੰਨੇ ਵੀ ਇਹਨਾਂ ਦੇ ਮੈਨੀਫੈਸਟੋ ਆਉਂਦੇ ਆ, ਇਹਨਾਂ ਦਾ ਜਿਹੜਾ ਜਿਸ ਤਰ੍ਹਾਂ ਐਤਕੀ ਵੀ ਕਾਫੀ ਮੇਰੇ ਵੱਲੋਂ ਵੀ ਕਾਫੀ ਪ੍ਰੈਸਾਂ ਦੇ ਮੀਡੀਆ ਤੇ ਕਿਹਾ ਗਿਆ ਸੀਗਾ ਵੀ ਘੱਟੋ ਘੱਟ ਇੰਨੀ ਕੁ ਜ਼ਿਆਦਾ ਇਹਦੇ ਤੇ ਹੋਣੀ ਚਾਹੀਦੀ ਹੈ ਵੀ ਕੋਈ ਵੀ ਪਾਰਟੀ ਦਾ ਬੰਦਾ ਕੋਈ ਵੀ ਹੈਗਾ ਜਿਹੜਾ ਉਹ 20% 5% 10% ਨਹੀਂ ਉਹਦੇ ਤੇ ਕੰਮ ਕਰ ਰਿਹਾ, ਤਾਂ ਉਹਦੀ ਜਿਹੜੀ ਹੈ MLA-ਸ਼ਿਪ ਜਾਂ ਜੋ ਵੀ ਹੈਗੀ ਹੈ ਵਿਧਾਨ ਸਭਾ ਦੇ ਵਿੱਚੋਂ ਚਾਹੇ ਉਹਦੇ 'ਚ ਹੈਗਾ, ਉਹਦਾ ਰਿਜੈਕਟ ਹੋਣਾ ਚਾਹੀਦਾ। ਕੋਈ ਨਾ ਕੋਈ ਸਰਕਾਰੀ ਇਹਦੇ ਤੇ ਉੱਪਰ ਬੈਨ ਹੋਣਾ ਚਾਹੀਦਾ। ਇਸ ਚੀਜ਼ ਦਾ ਜ਼ਰੂਰਤ ਹੈਗੀ ਹੈ ਅੱਜ ਦੇ ਟਾਈਮ ਦੇ ਵਿੱਚ। ਕਾਰਨ ਕੀ ਹੈ, ਉਹ ਯਾਰ ਏਡੇ ਏਡੇ ਵੱਡੇ ਗੱਪ ਮਾਰ ਕੇ ਮੈਂ ਤੈਨੂੰ ਜਹਾਜ਼ ਦਵਾ ਦੂੰਗਾ, ਮੈਂ ਤੈਨੂੰ ਉਹਦੇ ਝੂਠਾ ਦਵਾ। ਅਸੀਂ ਤਾਂ ਦੇਖਦੇ ਹਾਂ ਵੀ 100 ਯੂਨਿਟ ਤੋਂ ਸ਼ੁਰੂ ਹੋਇਆ 500 ਯੂਨਿਟ ਤੱਕ ਚਲਾ ਗਿਆ ਕੰਮ। ਉਹ ਮੁਫਤ ਤੇ ਜਾਂਦੇ ਆ ਤੇ 1000 ਰੁਪਿਆ 2-2000 ਰੁਪਿਆ ਲੋਕਾਂ ਨੂੰ ਵੰਡਣ ਲੱਗ ਗਏ। ਸ਼ਰੇਆਮ ਸਰਕਾਰ ਦੇ ਵਿੱਚ ਬੈਠ ਕੇ ਅਸੀਂ ਵੇਚੀ ਜਾਂਦੇ ਆਪਦੀਆਂ ਵੋਟਾਂ। ਘਰਾਂ 'ਚ ਤਾਂ ਜਿਹੜੀਆਂ ਰਾਤ ਨੂੰ ਤਾਂ ਵਿਕਦੀਆਂ, ਅੱਡ ਵਿਕਦੀਆਂ, ਬੋਲੀਆਂ ਹੋਈ ਜਾਂਦੀਆਂ, ਅਸੀਂ ਆਹ ਚੀਜ਼ ਫਰੀ ਦੇਵਾਂਗੇ, ਅਸੀਂ ਆਹ ਦੇਵਾਂਗੇ। ਇਹ ਦੱਸੋ ਦੋਸ਼ ਕਿਹਦਾ ਹੈ? ਦੋਸਤ ਪਹਿਲਾ ਦੋਸਤ ਹੈ ਜਿਹੜਾ ਉੱਪਰ ਖੜਾ ਹੋਇਆ ਜੀ, ਉਹ ਸਭ ਤੋਂ ਵੱਡਾ ਉਹਦਾ ਹੈ। ਜੇ ਤੁਹਾਡੇ ਘਰੇ ਦਾਣੇ ਹੈ ਨਹੀਂ ਨਾ, ਮੇਰਾ ਪਿੱਛੇ ਬਿਆਨ ਵੀ ਲੱਗਿਆ ਸੀ, ਜੇ ਤੁਹਾਡੇ ਘਰੇ ਰਾਜਨ ਜੀ ਦੀ ਗੱਲ ਨਾਲ ਮੈਂ ਐਗਰੀ ਨਹੀਂ ਕਰਦਾ ਵੀ ਭੋਗਾਂ ਦੇ ਲੱਗੇ ਰਹਿੰਦੇ ਆ, ਮੈਂ ਕਹਿੰਦਾ ਜਿਹਦੇ ਕੋਲੇ ਘਰ ਚਲਾਉਣ ਵਾਸਤੇ ਕੰਮ ਹੈ ਨਹੀਂ, ਇਹ ਤੁਹਾਡੀ ਲੋਕ ਸੇਵਾ ਹੈ, ਇਹ ਤੁਹਾਡਾ ਦੁਕਾਨਦਾਰੀ ਨਹੀਂ ਹੈ। ਤੁਸੀਂ ਘਰੇ ਬੈਠੋ, ਤੁਹਾਨੂੰ ਲੜਨ ਦੀ ਲੋੜ ਹੀ ਨਹੀਂ ਇਲੈਕਸ਼ਨ। ਹਾਂ, ਜਿਹੜਾ ਬੰਦਾ ਹੈ ਉੱਥੇ ਤੁਹਾਡੀ ਕੋਈ ਤਨਖਾਹ ਨਹੀਂ ਹੋਣੀ ਚਾਹੀਦੀ। ਮੋਦੀ ਸਾਹਿਬ ਨੇ ਸ਼ੁਰੂ ਕੀਤੀ ਸੀ ਕੀ ਗੱਲ ਵੀ ਕੋਈ ਤਨਖਾਹ ਨਹੀਂ ਹੋਊਗਾ, ਉਹ ਨਹੀਂ ਹੋਊਗਾ, ਪਰ ਉਸ ਗੱਲ 'ਚ ਆਪ ਹੀ ਫੇਲ ਹੋ ਗਏ। ਤੁਹਾਡੀ ਬਿਨਾਂ ਤਨਖਾਹ ਦੇ ਹੋਣਾ ਚਾਹੀਦਾ। ਦੇਖੋ ਤੁਸੀਂ ਕਿਵੇਂ ਜਿਹੜਾ ਗੁੰਡਾ ਅਨਸਰ ਹੈ ਕਿਵੇਂ ਪਾਸੇ ਹੁੰਦਾ 1 ਮਿੰਟ 'ਚ। ਤੁਹਾਨੂੰ ਲੱਗੇ ਪਤਾ ਵੀ ਕੋਈ ਤਨਖਾਹ ਨਹੀਂ ਹੋਣੀ, ਕੋਈ ਮੈਨੂੰ ਗੱਡੀ ਨਹੀਂ ਮਿਲਣੀ, ਜਾਓ ਜਾ ਕੇ ਆਪਣੀ ਹਾਜ਼ਰੀ ਲਾਓ ਤੇ ਆਪਣਾ ਕੰਮ ਕਰਕੇ ਆਓ। ਮੈਂ ਉੱਥੇ ਇਲੈਕਸ਼ਨ 'ਚ ਤਾਂ ਖੜਾ ਹੋਊਂਗਾ ਜੇ ਮੈਨੂੰ ਪਤਾ ਲੱਗ ਗਿਆ ਵੀ ਮੇਰੇ ਘਰ ਦੇ ਮੇਰੇ ਜਵਾਕ ਬੈਠੇ ਰੋਟੀ ਘਰ ਚਲਾਉਣ ਵਾਸਤੇ। ਜੇ ਨਹੀਂ ਹੈ ਤਾਂ ਮੈਨੂੰ ਕੋਈ ਲੋੜ ਦੇ ਸ਼ੌਂਕ ਨਹੀਂ। ਇੱਕ ਪਾਸੇ ਅਸੀਂ ਕਹਿੰਦੇ ਸਾਡਾ ਸ਼ੌਂਕ ਹੈ, ਦੂਜੇ ਪਾਸੇ ਅਸੀਂ ਕਹਿੰਦੇ ਅਸੀਂ ਸੇਵਾ ਕਰਦੇ ਹਾਂ। ਤਨਖਾਹ ਸਾਨੂੰ ਜਿੰਨੀ ਪਹਿਲੇ ਸੀਗੀ ਉਦੋਂ ਵੱਧ ਚਾਹੀਦੀ ਹੈ। ਔਰ ਰੋਲਾ ਵੱਧ ਕਿਸਮ ਦੀ ਸਾਡੀ ਕੀ ਹੈ, ਜਿਹੜੇ ਬੰਦਿਆਂ ਨੇ ਰੋਲਾ ਪਾਇਆ ਉਹਨਾਂ ਬੰਦਿਆਂ ਨੇ ਤਨਖਾਹਾਂ ਵਧਾਤੀਆਂ। ਕੇਜਰੀਵਾਲ ਜੀ ਸੀਗੇ ਜਿਹੜੇ ਕਹਿੰਦੇ ਸੀ 50,000 ਰੁਪਏ ਤਨਖਾਹ ਜਿਹੜੀ ਹੈ ਬਹੁਤ ਜ਼ਿਆਦਾ ਤਨਖਾਹ ਹੈ, ਤੇ ਉਹਨਾਂ ਦੇ ਪਹਿਲੇ ਮਹੀਨੇ ਹੀ ਉਹਨਾਂ ਨੇ 2 ਲੱਖ ਕਰਤੀ MLA ਦੀ ਆਪਣੇ ਦਿੱਲੀ ਦੇ ਅੰਦਰ। ਇਹ ਚੀਜ਼ਾਂ ਦੇਖ ਕੇ ਸਾਡੇ ਲੋਕਾਂ ਦੇ ਮੂੰਹ ਤੇ ਚਪੇੜਾਂ ਵੱਜਦੀਆਂ। ਸਾਨੂੰ ਲੋਕਾਂ ਨੂੰ ਹੀ ਥੋੜਾ ਸਟ੍ਰਿਕਟ ਹੋਣਾ ਪਊਗਾ। ਚੰਡੀਗੜ੍ਹ ਜਾ ਕੇ ਜਿਵੇਂ ਇਹਨਾਂ ਨੇ ਕਿਹਾ ਬੰਦਾ ਬਾਹਰ ਜਾ ਕੇ ਸਹੀ ਕਿਉਂ ਹੋ ਜਾਂਦਾ, ਦੋਸ਼ੀ ਜਨਤਾ ਕਿੰਨੀ ਹੈ ਤੇ ਇੰਪਲੀਮੈਂਟ ਜਿਹੜੇ ਪ੍ਰਸ਼ਾਸਨ ਇੰਪਲੀਮੈਂਟ ਕਰਦਾ ਉਹ ਕਿੰਨਾ ਦੋਸ਼ੀ ਹੈ? ਇਸ ਗੱਲ ਦਾ ਕੋਈ ਜਵਾਬ ਦੇਣਾ ਚਾਹੂਗਾ ਆਡੀਅנס ਸਰ? ਇੱਕ ਵਾਰੀ ਤਾਂ ਡੇਰ ਆਪਣੇ ਉਹ ਕਹਿੰਦੇ ਨਾ ਗੱਲ ਦੇ ਉੱਤੇ ਛੁਰੀ ਚਲਾ ਕੇ ਆਣਾ ਹੀ ਪਊਗਾ, ਡੇਰ ਕਰਨਾ ਹੀ ਪਊਗਾ। ਉਸ ਤੋਂ ਬਾਅਦ ਦੁਬਾਰਾ ਆਪਣੇ ਆਪ ਵਾਰੀ ਮਿਲ ਜੂਗੀ। ਮਤਲਬ ਜਿੱਦਣ ਤੁਸੀਂ ਇਹ ਕਹਿਤਾ ਵੀ ਮੈਨੂੰ ਮੇਰੀ ਨੌਕਰੀ ਰਵੇ ਚਾਹੇ ਨਾ ਰਵੇ, ਮੈਨੂੰ ਪਤਾ ਲੱਗ ਗਿਆ ਵੀ ਮੈਂ ਜਿਵੇਂ ਪਹਿਲੇ ਕਹਤਾ ਵੀ ਮੈਨੂੰ ਤਨਖਾਹ ਨਹੀਂ ਮਿਲਣੀ, ਮੈਨੂੰ ਗੱਡੀ ਨਹੀਂ ਮਿਲਣੀ, ਠੀਕ ਹੈ, ਉਦੋਂ ਮੇਰੇ ਰੂਲ ਸਹੀ ਚੱਲਣ ਲੱਗ ਜਾਣਗੇ। ਉਦੋਂ ਮੈਨੂੰ ਪਤਾ ਲੱਗ ਜੂਗਾ ਮੇਰਾ ਕੀ ਹੈ। ਮੈਨੂੰ ਤਾਂ ਅਗਲੇ ਵਾਰੀ ਆਪਣੇ ਫਿਰ ਤੋਂ ਜ਼ਿਆਦਾ ਕਰਪਟ ਹੋਊਗਾ ਜੋ ਤਨਖਾਹ ਨਹੀਂ ਮਿਲਣੀ ਉਸ ਪੋਸਟ ਤੇ।
ਸਰ ਤਨਖਾਹ ਨਹੀਂ ਮਿਲਣੀ, ਮੈਂ ਤਾਂ ਸੇਵਾ ਕਰਕੇ ਆ ਰਿਹਾ, ਮੈਂ ਆਪਣੇ ਲੋਕਾਂ ਨੂੰ ਖੁਸ਼ੀ ਪਤਾ ਸਹਿਮਤ ਹੋ? ਜੋਖਨ ਸਾਹਿਬ ਸੋਸ਼ਲ ਸਰਵਿਸ ਬਿਨਾਂ ਪੈਸੇ ਤੋਂ ਸੋਸ਼ਲ ਸਰਵਿਸ ਵੀ ਨਹੀਂ ਹੋ ਸਕਦੀ। ਨਹੀਂ ਹੋ ਸਕਦੀ ਸਰ। ਕਲੱਬ ਚਲਾਉਣਾ ਜੀ, ਉਹਦੇ ਵਿੱਚ ਕੋਈ ਐਮਐਲਏ ਕਲੱਬ ਐਮਪੀ ਹੁਣ ਨਹੀਂ ਦੇਖੋ ਹਾਂ ਜਿਹੜੇ ਸੁਵਿਧਾਵਾਂ ਤਾਂ ਮਿਲਣਗੇ ਨਾ। ਉਹ ਕੁਛ ਨਾ ਕੁਛ ਤਾਂ ਹੋਣਾ ਚਾਹੀਦਾ। ਸਰ ਉਹਦੇ ਚ ਸਾਰਾ ਕੁਝ ਆ ਜਾਂਦਾ ਹੈ। ਹਾਂਜੀ। ਜਦੋਂ ਤੁਸੀਂ ਸੋਸ਼ਲ ਵਰਕ ਕਰਦੇ ਹੋ ਕਿ ਪੈਸੇ ਮੰਗ ਕੇ ਸੋਸ਼ਲ ਵਰਕ ਸ਼ੁਰੂ, ਮੈਂ ਤਾਂ ਵਪਾਰ ਮੰਡਲ ਚਲਾ ਰਿਹਾ ਬਿਨਾ। ਨਹੀਂ ਮੇਰੀ ਗੱਲ ਸੁਣੋ ਸਰ ਉਹ ਇੱਕ ਉੱਥੋਂ ਆਪਦੀ ਵੀ ਫੈਮਿਲੀ, ਉਹਨੇ ਵੀ ਆਪਦੇ ਬੱਚੇ ਪੜ੍ਹਾਉਂਦੇ ਆ ਵਿਆਹ ਸਰ ਉਹਦੇ ਚ ਜੋ ਕੋਈ ਉਹਨੂੰ ਕੋਈ ਇਨਕਮ ਹੀ ਨਹੀਂ ਹੋਊਗੀ ਤਾਂ ਉਹ ਸਮਾਜ ਸੇਵਾ ਕਿਵੇਂ ਕਰ ਲੂਗਾ? ਸਾਰੀ ਇਨਕਮ ਮੈਂ ਉਸ ਇਨਕਮ ਨਾਲ ਤਾਂ ਤੁਸੀਂ ਆਪਾਂ ਘਰ ਥੋੜੀ ਚਲਾਣਾ। ਜਦੋਂ ਮੈਂ ਐਮਐਲਏ ਨਹੀਂ ਸੀ, ਮੇਰਾ ਘਰ ਨਹੀਂ ਚੱਲ ਰਿਹਾ ਸੀਗਾ। ਜਦੋਂ ਤੁਸੀਂ ਉਹ ਤੁਸੀਂ ਕੋਈ ਕੰਮ ਕਰ ਰਹੇ ਹੋਗੇ ਫਿਰ। ਉਹ ਯਾਰ ਮੈਂ ਉਹੀ ਤਾਂ ਕਹਿ ਰਿਹਾ, ਜਦੋਂ ਮੇਰੇ ਘਰੇ ਮੇਰਾ ਸਬਸਟੀਟਿਊਟ ਕੋਈ ਹੈਗਾ, ਮੇਰਾ ਬਿਜ਼ਨਸਮੈਨ ਹੈ ਚਾਹੇ ਕੋਈ ਵੀ ਹੈ, ਜਦੋਂ ਉਹ ਕੰਮ ਕਰ ਰਿਹਾ ਤਾਂ ਕਰਦਾ ਰਹੂਗਾ, ਉਦੋਂ ਬਾਅਦ ਮੈਂ ਆਪਣੇ ਆਪ ਕਰੂੰਗਾ। ਇਹਨਾਂ ਦੇ ਕਹਿਣ ਦਾ ਮੀਨਿੰਗ ਇਹ ਹੈ ਵੀ ਕੰਮ ਉਹ ਕਰੂਗਾ, ਲੀਡਰ ਉਹ ਬਣੂਗਾ ਜਿਹਦਾ ਘਰ ਆਲਰੇਡੀ ਚੱਲ ਰਿਹਾ ਹੈ, ਨਹੀਂ ਤਾਂ ਲੀਡਰ ਬਣ ਨਹੀਂ ਸਕਦਾ ਉਹ। ਸਰ ਆਪਾਂ ਕਹਿੰਦੇ ਇਨਡਾਇਰੈਕਟਲੀ ਮੀਨਿੰਗ ਨਿਕਲ ਰਿਹਾ। ਇਹਨਾਂ ਦਾ ਪੁਆਇੰਟ ਇਹ ਕਹਿ ਰਹੇ ਇਨਡਾਇਰੈਕਟਲੀ ਵੀ ਜਿਹੜਾ ਬੰਦਾ ਲੀਡਰ ਪੀਐਮ ਬਣੂਗਾ ਉਹਨੂੰ ਤਨਖਾਹ ਨਹੀਂ ਮਿਲੂਗੀ, ਉਹਦਾ ਘਰ ਆਲਰੇਡੀ ਚੱਲਦਾ ਤਾਂ ਉਹ ਪੀਐਮ ਬਣੂ, ਨਹੀਂ ਬਣਦਾ ਨਹੀਂ। ਉਹ ਦੇਖੋ ਤਨਖਾਹ ਨਾ ਮਿਲਣੀ ਉਹ ਇੱਕ ਚੀਜ਼ ਅਲੱਗ ਹੈ। ਕਹਿਣ ਦਾ ਮੇਰਾ ਮਕਸਦ ਇਹ ਇਸ ਵੇ ਨਾਲ ਸੀਗਾ ਵੀ ਜਦੋਂ ਅਸੀਂ ਇਹ ਚੀਜ਼ ਕਰਨੀ ਆਪਣੇ ਆਪ ਹੀ ਲੁਭਾਵਣਾ ਹੋ ਜਾਂਦੇ ਆ। ਹੁਣ ਗਵਰਨਰ ਦੀ ਕਿਹੜਾ ਤਨਖਾਹ ਨਹੀਂ ਹੈ, ਹੁਣ ਉੱਥੇ ਕਿਹੜਾ ਕਿਸੇ ਨੂੰ ਫੋਨ ਜਾਂਦਾ, ਉੱਥੇ ਕਿਸੇ ਦਾ ਫੋਨ ਸੁਣਨਾ ਹੀ ਨਹੀਂ ਕਿਸੇ ਨੇ। ਜਿੰਨੀ ਦੇਰ ਤੱਕ ਸਟ੍ਰਿਕਟ ਨਹੀਂ ਹੋਊਗਾ ਸਿਸਟਮ ਨਹੀਂ ਚੱਲੂਗਾ। ਪਾਰਟੀ ਦੇ ਵਰਕਰਸ ਨੇ ਜਦੋਂ ਤੱਕ ਉਹਨਾਂ ਤੇ ਪੂਰਾ ਕੰਟਰੋਲ ਹਾਂ ਸਹੀ ਹੈ, ਉਦੋਂ ਤੱਕ ਇਹ ਕੁਝ ਨਹੀਂ ਹੋ ਸਕਦਾ। ਬਹੁਤ ਸਹੀ ਐਗਜ਼ਾਮਪਲ ਦਿੱਤੀ। ਜਿਸ ਤਰ੍ਹਾਂ ਆਪਣੇ ਰਾਜਨ ਸਰ ਜੀ ਨੇ ਐਗਜ਼ਾਮਪਲ ਦਿੱਤੀ ਸੀ ਕਿ ਆਪਣਾ ਤਹਿਸੀਲ ਦੀ ਜਾਂ ਡੀਪੀਓ ਦੇ ਵਿੱਚ ਕਹਿੰਦੇ ਸੀਗੇ ਕਿ ਕਰਪਸ਼ਨ ਖਤਮ ਨਹੀਂ ਹੋ ਸਕਦਾ। ਉਹ ਦੇਖੋ ਉਹ ਕਰਪਸ਼ਨ ਦਾ ਰੀਜ਼ਨ ਵੀ ਤਾਂ ਆਪਾਂ ਹੀ ਹੈ। ਮੰਨ ਲਓ ਮੈਂ ਆਪਣਾ ਲਾਇਸੈਂਸ ਬਣਾਉਣ ਜਾ ਰਿਹਾ, ਉੱਥੇ 500 ਲੋਕ ਖੜੇ ਆ ਤੇ ਮੈਂ ਕਿਹਾ ਯਾਰ ਬੜੀ ਲੰਬੀ ਲਾਈਨ ਹੈ, ਫਿਰ ਮੈਂ ਕਿ ਕੋਈ ਜੁਗਾੜ ਲਗਾਉਂਗਾ ਅੰਦਰ ਜਾ ਕੇ ਕਿ ਹਾਂਜੀ ਆ 500 ਰੁਪਏ ਲੈ ਲਓ ਯਾਰ ਮੇਰਾ ਨਾ ਕਰਕੇ ਵੀਜ਼ਾ ਕਰੇ ਪਏਗਾ, ਠੀਕ ਹੈ। ਜਦੋਂ ਉਹ ਬੰਦੇ ਤੇ ਕੰਟਰੋਲ ਹੈ ਉਹਦੇ ਸੀਨੀਅਰ ਦਾ, ਉਹਨੇ ਮਨਾ ਕਰਦਾ ਨਹੀਂ ਯਾਰ ਤੈਨੂੰ ਲਾਈਨ 'ਚ ਹੀ ਲੱਗਣਾ ਪਊ, 5 ਬੰਦਿਆਂ ਤੋਂ ਬਾਅਦ ਤੇਰੀ ਵਾਰੀ ਆਊਗੀ, ਠੀਕ ਹੈ। ਉਦੋਂ ਮੈਂ ਆਪਣੇ ਆਪ ਸਿੱਧਾ ਹੋ ਜਾਊਂਗਾ, ਉਦੋਂ ਪ੍ਰਜਾ ਆਪਣੇ ਆਪ ਸਿੱਧੀ ਹੋ ਜੂਗੀ। ਇਹ ਸਿੰਪਲ ਐਗਜ਼ਾਮਪਲ ਹੈ ਕਿ ਜਦੋਂ ਤੱਕ ਪੋਲੀਟੀਕਲ ਪਾਰਟੀ ਦਾ ਕੰਟਰੋਲ ਆਪਣੇ ਸਾਰੀ ਜਿਸ ਤਰ੍ਹਾਂ ਪੁਲਿਸ ਹੈ, ਪੁਲਿਸ ਤੇ ਵੀ ਕੰਟਰੋਲ ਕਿ ਪੁਲਿਸ ਕੁਝ ਨਹੀਂ। ਸਰ ਦੇਖੋ ਹਿਊਮਨ ਇਨਸਟਿੰਕਟ ਹੈ, ਇੱਕ ਮਾਫ ਕਰੋ ਤਾਂ ਉਦੋਂ ਤੁਹਾਡਾ ਲੈਣਾ ਮੈਂ, ਹਿਊਮਨ ਇਨਸਟਿੰਕਟ ਹੈ। ਆਦੀ ਮਾਨੋ ਤੋਂ ਜਦੋਂ ਬੰਦਾ ਬਣਿਆ ਸੀ ਵੀ ਜੇ ਉਹ ਸ਼ੇਰ ਮਾਰ ਕੇ ਲੈ ਕੇ ਆਇਆ ਨਾ, ਤੇ ਜਿਹੜਾ ਬੰਦਾ ਜਿਹਦੇ ਸ਼ੇਰ ਦਾ ਮਾੜਾ ਵੱਧ ਹਿੱਸਾ ਲੈਣ ਨੂੰ ਜਦੋਂ ਮੌਕਾ ਲੱਗਦਾ ਤਾਂ ਲਊਗਾ ਵੀ ਇਹਨਾਂ ਤਿੰਨਾਂ ਨੂੰ ਘੱਟ ਮਿਲ ਜੇ। ਉਸ ਤੇ ਤੁਸੀਂ ਗੋਡ ਦੇ ਜੀਨਸ ਦੇ ਵਿੱਚ ਆਪਣੇ ਹਾਰਡ ਕੋਡਡ ਹੈ, ਇਹਨੂੰ ਚੈਲੰਜ ਨਹੀਂ ਕਰ ਸਕਦੇ ਤੁਸੀਂ ਵੀ ਤੁਸੀਂ ਆਪਾਂ ਆਪਦੇ ਵਿਚਾਰ ਸਹੀ ਕਰੀਏ ਯਾਰ, ਆਪਾਂ 4 ਹਿੱਸੇ ਬਰਾਬਰ ਵੰਡ ਲਈਏ। ਉੱਥੇ ਤੁਹਾਨੂੰ ਕਾਨੂੰਨ ਬਣਾਉਣਾ ਪਊਗਾ ਵੀ ਜਿਹੜਾ ਬੰਦਾ ਵੱਧ ਲਊਗਾ ਡੰਡਾ ਪਊਗਾ। ਜੇ ਤੁਸੀਂ ਆਪਦੇ ਇਨਰ ਕੌਨਸ਼ੀਅਸ ਨਾਲ ਬਰਾਬਰ ਹਿੱਸਾ ਲੈਂਦੇ ਹੋ ਠੀਕ ਹੈ, ਨਹੀਂ ਡੰਡਾ। ਜੇ ਤੁਸੀਂ ਕਹਿੰਦੇ ਨਹੀਂ ਯਾਰ ਇਹਨਾਂ ਨੂੰ ਵੀ ਤਾਂ ਸਹੀ ਲੈਣਾ ਚਾਹੀਦਾ, ਹਿੱਸਾ ਬਰਾਬਰ ਬਣਨਾ ਚਾਹੀਦਾ, ਇਹ ਲਾਲਚ ਕਿਉਂ ਕਰਦੇ ਆ, ਤੁਸੀਂ ਬਿਲਕੁਲ ਗਲਤ ਹੋ। ਉਹੀ ਦੋ ਗੱਲਾਂ ਹੈ, ਜਿਸ ਤਰ੍ਹਾਂ ਗੁਰੂ ਸਾਹਿਬ ਨੇ ਦੱਸਿਆ, ਮੈਂ ਬਿਲਕੁਲ 100% ਸਹਿਮਤ ਹਾਂ ਗੁਰੂ ਸਾਹਿਬ ਦੀ ਗੱਲ ਨਾਲ। ਜੇ ਤੁਹਾਡੇ ਸਿੱਧੀ ਪੰਜਾਬੀ ਚ ਆਪਾਂ ਕਹੀਏ ਜੇ ਖੁਰਕ ਹੈ ਤੁਹਾਡੇ ਸੇਵਾ ਕਰਨ ਦੀ, ਤਾਂ ਸੇਵਾ ਕਰੋ। ਤੁਸੀਂ ਇਹ ਐਕਸਪੈਕਟ ਕਿਉਂ ਕਰਦੇ ਹੋ ਵੀ ਮੈਂ ਸੇਵਾ ਕਰਾਂ ਨਾਲ ਮੈਂ ਕਮਾਈ ਕਰਾਂ? ਫੋਰਨ ਦੇ ਵਿੱਚ ਵੀ ਮੈਂ ਤੁਹਾਨੂੰ ਇੱਕ ਬੰਦਾ ਗੋਲਡ ਡਿੱਗੀ 'ਚ ਲਿਆ ਕੇ ਕਿਸੇ ਪਿਆਸੇ ਨੂੰ ਪਾਣੀ ਪਿਆਣਾ ਚਾਹੁੰਦਾ, ਉੱਥੇ 1000 ਬੰਦੇ ਪਿਆਸੇ ਖੜੇ ਆ, ਉਹਦੇ ਕੋਲ ਇੱਥੇ ਕੋਈ ਵਹੀਕਲ ਨਹੀਂ ਹੈ, ਕੁਝ ਨਹੀਂਗਾ। ਉਹ ਕਹਿੰਦਾ ਵੀ ਚਲ ਮੇਰੀ ਐਫਰਟ ਤਾਂ ਲੱਗ ਜੇ, ਜੇ ਮੈਨੂੰ ਨਾਲ ਪਾਣੀ ਦੀ ਬਾਕਰ ਮਿਲ ਜੇ ਤਾਂ ਵਧੀਆ ਹੈ। ਤੁਸੀਂ ਉਹਨੂੰ ਕਹਿੰਦੇ ਯਾਰ ਜੇ ਸੇਵਾ ਕਰਦੇ ਬਾਕਰ ਦੀ ਤੈਨੂੰ ਕੀ ਲੋੜ ਹੈ, ਤੂੰ ਸਾਧਨ ਕਿਉਂ? ਉਹ ਕਹਿੰਦਾ ਯਾਰ ਮੈਂ ਇੱਕ ਮਿੰਟ ਸਰ, ਉਹ ਕਹਿੰਦਾ ਮੈਂ ਆਪਦੀ ਕਨਸਟੀਟਿਊਂਸੀ ਘੁੰਮ ਕੇ ਲੋਕਾਂ ਨਾਲ ਨਾ ਸਾਰਾ ਉਹਨਾਂ ਦੀ ਸਮੱਸਿਆ ਸੁਣਨਾ ਚਾਹੁੰਦਾ। ਉਹ ਕਹਿੰਦਾ ਤੈਨੂੰ ਕਾਰ ਦੀ ਕੀ ਲੋੜ ਹੈ, ਤੂੰ ਪੈਦਲ ਜਾ, ਤੈਨੂੰ ਸਾਧਨ ਦੀ ਕੀ ਲੋੜ। ਉਹ ਕਹਿੰਦਾ ਯਾਰ ਕਾਰ ਚਲ ਮੈਂ ਲੈ ਲਈ, ਉਹ ਕਹਿੰਦਾ ਮੈਨੂੰ ਪੈਟਰੋਲ ਦੀ ਲੋੜ ਹੈ। ਉਹ ਕਹਿੰਦਾ ਤੈਨੂੰ ਪੈਟਰੋਲ ਦੀ ਕੀ ਲੋੜ ਹੈ, ਤੂੰ ਸਮਾਜ ਸੇਵਾ ਕਰਨਾ। ਉਹਨੂੰ ਕੋਈ ਆਪਾਂ ਆਫਿਸ ਏਸੀ ਆਫਿਸ ਕਾਰ ਸਕੂਟਰ ਬੰਦੇ ਪੀਣ ਨਾ ਦੇਵਾਂਗੇ, ਉਹ ਕੀ ਸੇਵਾ ਕਰੂਗਾ ਸਰ? ਉਹ ਸਿਸਟਮ ਤਾਂ ਹੈਗਾ ਹੀ ਹੈਗਾ ਸਰ, ਉਹਨੂੰ ਨਹੀਂ ਮਨਾ ਕਰ ਰਹੇ ਆਪਾਂ, ਉਹ ਚੀਜ਼ ਨਹੀਂ ਮਨਾ ਕਰ ਰਹੇ, ਉਹ ਚੀਜ਼ ਨੂੰ ਨਹੀਂ ਮਨਾ ਕਰ ਰਹੇ। ਇੱਕ ਮਿੰਟ, ਮੈਂ ਕਿਸੇ ਦਾ ਨਾਂ ਨਹੀਂ ਲੈਣਾ ਚਾਹੁੰਦਾ, ਆਪਾਂ ਐਵੇਂ ਕਿਸੇ ਨੂੰ ਫੜਾਈ ਨਹੀਂ ਹੈ। ਇੱਥੇ ਇੱਕ ਸੋਸ਼ਲ ਵਰਕਰ ਹੈ, ਅੱਛਾ ਕੰਮ ਕਰ ਰਹੇ ਹੈ, ਰੀਅਲੀ ਵਰਕ ਕਰ ਰਹੇ ਹੈ। ਇੱਕ ਬੰਦਾ ਉਹ 18 ਕਿਲੋਮੀਟਰ 20 ਕਿਲੋਮੀਟਰ 25 ਅਗਰ ਤੁਸੀਂ ਜਾਣਾ ਸਰ ਕੋਈ ਗੱਲ ਨਹੀਂ ਕੀ, ਹਾਂ ਨਹੀਂ ਕੋਈ ਗੱਲ ਨਹੀਂ ਸਰ, ਬਹੁਤ ਵਧੀਆ ਲੱਗਿਆ ਸਰ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜੀ। ਹਾਂ ਅੱਛਾ ਜੀ। ਉਹ ਬੰਦਾ 25 ਕਿਲੋਮੀਟਰ ਸਾਈਕਲ ਚਲਾਉਂਦਾ ਹੈ, ਠੀਕ ਹੈ। ਹੁਣ ਇਹ ਐਂਡਲੈਸ ਹੈ ਵੀ ਮੈਂ ਐਕਸਪੈਕਟ ਕਰਦਾ ਮੈਂ ਜੇ ਗੋਲਡਿੰਗੀ ਤੇ ਪਾਣੀ ਪਿਆਣਾ ਤਾਂ ਮੈਨੂੰ ਯਾਰ ਇੱਕ ਵਾਕਰ ਵੀ ਚਾਹੀਦਾ, ਮੈਨੂੰ ਬਰਫ ਵਾਲਾ ਕੋਈ ਪੇ ਵੀ ਕਰੇ, ਮੈਨੂੰ ਕੁਛ ਨਾ ਕੁਛ ਦੇਵੇ ਯਾਰ, ਮੈਂ ਕਰਾਂ ਮੇਰੇ ਜਿੰਨੀ ਮੇਰੀ ਸਮਰੱਥਾ ਹੈ ਮੈਂ ਆਪਣੀ ਸੇਵਾ ਕਰਵਾ, ਦੈਟਸ ਆਲ। ਜੇ ਮੈਂ ਉਸ ਤੋਂ ਵੱਧ ਚੱਲਦਾ, ਅੱਛਾ ਦੂਜੀ ਗੱਲ ਹੈ ਜਿਹੜੀ ਤੁਸੀਂ ਇੱਥੇ ਤੁਸੀਂ ਗਲਤ ਹੋਵੇ ਮੈਂ ਪਹਿਲਾਂ ਇੱਥੇ ਤੁਹਾਨੂੰ ਰੋਕ ਕੇ ਇੱਥੇ ਚੰਗੇ ਰਹਾਂਗੇ ਆਪਾਂ, ਇੱਥੇ ਮਤਲਬ ਕਰ ਲਈਏ। ਉਸ ਤੋਂ ਪਹਿਲਾਂ ਮੈਂ ਇੱਕ ਕਹਿਣਾ ਚਾਹੁੰਦਾ ਵੀ ਜਿਹਨੇ ਜਾਣਾ ਹੋਇਆ, ਦੇਖੋ ਜੀ 7 ਵਜੇ ਆਪਾਂ ਟਾਈਮ ਦੇ ਬੜੇ ਪਾਬੰਦ ਬੰਦੇ ਆ, ਕੋਈ ਸ਼ਰਮ ਨਾ ਮਹਿਸੂਸ ਕਰਨ। ਜਿਹੜਾ ਬੰਦਾ ਮੀਟਿੰਗ 'ਚ ਜਾਣਾ ਚਾਹੁੰਦਾ ਜਾ ਸਕਦਾ, ਜਿਹਨੂੰ ਰਸ ਆ ਰਿਹਾ, ਸਾਨੂੰ ਤਾਂ 8 ਵਜੇ ਤੱਕ ਕਰਾਈ ਚੱਲੂਗਾ ਰਸ, ਤੇ ਅਸੀਂ ਬੈਠੇ ਆ, ਠੀਕ ਹੈ। ਹਾਂਜੀ ਕੰਟੀਨਿਊ। ਜਿਹੜੀ ਜਿੱਥੋਂ ਤੱਕ ਸੇਵਾ ਦੀ ਗੱਲ ਹੈ, ਮੈਂ ਕਿਸੇ ਦੀ ਗੱਲ ਨਹੀਂ ਕਰਦਾ। ਸਾਡੇ ਗਰਗ ਸਾਹਿਬ ਬੈਠੇ ਆ, ਬਹੁਤ ਬਾਹਰ ਦੇ ਵਿੱਚ ਡਿਸਟ੍ਰਿਕਟ ਬਾਹਰ, ਹਾਂ ਬਹੁਤ ਸਹੀ ਹੈ ਬੰਦੇ, ਠੀਕ ਹੈ। ਇਹਨਾਂ ਨੂੰ ਇੱਕ ਰਿਸਪੈਕਟ ਦਿੰਦੇ ਆ ਜੋ ਇਹ ਔਰ ਸੇਵਾ ਕਰਦੇ ਨੇ, ਜਿੰਨੀ ਕੁ ਸਮਰੱਥਾ ਹੈ ਸੇਵਾ ਕਰਦੇ ਨੇ।
ਲੇਕਿਨ ਮੈਂ ਮੇਰੀ ਹੋ ਸਕਦਾ ਮੇਰੀ ਗੱਲ ਨਾਲ ਕੋਈ ਸਹਿਮਤ ਨਾ ਵੀ ਮੈਂ ਕਹਿੰਦਾ ਵੀ ਜੇ ਮੇਰੀ ਚਾਦਰ ਹੈ, ਮੈਂ ਇੱਕ ਛੋਟਾ ਜਿਹਾ ਕੰਮ ਕਰ ਰਿਹਾ ਸਰ ਤੁਸੀਂ ਸ਼ਰਮਾ ਜੀ ਕਿੱਥੇ ਜਾਈ ਜਾਂਦੇ ਹੋ? ਮੈਂ ਉਹੀ ਗੱਲ ਕਹਿੰਦਾ ਸਰ ਤੁਸੀਂ ਇੱਕ ਮਿੰਟ, ਆਪਣਾ ਪੀਐਮ ਦੇਖਦਾ, ਆਪਣਾ ਜਿਹੜਾ ਬੰਦਾ ਅੱਜ ਆਪਾਂ ਛੋਟੇ ਲੈਵਲ ਤੇ ਐਮ ਕਾਉਂਸਲਰ ਦੀ ਗੱਲ ਕਰਾਂਗੇ, ਜਿੰਨੀ ਤੇਰੀ ਭਾਵਨਾ ਸੇਵਾ ਕਰ ਲਿਆ ਤੂੰ, ਤੇ ਚਾਹੀਦਾ ਕੀ ਹੈ ਤੈਨੂੰ, ਤੇ ਕੱਲ ਨੂੰ ਤੁਸੀਂ ਪੀਐਮ ਨੂੰ ਵੀ ਉਸ ਉਵੇਂ ਕੰਟੀਨਿਊ ਹੁੰਦੇ ਕੋਈ ਪੀਐਮ ਨੂੰ ਤੈਨੂੰ ਚਾਹੀਦਾ ਕੀ ਹੈ? ਕੱਲ ਨੂੰ ਪੀਐਮ ਨੂੰ ਦੇਖੋਗੇ ਲੰਡਾ ਜਹਾਜ਼ ਹੈਗਾ ਤੇਰੇ ਕੋਲ, ਯਾਰ ਤੂੰ ਜਾਇਆ ਤੂੰ ਅਮਰੀਕਾ ਜਾਂਦੀ, ਤੂੰ ਐਸ਼ ਕਰਨੀ ਇਹਦੇ ਵਿੱਚ? ਸਰ ਜੀ ਸਾਧਨ ਤਾਂ ਬਹੁਤ ਵਧੀਆ ਚਾਹੀਦੇ ਆ ਦੇਸ਼ ਨੂੰ। ਚਲੋ ਸਾਧਨ ਇਸ ਤਰ੍ਹਾਂ ਨਹੀਂ ਬਣਦੇ ਵੀ ਮੈਂ ਲੋਕਾਂ ਤੋਂ ਐਕਸਪੈਕਟ ਕਰਾਂ ਮੈਂ ਕਿੱਥੇ ਖੜਾ, ਪਹਿਲਾਂ ਮੈਂ ਆਪਣੇ ਆਪ ਨੂੰ ਦੇਖਾਂ, ਮੈਂ ਆਪਣੇ ਆਪ ਨੂੰ ਤਾਂ ਬਿਲਡ ਕਰਾਂ। ਸਰ ਜੀ ਬਹੁਤ ਲੰਬਾ ਤੁਹਾਡੇ ਇਸ ਪੁਆਇੰਟ ਕਰਨਾ। ਬੋਬੀ ਜੀ ਮੈਂ ਤੁਹਾਨੂੰ ਦੱਸ ਦਿੰਦਾ, ਆਊਟ ਆਫ ਇੰਡੀਆ ਬਹੁਤ ਸਾਰੇ ਕੰਟਰੀ ਹੈ ਸਰ ਜੀ ਕ੍ਰੈਡੀਬਿਲਿਟੀ ਕਿਵੇਂ ਤੋਲਾਂਗੇ ਆਪਾਂ? ਮੈਂ ਤੁਹਾਨੂੰ ਦੱਸ ਰਿਹਾ ਬਹੁਤ ਸਾਰੇ ਪੋਲੀਟੀਸ਼ੀਅਨ ਹੈ ਜਿਹੜੇ ਆਪਣੇ ਬਿਜ਼ਨਸ ਵੀ ਕਰ ਰਹੇ ਆ, ਆਪਣੀ ਜੋਬ ਵੀ ਕਰ ਰਹੇ, ਉਹਦੇ ਬਾਵਜੂਦ ਵੀ ਹਾਂ ਇਹ ਹੈਗੇ, ਹਾਂ ਇਹ ਮੈਂ ਐਗਰੀ ਕਰਦਾ। ਉਹ ਤੁਹਾਨੂੰ ਐਗਜ਼ਾਮਪਲ ਦੇ ਦਿੰਦਾ ਕਿ ਜੇ ਸੋਚ ਬਣਾ ਲਾਂਗੇ ਅਸੀਂ ਨਹੀਂ ਹਾਂ ਇਹ ਮੈਂ ਐਗਰੀ ਕਰਦਾ। ਸਾਰਾ ਕੁਝ ਨਹੀਂ ਬੰਦ ਕਰਨਾ, ਜਸਟ ਇੱਕ ਸੋਚ ਉਧਰ ਨੂੰ ਕਰਨੀ ਹੈ। ਮੈਂ ਉਸ ਗੱਲ ਤੇ ਕਹਿ ਰਿਹਾ ਸੀ, ਆਪਾਂ ਤੁਸੀਂ ਤਾਂ ਠੀਕ ਹੈ। ਕਹਿੰਦਾ ਪੈਟਰੋਲ ਨੂੰ ਬੰਦ ਕਰ, ਗੱਡੀ ਬੰਦ ਕਰਦੇ, ਉਹ ਨਹੀਂ ਸੋਚ ਬਣਾ। ਸਮਝ ਗਿਆ, ਐਗਰੀ। ਜਿਹੜੀ ਅਸੈਂਸ ਹੈ ਨਾ ਗੱਲ ਦੀ, ਕਪੂਰ ਸਾਹਿਬ ਦੀ ਬਹੁਤ ਗ੍ਰੇਟ ਸਮਝ ਗਿਆ ਮੈਂ। ਹੁਣ ਦੇਖੋ ਇਹਨਾਂ ਨੇ ਬਹੁਤ ਵਧੀਆ ਸ਼ਬਦ ਬੋਲੇ। ਇਹ ਕੋਈ ਲੱਖ 2 ਲੱਖ ਦੀ ਸੈਲਰੀ ਜਾਂ ਕੋਈ ਜਹਾਜ਼ ਸਰ ਮੈਂ ਐਗਰੀ ਕਰ ਗਿਆ, ਮੈਂ ਇਹਨਾਂ ਨੇ ਹੁਣ ਇੰਨੇ ਵਧੀਆ ਸ਼ਬਦ ਵਰਤੇ ਵੀ ਉਹ ਆਈਡੀਆ ਲੈ ਕੇ ਜਾਣਾ, ਨਾ ਕਿ ਆਪਾਂ ਸਾਧਨ ਬੰਦ ਕਰਨੇ ਆ। ਪੋਲਿਟਿਕਸ ਜਦੋਂ ਬੰਦਾ ਇਲੈਕਟ ਹੋ ਜਾਂਦਾ ਹੈ ਤਾਂ ਉਹਦੇ ਇੱਕ ਮਨ ਚ ਆ ਜਾਂਦੀ ਹੈ, ਜਿਹੜਾ ਬੰਦਾ ਹੁਣ ਇੱਕ ਐਮਸੀ ਦੇ ਇਲੈਕਸ਼ਨ ਤੋਂ ਐਮਸੀ ਦੇ ਇਲੈਕਸ਼ਨ 'ਚ ਵੀ 20-25 ਲੱਖ ਰੁਪਇਆ ਲਾਉਂਦਾ ਹੈ। 2% ਲੋਕ ਨੇ ਜਿਹੜੇ ਪੈਸੇ ਲੈਂਦੇ ਨੇ ਵੋਟਾਂ ਦੇ ਲਈ। ਨਹੀਂ ਅੰਦਾਜ਼ਾ ਜਿਹਾ ਕਿਹਾ ਮੋਟਾ ਜਿਹਾ। 2% 4% ਕੁਝ ਵੀ ਖੋ। ਅੱਛਾ ਇੱਕ ਉਹ ਵੀ ਨੇ, ਉਹ ਵੱਡੀ ਗਿਣਤੀ ਹੈ ਮੇਰੇ ਖਿਆਲ 2% ਤੋਂ, ਜਿਹੜੇ ਪਾਰਟੀਆਂ ਨੂੰ ਜਾਂ ਕਿਸੇ ਕੈਂਡੀਡੇਟ ਨੂੰ ਪੈਸੇ ਦਿੰਦੇ ਨੇ। ਕਿਸੇ ਨੇ ਲੱਖ ਦੇਤਾ, ਕਿਸੇ ਨੇ 20,000 ਦੇਤਾ। ਗਰਗ ਸਾਹਿਬ ਇਹ ਮੇਰੇ ਖਿਆਲ 'ਚ ਕਾਮਨ ਪ੍ਰੈਕਟਿਸ ਹੈ ਕਿ ਵੀ ਆਪਾਂ 10,000 ਰੁਪਏ ਫੜਾਇਆ ਜੀ, 20,000 ਰੁਪਏ ਫੜਾਇਆ ਜੀ। ਮੈਂ ਇਹ ਜਾਣਦਾ ਤੁਸੀਂ ਬੀਏ ਪੋਲੀਟੀਸ਼ੀਅਨ ਸ਼ਾਇਦ ਨਾ, ਪਰ ਇਹਨੂੰ ਕਿਸ ਤਰ੍ਹਾਂ ਜੇ ਲਿਆ ਜਾਵੇ? ਜਿਹੜੇ ਪੈਸੇ ਦੇਣ ਵਾਲੇ ਨੇ ਕੀ ਉਹ ਵੀ ਦੋਸ਼ੀ ਨੇ, ਜਾਂ ਜਿਹੜੇ ਪੈਸੇ ਲੈਣ ਵਾਲੇ ਨੇ ਸਿਰਫ ਉਹ ਦੋਸ਼ੀ ਨੇ? ਫੇਰ ਗੱਲ ਉੱਤੇ ਆ ਗਈ, ਸਿਸਟਮ ਗੰਦ ਲੈ ਜਿਹੜਾ ਦੇ ਕੇ ਆਉਂਦਾ ਦੋ ਹੱਥੀ ਗੱਲ ਹੈ। ਜੇ ਪਾਠ ਧਰਨਾ ਹੈ ਤਾਂ ਗੁਰਦੁਆਰਾ ਸਾਹਿਬ ਮੰਦਿਰ 'ਚ ਗਰਮ ਦਾਲ 'ਚ ਗਰਮ ਘਿਓ ਪਾ ਕੇ ਦਿੰਦੇ ਆ, ਨਹਾਉਣ ਨੂੰ ਕੋਸਾ ਪਾਣੀ ਦਿੰਦੇ ਆ, ਪੈਰ ਨੂੰ ਬਿਸਤਰਾ ਦਿੰਦੇ ਆ। ਜੋ ਤੁਸੀਂ ਪਾਠ ਕਰਦੇ ਹੋ 200-300 ਰੁਪਇਆ ਕੇਲਾ ਸਿਓ ਵੀ ਦਿੰਦੇ ਆ, ਸਾਰਾ ਕੰਮ ਪੂਰਾ ਕਰ ਦਿੰਦੇ ਆ, ਪਰ ਆਪਣੇ ਜੋ ਕੋਈ ਕਰਨ ਨੂੰ ਤਿਆਰ ਹੈ ਨਹੀਂ। ਪਾਠ ਕਿਸੇ ਦਾ ਨਹੀਂ ਤਰਿਆ, ਹਰੇਕ ਆਪਦੀ ਡੁਗਡੁਗੀ ਵਜਾਈ ਜਾਂਦਾ। ਬਾਬੇ ਨਾਨਕ ਤੇ ਮਰਦਾਨਾ ਦੋਨੇ ਬੈਠੇ ਸੀ, ਬਾਬੇ ਨਾਨਕ ਨੂੰ ਮਰਦਾਨਾ ਜੀ ਕਹਿਣ ਲੱਗੇ ਵੀ ਇਹ ਮੁਲਕ ਕਿਵੇਂ ਚੱਲੂ, ਸਾਰੇ ਇੱਕ ਦੂਜੇ ਨੂੰ ਠੋਕਣ ਤੇ ਹੋ। ਆਦਾ ਵੱਡਾ ਛੋਟਿਆਂ ਨੂੰ ਠੋਕੀ ਜਾਊਗਾ। ਤੁਹਾਡੀ ਗੱਲ ਦਾ ਜਵਾਬ ਹੈ ਪੈਸੇ ਦਿਆਏ ਨਾ ਦਿਆਏ ਲਿਆਏ, ਇਹ ਸਾਰਾ ਇੱਕ ਸਿਸਟਮ ਬਣ ਗਿਆ। ਸਿਸਟਮ ਨੂੰ ਸੁਣ ਤਾਂ ਸਿਸਟਮ ਦਾ ਕੀ ਪ੍ਰੋਬਲਮ ਕੀ ਹੈ? ਸਿਸਟਮ ਨੂੰ ਸੁਧਾਰਨ ਵਾਸਤੇ, ਸਿਸਟਮ ਦੇ ਵਿੱਚ ਰੈਵੋਲੂਸ਼ਨ ਲਿਆਉਣ ਵਾਸਤੇ ਤੁਹਾਨੂੰ ਆਪਦੇ ਆਪ ਨੂੰ ਨਿੱਜੀ ਤੌਰ ਤੇ ਖਪਾਉਣਾ ਪਊਗਾ। ਜਿਹੜਾ ਬੰਦਾ ਖਪਾਉਣ ਨੂੰ ਤਿਆਰ ਨਹੀਂ, ਹਰੇਕ ਨੂੰ ਵਿਆਹ ਦੀ ਰੋਟੀ ਚੰਗੀ ਲੱਗਦੀ ਹੈ, ਫਲ ਦੀ ਰੇਹੜੀ ਤੋਂ ਚੱਲਦਾ, ਥੋੜਾ ਜਿਹਾ ਖਾਂਦਾ ਡਸਟਬਿਨ ਸਿੱਟ ਦਿੰਦਾ, ਉਹਦੇ ਚਲਾ ਜਾਂਦਾ, ਟਿੱਕੀ ਵਾਲੇ ਦੇ ਥੋੜੀ ਖਾਧੀ ਸਿੱਟਦੀ, ਭੱਲੇ ਤੇ ਚੀੜੇ ਦੇ ਖਾਂਦਾ ਖਾਣਾ 100 ਗ੍ਰਾਮ ਹੁੰਦਾ, ਖਾਓ 700-800 ਗ੍ਰਾਮ ਜਾਂਦਾ। ਸਹੀ ਹੈ, ਸੱਚਾਈ ਹੈ। ਰੋਟੀ ਕਿਸੇ ਨੂੰ ਚੰਗੀ ਨਹੀਂ ਲੱਗਦੀ, ਵਿਆਹ ਦੀ ਸਭ ਨੂੰ ਚੰਗੀ ਲੱਗਦੀ ਹੈ। ਇਸ ਕਰਕੇ ਜਿਹੜੀ ਡਿਬੇਟ ਹੈ ਹੋਣੀ ਬਹੁਤ ਅੱਛੀ ਗੱਲ ਹੈ, ਐਂਡਲੈਸ ਹੈ। ਰੈਵੋਲੂਸ਼ਨ ਆ ਸਕਦਾ ਜਿੱਦੇ ਮੈਂ ਆਪ ਦੇ ਤੋਂ ਲਾਗੂ ਕਰੂੰਗਾ ਤੇ ਤੁਹਾਨੂੰ ਰਿਕੁਐਸਟ ਕਰੂੰਗਾ ਵੀ ਆਹ ਚੀਜ਼ ਨੂੰ ਆਪਾਂ ਕਰਨਾ ਹੈ। ਮੈਂ ਸਮਾਜ 'ਚ ਰੈਵੋਲੂਸ਼ਨ ਦੀ ਗੱਲ ਕਰਦੇ ਹੋ, ਹਿੰਦੁਸਤਾਨ 'ਚ ਆਪਣਾ ਸਕੂਲ ਪਹਿਲਾ ਐਸਾ ਸਕੂਲ ਸੀ ਜਿਹਨੇ 2013 'ਚ NCERT ਲਾਗੂ ਕੀਤੀ, ਜੋ ਰੌਲਾ ਚੱਲਦਾ ਸੀ। ਹਿੰਦੁਸਤਾਨ 'ਚ 8% ਵਾਧਾ ਸੁਪਰੀਮ ਕੋਰਟ ਨੇ ਵੀ ਮਾਨਤਾ ਦੇ ਦਿੱਤੀ, ਪਰ ਪਿਛਲੇ ਸਾਲ ਤੋਂ ਅਸੀਂ 3 ਸਾਲਾਂ ਤੋਂ ਨਹੀਂ ਕੀਤਾ। ਜਿਹੜੀ ਬੁੱਕਸ ਦੀ ਗੱਲ ਹੈ, ਅਸੀਂ PDF ਫਾਈਲਸ ਆਨਲਾਈਨ, ਹਿੰਦੁਸਤਾਨ 'ਚ ਪਹਿਲਾ ਬਠਿੰਡੇ 'ਚ ਤੁਹਾਡਾ ਹੀ ਸਕੂਲ ਹੈ, ਤੁਹਾਡੇ ਹੀ ਭਰਾ ਹੈ, ਤੁਹਾਡੇ ਹੀ ਆਪਦਾ ਸ਼ਹਿਰ ਹੈ, ਅਸੀਂ ਕੀਤਾ। ਅਸੀਂ ਮੀਨਸ ਆਪਾਂ ਕੀਤਾ, ਆਪਾਂ ਮੀਨਸ ਆਪਣੀ ਇੱਕ ਸੋਸ਼ਲ, ਉਹ 4500 ਬੱਚਾ, ਮਾਪਾ, ਟੀਚਰ ਜਿਹੜੇ ਹੈਗੇ ਤੁਹਾਡੇ ਪਰਿਵਾਰਾਂ 'ਚੋਂ ਹੀ ਹੈ, ਉਹਨਾਂ ਦੀ ਇੱਕ ਨਿੱਕੀ ਸੋਚ ਨੇ ਕਰਤਾ यू विल हैव टू डू समथिंग फॉर दिस नेशन। हम में से कोई नेहरू होगा, हम में से कोई गांधी, मावा ने पुत्तों भी जन्मे सी पर वो कुछ करके चले गए। महात्मा गांधी ने बनैन नहीं पाई पर हरेक नोट ते हरेक थां ते फोटो है। रिलायंस वाले कोट बना के दिंदे है पर किते छेती छेती फोटो डालनी अंबानियां दी है। ठीक है, सही है गल। इस करके रेवोल्यूशन वास्ते खपना पैना है, जाना पैना है, अगे आना पैना है। मेरा बाला उच्चे बोलना मैं सच्चा नहीं हूं, पर मैं एक कथा एक गाथा का मैं हम ही है।
ਧਰਤੀ ਤੇ ਸਾਰੇ ਆ ਗਏ, ਉੱਠਦੇ ਆ, ਰੋਟੀ ਖਾਂਦੇ ਆ, ਜੋ ਵੀ ਦਿਨਚਰਿਆ ਉਹ ਕਰ ਲਈ, ਨਹਾ ਲਏ, ਕੰਮ ਤੇ ਜਾ ਵੜੇ, ਜਵਾਕ ਪਾਲ ਲਏ, ਸਭ ਕੁਝ ਕਰ ਲਿਆ, ਨਿੱਜਤਾ ਨਾਲ ਕਰਦੇ ਆ। ਪਰ ਦੇਸ਼ ਵਾਸਤੇ ਕੌਣ ਕਰੂਗਾ? ਉਹ ਆਪਾਂ ਨੂੰ ਕਰਨਾ ਪਊਗਾ। ਥੋੜਾ 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 ਕਰਕੇ ਜੇ ਕਰੀ ਗਏ, ਕਦੇ ਨਾ ਕਦੇ ਗੱਡਾ ਖਿੱਚ ਕੇ ਲੈ ਜਾਾਂਗੇ। ਫਿਰ ਦਿੱਲੀ ਦੂਰ ਨਹੀਂ ਰਹਿਣੀ, ਚਾਹੇ ਰਾਜਨੀਤਿਕ ਤੌਰ ਤੇ, ਚਾਹੇ ਸਮਾਜਿਕ ਤੌਰ ਤੇ, ਚਾਹੇ ਆਰਥਿਕ ਤੌਰ ਤੇ, ਚਾਹੇ ਧਾਰਮਿਕ ਤੌਰ ਤੇ, ਚਾਹੇ ਵਿੱਦਿਆ ਦੇ ਤੌਰ ਤੇ, ਚਾਹੇ ਨੌਕਰੀਆਂ ਦੇ ਤੌਰ ਤੇ। ਇਹ ਸਾਰੀਆਂ ਚੀਜ਼ਾਂ ਨੂੰ ਦਿੱਲੀ ਤਾਂ ਹੀ ਦੂਰ ਨਹੀਂ ਰਹਿਣੀ ਜੇ ਕੰਮ ਇਹ ਹੋਊਗਾ। ਇਸ ਕਰਕੇ ਮੈਂ ਤੁਹਾਡਾ ਧੰਨਵਾਦੀ ਹਾਂ, ਤੁਸੀਂ ਮੈਨੂੰ ਇੱਥੇ ਬੁਲਾ ਕੇ ਮੌਕਾ ਦਿੱਤਾ, ਤੁਹਾਡੇ ਨਾਲ ਰਹਿਣ ਦਾ ਮੌਕਾ ਮਿਲਿਆ। ਪਰ ਰੈਵੋਲੂਸ਼ਨ ਮੁੱਢੀ ਪੰਧ ਨਾਲ ਆਊਗਾ, ਇਕੱਲੇ ਇਕੱਲੇ ਨਾਲ ਨਹੀਂ ਆਉਂਦਾ। ਤੁਸੀਂ ਇਕੱਲਾ ਕੋਈ ਵੀ ਨਹੀਂ ਲਿਆ ਸਕਦਾ, ਸਾਰੇ ਰਲ ਜਾਓ। ਅੱਜ ਆਪਾਂ ਇਕੱਠੇ ਕੋਈ ਪ੍ਰਣ ਕਰ ਲੈਂਦੇ ਆ, ਕੋਈ ਕੀਤਾ ਚੱਕ ਲਓ, ਕੋਈ ਸੜਕ ਨੂੰ ਸਾਫ਼ ਕਰਨ ਦਾ ਚੱਕ ਲਓ, ਕੋਈ ਪਲਾਂਟੇਸ਼ਨ ਦਾ ਚੱਕ ਲਓ, ਕੁਛ ਚੱਕ ਲਓ, ਉਹ ਨਿਕਲ। ਸਰਕਾਰ ਦੋਸ਼ੀ ਹੈ, 50% ਪਬਲਿਕ ਸਰਕਾਰ ਐਂ ਦੋਸ਼ੀ ਹੈ। ਜਦ ਸਰਕਾਰ ਕੋਈ ਵੀ ਪਾਲਿਸੀ ਲਾਗੂ ਕਰਦੀ ਹੈ, ਮੰਨ ਲਓ ਜੋਬ ਕੱਢਤੀ, ਹੁਣ ਇੱਕ ਟੀਚਰ ਹੈ, ਗੁੱਸਾ ਨਾ ਕਰਿਓ ਮੇਰੀ ਗੱਲ ਦਾ ਕੋਈ ਵੀ, ਇੱਕ ਟੀਚਰ ਹੈ, ਉਹ ਗਵਰਨਮੈਂਟ ਤੋਂ ਸੈਲਰੀ ਤਾਂ ਲੈ ਰਿਹਾ ਪਰ ਆਪਦੇ ਬੱਚੇ ਪ੍ਰਾਈਵੇਟ 'ਚ ਪੜ੍ਹਾ ਰਿਹਾ, ਜਿੱਥੇ BA B.Ed ਕੋਈ ਟੈਸਟ ਕਲੀਅਰ ਨਹੀਂ, ਉਹ ਟੀਚਰ ਪੜ੍ਹਾ ਰਿਹਾ, ਸੈਲਰੀ ਉਹਦੀ ਸਭ ਤੋਂ ਜ਼ਿਆਦਾ ਹੈ। ਤੇ ਫਿਰ ਆਪਾਂ ਕਹਿੰਦੇ ਵੀ ਸਰਕਾਰ, ਆਪਾਂ ਵੀ ਦੋਸ਼ੀ ਹੋਣਾ ਜਿਹੜਾ ਆਪਾਂ ਸਰਕਾਰੀ ਪਾਲਿਸੀ ਬਣਾਵੇ ਵੀ ਜਿਹਨੇ ਗਵਰਨਮੈਂਟ ਜੋਬ ਲੈਣੀ ਹੈ ਉਹ ਗਵਰਨਮੈਂਟ ਸਕੂਲ 'ਚ ਬੱਚੇ ਪੜ੍ਹਾਵੇ ਆਪਦੇ, ਠੀਕ ਹੈ ਜੀ। ਜਦ ਇਹ ਉਹ ਤਾਂ ਜੇ ਸਰਕਾਰੀ ਨੌਕਰੀ ਕਰਦਾ ਉਹਦਾ ਮਤਲਬ ਇਹ ਥੋੜੀ ਹੈ ਵੀ ਤੂੰ ਆਪਦੇ ਬੱਚੇ ਨੂੰ ਘੱਟ ਵਧੀਆ ਜਗ੍ਹਾ ਤੇ ਪੜ੍ਹਾਵੇ। ਉਹ ਨਹੀਂ ਸਰ, ਇੱਕ ਗੱਲ ਦੱਸੋ ਤੁਸੀਂ ਮੈਨੂੰ, ਸੈਲਰੀ ਮੈਨੂੰ ਨੌਕਰੀ ਸਰਕਾਰੀ ਚਾਹੀਦੀ ਹੈ, PRTC ਬੱਸ 'ਚ ਮੈਂ ਚੜ੍ਹ ਕੇ ਰਾਜੀ ਨਹੀਂ। ਯਾਰ PRTC ਬੱਸ ਵਧੀਆ ਨਹੀਂ ਹੈਗੀ, ਕਿਉਂ ਚੜੂੰਗਾ ਮੈਂ? ਇੱਕ ਗੱਲ ਦੱਸੋ, ਜਦ ਕੋਈ ਵੀ DC ਲਾ ਲਓ, ਜੇ DC ਆਪਦਾ ਇਲਾਜ ਸਰਕਾਰੀ ਹਸਪੀਟਲ 'ਚ ਕਰਾਊਂਗਾ ਤਾਂ ਹਸਪੀਟਲ ਦਾ ਸੁਧਾਰ ਹੋਊਗਾ ਕਿ ਨਹੀਂ ਹੋਊਗਾ? ਹੀ ਹੋਊਗਾ। ਜੇ ਟੀਚਰ ਆਪਦੇ ਬੱਚੇ ਸਕੂਲ 'ਚ ਪੜ੍ਹਾਊਂਗਾ ਸਰਕਾਰੀ 'ਚ, ਮਤਲਬ ਇਹ ਮੈਂ ਉੱਥੇ ਮੰਨ ਸਕਦਾ ਵੱਡੇ ਲੈਵਲ ਤੇ ਜਿਹੜੇ ਵੱਡੇ ਪੋਲੀਟੀਸ਼ੀਅਨ ਹੈ ਉਹਨਾਂ ਦੇ ਬੱਚੇ ਪੜ੍ਹ ਜਾਣ, ਛੋਟੇ ਲੈਵਲ ਦੇ ਬੰਦੇ ਨਹੀਂ ਚਾਹੂੰਗਾ। ਉਹ ਇੰਨਾ ਸਿਸਟਮ ਦੋਸ਼ੀ ਨਹੀਂ। ਮੈਂ ਉਹੀ ਗੱਲ ਫਿਰ ਉੱਥੇ ਘੁੰਮ ਕੇ ਉੱਤੇ ਆਊਗੀ। ਮੈਂ ਸੀਨੀਅਰ, ਜਿੰਨਾ ਬੰਦਾ ਸੀਨੀਅਰ ਹੁੰਦਾ ਜਾਂਦਾ ਉਹਨੂੰ ਉਨਾ ਵੱਡਾ ਦੋਸ਼ੀ ਮੰਨਦਾ ਜੀ। ਗੱਲ ਮੁਕਾਓ। ਜਿਹੜਾ ਬੰਦਾ ਮੇਰੇ ਨਾਲ ਡਿਸਐਗਰੀ ਕਰਦਾ ਉਹ ਮੇਰੇ ਨਾਲ ਇੱਕ ਵਾਰੀ ਗੱਲ ਕਰ ਸਕਦਾ ਹੈ ਵੀ ਜਿੰਨਾ ਲੈਵਲ ਉਹਦਾ ਵੱਡਾ ਸੀਟ ਹੁੰਦੀ ਜਾਊਗੀ। ਜਿਵੇਂ ਛੋਟਾ ਗਰੀਬ ਹੈ ਰਿਕਸ਼ਾ ਵਾਲਾ, ਉਹ ਕਿਸੇ ਗੱਲ ਦਾ ਮੈਂ ਦੋਸ਼ੀ ਨਹੀਂ ਮੰਨਦਾ, ਉਹ ਕੋਈ ਪੁਰਜਾ ਹੀ ਹੈ ਨਹੀਂ ਸਾਰਾ ਗਰਾਰੀ ਦਾ। ਤੇ ਜਿਹੜਾ ਬੰਦਾ ਉਦੋਂ ਵੱਡੇ ਲੈਵਲ ਤੇ ਆ ਗਿਆ, ਉਦੋਂ ਵੱਡਾ ਵਪਾਰੀ ਥੋੜਾ ਜਿਹਾ ਯੋਗਦਾਨ ਪਾਉਣ ਲੱਗ ਗਿਆ ਗਲਤ ਜਗ੍ਹਾ। ਬੋਬੀ ਜੀ ਇਹ ਗੱਲ ਉਹ ਬਣ ਗਈ ਵੀ ਜਿਹੜਾ ਬੰਦਾ ਸ਼ਰੀਫ ਹੋਈ ਹੈ ਜਿਹਨੂੰ ਮੌਕਾ ਨਹੀਂ ਮਿਲਿਆ। ਨਹੀਂ ਉਹ ਤਾਂ ਹੈਗਾ ਹੀ ਹੈ, ਉਹ ਤਾਂ ਹੈਗਾ ਹੀ ਹੈ, ਪਰ ਮੈਂ ਰਾਜ ਭਾਗ ਮਿਲਿਆ ਹੀ ਨਹੀਂ। ਥੱਲੇ ਮੋਚੀ ਤੋਂ ਲੈ ਕੇ ਉੱਪਰ ਤੱਕ ਚਲੇ ਜਾਓ, ਹਰ ਜਗ੍ਹਾ ਤੇ ਕਰਪਸ਼ਨ ਹੈ। ਹਾਂਜੀ ਜਦੋਂ ਮਤਲਬ ਲਾਗੂ ਨਹੀਂ ਨਹੀਂ ਜਿੰਨੇ ਵੱਡੇ ਬੰਦੇ ਕੋਲ ਜਿੰਨੀ ਵੱਧ ਪਾਵਰ ਹੈ ਉਹਨੇ ਹਾਂ ਉਨਾ ਹੀ ਰਿਸਪੌਂਸੀਬਲ ਹੋ ਗਿਆ ਨਾ ਉਹ। ਮੈਂ ਇਹੀ ਗੱਲ ਇਹਨਾਂ ਦੇ ਗੁਪਤਾ ਜੀ ਨਾਲ ਮੈਂ ਡਿਸਐਗਰੀ ਕਰੀ ਜਾਂਦਾ ਵੀ ਛੋਟੇ ਲੈਵਲ ਦੇ ਬੰਦੇ ਨੂੰ ਦੋਸ਼ੀ ਕਿਵੇਂ ਬਣਾਓਗੇ ਜੀ? ਜਿਹੜਾ ਬੰਦਾ ਛੋਟਾ ਬੰਦਾ ਜਿੱਥੇ ਜਾਂਦਾ ਉਹ ਸਿਸਟਮ ਦੇ ਮੁਤਾਬਿਕ ਢਾਲ ਲੈਂਦਾ ਆਪਦੇ ਆਪ ਨੂੰ। ਐਗਜ਼ਾਮਪਲ ਹੈ, ਮੈਂ ਸਰਕਾਰੀ ਟੀਚਰ ਹਾਂ ਜੀ, ਮੇਰੇ ਜਵਾਕ ਪ੍ਰਾਈਵੇਟ ਸਕੂਲ 'ਚ ਪੜ੍ਹਦੇ ਆ, ਉਹ ਐਗਜ਼ਾਮਪਲ ਨਹੀਂ ਸਕਦੀ ਨਹੀਂ। ਠੀਕ ਹੈ, ਮੇਰੀ ਗੱਲ ਸੁਣੋ। ਉਹ ਗੱਲ ਹੈ। ਦੂਸਰੀ ਗੱਲ, ਇੱਕ ਟੀਚਰ ਦੇ ਪੁਆਇੰਟ ਆਫ ਵਿਊ ਨਾਲ ਸੋਸਾਇਟੀ ਦੇ ਵਿੱਚ, ਹਾਲਾਂਕਿ ਮੇਰੀ ਤੁਸੀਂ ਪਰਸਨਲ ਰਾਏ ਸੁਣੋ, ਮੈਂ ਆਪਦੇ ਬੱਚੇ ਨੂੰ ਆਪਦੇ ਸਕੂਲ ਪੜ੍ਹਾ ਕੇ ਰਾਜੀ ਹਾਂ, ਪਰ ਮੇਰੀ ਘਰੇ ਇਕੱਲੇ ਦੀ ਨਹੀਂ ਨਾ ਚੱਲਣੀ। ਘਰ ਦੇ 4 ਮੈਂਬਰਾਂ 'ਚ 3 ਇੱਕ ਪਾਸੇ ਮੈਂ ਇਕੱਲਾ ਮਿਨੋਰਟੀ 'ਚ, ਉਹ ਵੀ ਇੱਕ ਸਮੱਸਿਆ। ਮੈਨੂੰ ਸਮਾਜ ਨੂੰ ਦੇਖਣਾ ਪੈਂਦਾ, ਸੋਸਾਇਟੀ ਨੂੰ ਦੇਖਣਾ ਪੈਂਦਾ। ਠੀਕ ਹੈ, ਜਿਹੜੀ ਬੋਬੀ ਦੀ ਗੱਲ ਆ, ਜੇ ਇੱਕ MLA ਇੱਥੇ ਆਪਦਾ ਜਵਾਕ ਪਾ ਦੇ, ਠੀਕ ਆ, ਉਹ ਐਗਜ਼ਾਮਪਲ ਸੈੱਟ ਹੈ। ਵੱਡਾ ਬੰਦਾ ਐਗਜ਼ਾਮਪਲ ਸੈੱਟ ਕਰਦਾ, ਛੋਟਾ ਬੰਦਾ ਕਦੇ ਐਗਜ਼ਾਮਪਲ ਹਾਂ, ਇਹੀ ਤਾਂ ਗੱਲ ਹੈ। ਫਿਰ ਜੋਫਨ ਸਾਹਿਬ ਤੁਹਾਡੇ ਲਈ ਇੱਕ ਸਵਾਲ ਹੈ। ਸਾਹਿਬ ਜਲਦੀ ਕਰ, ਤੁਹਾਡਾ ਇੱਕ ਅੜਿਆ ਹੋਇਆ ਸਵਾਲ ਹੈ ਨਾ ਕਿ ਗਵਰਨਮੈਂਟ ਜ਼ਿੰਮੇਵਾਰ ਹੈ ਕਿ ਪਬਲਿਕ ਹਾਂ ਵੀ ਜ਼ਿੰਮੇਵਾਰ? ਜ਼ਿਆਦਾ ਜ਼ਿੰਮੇਦਾਰ ਕੌਣ ਹੈ? ਜ਼ਿਆਦਾ ਜ਼ਿੰਮੇਵਾਰ ਕੌਣ ਹੈ? ਉਹਦੀ ਤੁਸੀਂ ਪਰਸੈਂਟੇਜ ਕੱਢਣੀ ਚਾਹੁੰਦੇ ਹੋ? ਮੈਂ ਮੋਟੀ ਮੋਟੀ ਉਹ ਪਰਸੈਂਟੇਜ ਇਹ ਹੈਗਾ ਵੀ ਇੱਕ ਤਾਂ ਉਹ ਲੋਕ ਜਿਹੜੇ ਵੋਟਾਂ ਦਾ ਪੈਸਾ ਲੈਂਦੇ ਨੇ, ਇੱਕ ਉਹ ਲੋਕ ਜਿਹੜੇ ਲੀਡਰ ਨੂੰ ਪੈਸਾ ਦਿੰਦੇ ਨੇ ਜਿੱਤਣ ਵਾਸਤੇ, ਕਿ 10,000 ਰੁਪਇਆ ਦੇਤਾ, ਕਿਸੇ ਨੇ ਲੱਖ ਦੇਤਾ। ਵੱਡੇ ਵਪਾਰੀਆਂ ਦਾ 5-5 ਲੱਖ ਰੁਪਇਆ ਰੱਖਿਆ ਹੋਇਆ ਕਿ ਆਪਾਂ 5 ਲੱਖ ਰੁਪਇਆ, ਜਾਂ ਕੋਈ ਕਹਿੰਦਾ ਵੀ ਆਪਾਂ ਲੱਖ ਰੁਪਇਆ ਨਾਲੇ BJP ਵਾਲਿਆਂ ਨੂੰ ਦੇ ਆਏ, ਨਾਲੇ ਆਪਾਂ ਲੱਖ ਰੁਪਇਆ ਕਾਂਗਰਸ ਵਾਲਿਆਂ ਨੂੰ ਦੇ ਆਏ, ਵੀ ਜੇ ਇਹਨਾਂ ਦਾ ਜਿੱਤ ਗਿਆ ਤਾਂ ਆਪਾਂ ਇਹਨਾਂ ਤੋਂ ਕੰਮ ਲੈ ਲਾਂਗੇ, ਇਹਨਾਂ ਤੋਂ ਜਿੱਤ ਗਿਆ ਨਹੀਂ। ਇਹਦਾ ਮਤਲਬ ਫਿਰ ਇੱਕ ਮਿੰਟ ਉਹਨਾਂ ਨੂੰ ਤੁਸੀਂ ਬਰਾਬਰ ਦੇ ਦੋਸ਼ੀ ਮੰਨਦੇ ਹੋ ਜਾਂ 2% ਵਾਲਿਆਂ ਨੂੰ ਮੰਨਦੇ ਹੋ? ਜੇ ਉਹ ਦੋਨਾਂ ਨੂੰ ਤੁਸੀਂ ਦੋਸ਼ੀ ਮੰਨਦੇ ਹੋ, ਜਿਹੜੇ ਬੰਦੇ ਨੇ 1 ਲੱਖ ਰੁਪਇਆ ਦਿੱਤਾ ਉਹ ਇਸ ਲਈ ਦਿੱਤਾ ਆਪਾਂ 10 ਲੱਖ ਦਾ ਕੰਮ ਲਵਾਂਗੇ, ਠੀਕ ਹੈ ਜੀ। ਹੁਣ ਉਹਨਾਂ ਦੀ ਤੁਸੀਂ ਪਰਸੈਂਟੇਜ ਕੱਢ ਲਓ। ਨਹੀਂ, ਤੁਸੀਂ ਤਾਂ ਮੋਟੇ ਤੌਰ ਤੇ ਇਹ ਗੱਲ ਕਹਿ ਰਹੇ ਹੋ ਜੀ ਵੀ ਤੁਸੀਂ ਮੇਰੇ ਵਾਲੀ ਗੱਲ ਨੂੰ ਥੋੜਾ ਜਿਹਾ ਮਤਲਬ ਐਗਰੀ ਕਰ ਰਹੇ ਹੋ ਵੀ ਜਿਹੜਾ ਜਿੰਨੀ ਵੱਡੀ ਪੋਜੀਸ਼ਨ ਤੇ ਸਮਾਜ ਤੇ ਉਹ ਉਹਨਾਂ ਵੱਡਾ ਦੋਸ਼ੀ ਹੈ। ਸਰ ਤੁਸੀਂ ਗੱਲ ਇੱਕ ਤਰ੍ਹਾਂ ਦਾ ਜਿਹੜਾ ਬੰਦਾ 10-20 ਲੱਖ ਦਊਗਾ ਛੋਟੀ ਪੋਜੀਸ਼ਨ ਤੇ, ਜੇ ਉਹ ਕਰੋੜ ਦੇਣ ਵਾਲਾ ਤਾਂ ਉਦੋਂ ਵੱਡਾ ਦੋਸ਼ੀ ਹੋਗਾ 10 ਲੱਖ ਵਾਲੇ ਨਾਲੋਂ। ਇਹੀ ਗੱਲ ਕਹਿ ਰਹੇ ਹੋ ਨਾ ਤੁਸੀਂ? ਫਿਰ ਗੱਲ ਤਾਂ ਉੱਥੇ ਆਹੀ ਆ ਗੱਲ ਆ ਗਈ ਨਾ ਵੀ ਜਿਹਦੀ ਪੋਜੀਸ਼ਨ ਜਿੰਨੀ ਵੱਡੀ ਹੈ ਉਹ ਪਬਲਿਕ ਦੇ ਵਿੱਚ ਆਉਂਦਾ ਹੈ। ਨਹੀਂ ਪਬਲਿਕ ਮੈਂ ਸਰ ਨਹੀਂ ਮੈਂ ਇਹ ਨਹੀਂ ਕਹਿ ਰਿਹਾ ਇਕੱਲਾ CM ਦੋਸ਼ੀ ਹੈ। ਕੁਐਸਚਨ ਥੋੜਾ ਬਦਲ ਗਿਆ ਤੁਹਾਡਾ। ਨਹੀਂ ਪਹਿਲਾਂ ਤੁਸੀਂ ਕੁਐਸਚਨ ਨਹੀਂ ਇਹ ਕੁਐਸਚਨ ਸੀ ਡਾਕਟਰ ਸਾਹਿਬ ਨੇ ਥੋੜਾ ਉਹਦੇ ਗੱਲ ਵੀ ਪਬਲਿਕ ਦੋਸ਼ੀ ਹੈ ਕਿ ਸਰਕਾਰ? ਹਾਂ, ਇਹਨੂੰ ਇਹ ਸਾਰੇ ਇਹਦੇ ਵਿੱਚ ਡਿਵੀਜ਼ਨ ਨਹੀਂ। ਸਰ ਇੱਕ ਮਿੰਟ, ਇਹਨਾਂ ਨੇ ਕੀ ਕੀਤਾ? ਤੁਸੀਂ ਮੇਰੀ ਪਲੀਜ਼ ਪੂਰੀ ਗੱਲ ਸੁਣੋ। ਤੁਸੀਂ ਉੱਥੇ ਇੱਕ ਗੱਲ ਕਹੀ
ਵੀ ਜਿਹੜੇ ਵੋਟ ਵੇਚਣ ਨਾਲ ਬਸ ਜਿਹੜੀ ਪਬਲਿਕ ਹੈ ਉਹਦਾ ਕੰਮ ਤਾਂ ਸਿਰਫ ਵੋਟ ਪਾ ਕੇ ਖਤਮ ਹੋ ਗਿਆ। ਹਾਂ ਠੀਕ ਹੈ, ਕਾਨੂੰਨ ਬਣਾਉਣਾ ਇੰਪਲੀਮੈਂਟ ਕਰਨਾ ਉਹ ਸਰਕਾਰ ਦੀ ਜ਼ਿੰਮੇਵਾਰੀ ਹੈ। ਠੀਕ ਹੈ। ਇਹਨਾਂ ਨੇ ਥੋੜੇ ਉਹ ਚ ਹੋਰ ਮੋਡੀਫਾਈ ਕਰਤੀ ਗੱਲ ਵੀ ਪਬਲਿਕ ਇਸ ਐਂਗਲ ਨਾਲ ਵੀ ਦੋਸ਼ੀ ਹੈ ਵੀ ਸਰ ਮੇਰੀ ਗੱਲ ਸੁਣੋ ਸਰ, ਮੈਂ ਇੱਕ ਮੇਰੀ ਗੱਲ ਸੁਣੋ, ਜਦੋਂ ਮੈਂ ਕਹਿ ਰਿਹਾ ਪਬਲਿਕ ਤੇ ਸਰਕਾਰ ਐਬਸੋਲੂਟ ਨਹੀਂ ਹੁੰਦੇ। ਪਬਲਿਕ ਦੇ ਵਿੱਚ ਤੁਸੀਂ ਮੈਨੂੰ ਕੌਣ ਕਹੋਗੇ? ਤੁਸੀਂ ਕਹੋਗੇ ਰਿਕਸ਼ਾ ਵਾਲਾ ਪਬਲਿਕ ਹੈ ਕਿ ਬਿਜ਼ਨਸਮੈਨ ਪਬਲਿਕ ਹੈ? ਨਹੀਂ, ਇੱਥੇ ਤਾਂ ਤੁਸੀਂ ਫਰਕ ਖਾਈ ਜਾਂਦੇ ਹੋ। ਜਦੋਂ ਮੈਂ ਪਬਲਿਕ ਸਰ ਹਰੇ ਕੋਈ ਵੀ ਚੀਜ਼ ਐਬਸੋਲੂਟ ਨਹੀਂ ਹੁੰਦੀ। ਜੇ ਮੈਂ ਕਹਾਂ ਧਰਤੀ ਗੋਲ ਹੈ, ਧਰਤੀ ਗੋਲ ਨਹੀਂ ਹੈਗੀ ਪੂਰੀ। ਜੇ ਮੈਂ ਕਹਾਂ ਦਿਨ 365 ਦਿਨਾਂ ਦਾ ਸਾਲ ਹੈ, 365 ਦਿਨਾਂ ਦਾ ਸਾਲ ਹੈ ਨਹੀਂਗਾ। ਯੂਨੀਵਰਸ ਦੇ ਵਿੱਚ ਇੱਕ ਵੀ ਚੀਜ਼ ਸੰਪੂਰਨ ਨਹੀਂ ਹੈ। ਆਈ ਜਿਹੜਾ ਕਾਉਂਸਲਰ ਹੈ, ਮਿਊਨਿਸਪਲ ਕਾਉਂਸਲਰ, ਤੁਸੀਂ ਮੈਨੂੰ ਸਵਾਲ ਕਰੋ ਵੀ ਉਹ ਪਬਲਿਕ ਹੈ ਕਿ ਸਰਕਾਰ ਹੈ? ਤੁਸੀਂ ਕੀ ਕਹੋਗੇ ਦੱਸੋ? ਮੈਂ ਤੁਹਾਨੂੰ ਇਹ ਗੱਲ ਕਹਿਣਾ ਸਮਝਾਉਣਾ ਚਾਹੁੰਦਾ ਵੀ ਹਰੇਕ ਬੰਦਾ ਕਿਸੇ ਨਾ ਕਿਸੇ ਡਿਗਰੀ 'ਚ ਸਰਕਾਰ ਹੈ ਤੇ ਹਰੇਕ ਬੰਦਾ ਕਿਸੇ ਨਾ ਕਿਸੇ ਡਿਗਰੀ 'ਚ ਪਬਲਿਕ ਹੈ। ਫਿਰ ਤੁਹਾਡਾ ਨੈਕਸਟ ਕੁਐਸਚਨ ਹੋਊਗਾ ਵੀ ਬੋਬੀ ਜੀ ਤੁਸੀਂ ਸੈਗਰੀਗੇਟ ਕਿਵੇਂ ਕਰੋਗੇ, ਕਿਹਨੂੰ ਦੋਸ਼ੀ ਕਰੋਗੇ? ਮੈਂ ਤੁਹਾਨੂੰ ਇਹ ਗੱਲ ਕਹੀ ਹੈ ਨਾ, ਉਹ ਸ਼ਬਦ ਠੀਕ ਹੈ ਮੇਰੇ ਉਦੋਂ ਕੰਪਲੀਟ ਨਹੀਂ ਹੋ ਪਾਏ, ਮੈਂ ਹੁਣ ਕੰਪਲੀਟ ਕਰ ਦਿੰਦਾ ਵੀ ਜਿਹੜਾ ਬੰਦਾ ਜਿੰਨੀ ਸਰਕਾਰ ਦੀ ਡਿਗਰੀ 'ਚ ਆਈ ਜਾਂਦਾ ਹੈ, ਵੀ ਮੰਨ ਲਓ ਇੱਕ ਨੋਰਮਲ ਬੰਦਾ ਰਿਕਸ਼ਾ ਵਾਲਾ ਹੋ ਗਿਆ, ਉਦੋਂ ਵੱਡਾ ਬਿਜ਼ਨਸਮੈਨ ਹੋ ਗਿਆ, ਉਦੋਂ ਵੱਡਾ ਕਾਉਂਸਲਰ ਹੋ ਗਿਆ, ਫਿਰ ਪ੍ਰਧਾਨ ਹੋ ਗਿਆ, ਉਹ ਉਹਨੇ ਡਿਗਰੀ 'ਚ ਸਰਕਾਰ ਬਣ ਗਿਆ ਮੇਰੀ ਨਿਗਾਹ 'ਚ। ਤੇ ਜਿੰਨੀ ਸਰਕਾਰ ਡਿਗਰੀ 'ਚ ਸਰਕਾਰ ਬਣ ਗਿਆ ਉਹਨਾਂ ਵੱਡਾ ਦੋਸ਼ੀ ਹੋ ਗਿਆ ਉਹ। ਤੇ ਜਿੰਨੇ ਡਿਗਰੀ ਤੋਂ ਡਾਊਨ ਹੋ ਜਾਂਦਾ ਪਬਲਿਕ ਹੋ ਗਿਆ। ਅਸੀਂ ਉਸ ਗੱਲ ਤੇ ਸਹਿਮਤ ਹੋ ਗਏ ਤੁਹਾਡੀ, ਪਰ ਇਸ ਗੱਲ ਨੂੰ ਆਪਾਂ ਜਾਂ ਇਸ ਗੱਲ ਨੂੰ ਮਨਫੀ ਨਹੀਂ ਕਰ ਸਕਦੇ ਵੀ ਪਬਲਿਕ ਜ਼ਿੰਮੇਵਾਰ ਨਹੀਂ ਹੈ। ਪਬਲਿਕ ਵੀ ਜ਼ਿੰਮੇਵਾਰ ਹੈ ਸਰ। ਨਹੀਂ ਦੇਖੋ ਫਿਰ ਉਹੀ ਗੱਲ ਹੋ ਗਈ, ਪਰ ਉਹ ਪਰਸੈਂਟੇਜ ਵਾਈਜ਼ ਜ਼ਿਆਦਾ ਸਰਕਾਰ ਪਰਸੈਂਟੇਜ ਵਾਈਜ਼ ਜ਼ਿਆਦਾ ਪਬਲਿਕ ਘੱਟ ਹੈ। ਪਬਲਿਕ ਤੇ ਸਰਕਾਰ ਵੀ ਐਂਡ ਤੇ ਆ ਕੇ ਇੱਕੋ ਹੀ ਹੋ ਗਏ ਨਾ ਵੀ ਆਪਾਂ 0 ਤੋਂ ਲੈ ਕੇ 10 ਤੱਕ ਇੱਕ ਪੈਮਾਨਾ ਰੱਖ ਲਓ ਵੀ ਸੀਐਮ 10 ਨੰਬਰ ਤੇ ਆ ਗਿਆ, ਜਮਾਂ ਜਿਹੜਾ ਸਭ ਤੋਂ ਅਖੀਰ ਤੇ ਗਰੀਬ ਤੋਂ ਗਰੀਬ ਬੰਦਾ 0 ਤੇ ਆ ਗਿਆ। 1 ਨੰਬਰ ਹੋ ਗਿਆ, 2 ਨੰਬਰ ਹੋ ਗਿਆ, 3 ਨੰਬਰ ਹੋ ਗਿਆ, 4 ਨੰਬਰ। ਤੁਸੀਂ ਮੈਨੂੰ ਕਿੱਥੇ ਉਂਗਲ ਰੱਖਣ ਨੂੰ ਕਹੋ ਵੀ ਬੋਬੀ ਜੀ ਅੱਧੇ ਸੇ ਇੱਧਰ ਕਰ ਦਿਓ, ਤੁਸੀਂ ਕਿੱਥੇ ਉਂਗਲ ਰੱਖੋਗੇ? ਮੈਂ ਉਂਗਲ ਨਹੀਂ ਰੱਖ ਪਾਊਂਗਾ। ਮੈਂ ਕਹੂੰਗਾ ਜਿੰਨਾ ਪੈਮਾਨਾ ਵੱਡਾ ਹੋਈ ਜਾਂਦਾ, ਜਿੰਨੀ ਉਹਦੀ ਲੈਵਲ ਵੱਡਾ ਹੋਈ ਜਾਂਦਾ ਬੰਦੇ ਦਾ, ਉਹਨਾਂ ਉਹ ਦੋਸ਼ੀ ਬਣੀ ਜਾਂਦਾ। ਇਹਨੂੰ ਤੁਸੀਂ 5.5 ਨੰਬਰ ਦਾ ਕੰਪੈਰੀਜ਼ਨ ਚ ਕਹੂੰਗਾ ਵੀ 5.5 ਨੰਬਰ ਤੇ ਜਿਹੜਾ ਬੰਦਾ ਹੈਗਾ ਉਹ 6.5 ਤੋਂ ਘੱਟ ਦੋਸ਼ੀ ਹੈ। ਇਹ ਬਿਲਕੁਲ ਠੀਕ ਹੈ ਤੁਹਾਡੀ ਗੱਲ, ਮੈਂ ਕਲੈਰੀਫਾਈ ਕਰ ਦਿੰਦਾ ਵੀ ਜਿਹਨੇ 1000 ਰੁਪਿਆ ਲਿਆ ਹੈ, ਹਾਂ 2000 5000 ਲੈ ਲਿਆ, ਹਾਂ, ਉਹਨੇ ਕੀ ਕੰਮ ਲੈ ਲੈਣਾ? ਗਵਰਨਮੈਂਟ ਤੋਂ ਕੁਝ ਨਹੀਂ ਲੈਣਾ। ਹਾਂ। ਜਿਹਨੇ ਲੱਖ ਰੁਪਿਆ ਦਿੱਤਾ ਹੈ, ਹਾਂ ਵੀ ਉਹ ਵੱਡਾ ਦੋਸ਼ੀ ਹੋ ਗਿਆ, ਉਹ ਵੱਡਾ ਦੋਸ਼ੀ ਹੋ ਗਿਆ, ਉਹਨੇ ਵੱਧ ਕੰਮ ਲੈ ਲੈਣਾ। ਮੈਂ ਇਹੀ ਤੇ ਸਾਲ ਮੈਂ ਇਕੁਅਲੀ ਦੋਨੇ ਕਲਪਰੇਟ ਹੈਗੇ ਨੇ। ਨਹੀਂ ਸਰ, ਨਹੀਂ ਜਿਵੇਂ ਮੇਰੀ ਵਾਈਫ ਕਹਿੰਦੀ ਹੈ ਵੀ ਮੈਂ ਕਹਾਂ ਮੈਂ ਤਾਂ ਥੋੜੀ ਜਿਹੀ ਵਿਸਕੀ ਪੀਤੀ ਹੈ, ਉਹ ਕਹਿੰਦੀ ਤੁਸੀਂ ਤਾਂ ਇੱਕ ਪੈਗ ਪੀ ਲਿਆ, 10 ਪੈਗ ਪੀ ਲਿਆ, ਪੀ ਤਾਂ ਲਿੱਤੀ ਨਾ। ਇਹ ਤਾਂ ਜਮਾਂ ਹੀ ਗੱਲ ਗਲਤ ਹੈ ਵੀ ਦੋਨੇ ਬਰਾਬਰ ਕਿਵੇਂ ਹੋ ਜਾਣਗੇ ਸਰ? ਜਿਹੜਾ ਘੱਟ ਜੁਰਮ ਕਰਦਾ ਤੁਸੀਂ ਬਰਾਬਰ ਕਿਹਾ ਉਹਨੇ? ਨਹੀਂ ਉਹ ਛੋਟਾ ਹੈ, ਇਹਨੇ ਕਿਹਾ ਕਲਪਰੇਟ ਹੈ ਉਹ ਵੀ। ਆ ਕਲਪਰੇਟ ਨਹੀਂ ਛੋਟਾ ਤਾਂ ਵੱਡਾ ਸ਼ਬਦ ਨਾਲ ਲਾਣਾ ਪਊਗਾ ਆਪਾਂ ਨੂੰ। 50% ਕਲਪਰੇਟ ਆਪਾਂ ਕਵਾਂਗੇ ਦੋਨੇ ਕਲਪਰੇਟ ਹੈ ਗੁਰਬਖਸ਼ ਜੀ, ਆਪਾਂ ਕਹਿੰਦਾ ਦੋਨੇ ਕਲਪਰੇਟ ਆ, ਫਿਰ ਤਾਂ ਆਪਾਂ ਬਰਾਬਰ ਤੋਲਤਾ ਉਹਨਾਂ ਨੂੰ। ਆਪਾਂ ਕਵਾਂਗੇ ਇੱਕ ਛੋਟਾ ਕਲਪਰੇਟ ਇੱਕ ਵੱਡਾ ਕਲਪਰੇਟ ਹੈ। ਇਹ ਪੈਰਾਮੀਟਰ ਕਿਵੇਂ ਡਿਸਾਈਡ ਕਰਾਂਗੇ ਬਾਬੂ ਜੀ ਵੀ ਇਹ ਜੁਰਮ 100% ਹੋਇਆ, ਇਹ ਬੰਦਾ 100%? ਨਾ ਇਹ ਨਹੀਂ ਕਰ ਸਕਦੇ ਆਪਾਂ ਇਹ ਕਹਿ ਸਕਦੇ ਵੀ ਉਹਦੇ ਇੱਕ ਕੰਪੈਰੀਜ਼ਨ ਚ ਉਹ ਛੋਟਾ ਵੱਡਾ। ਹਾਂ ਪਰ ਮੈਂ ਨਹੀਂ ਕਹਿ ਸਕਦਾ ਤੁਹਾਨੂੰ ਕਿੰਨਾ ਮਜ਼ਾ ਆਇਆ ਹੋਊਗਾ ਜਾਂ ਨਹੀਂ ਆਇਆ ਹੋਊਗਾ, ਲੇਕਿਨ ਅਸੀਂ ਸਾਰੇ ਪੈਸ਼ਨੇਟ ਇਸ ਮੂਵਮੈਂਟ ਤੇ ਅਸੀਂ ਇਸ ਤੋਂ ਵੱਡੀ ਮੀਟਿੰਗ ਬਹੁਤ ਪ੍ਰੋਪਰ ਤਰੀਕੇ ਨਾਲ, ਇਸ ਤੋਂ ਬੈਟਰ ਤਰੀਕੇ ਨਾਲ, ਕਿਉਂਕਿ ਇਟ ਵਾਸ ਆਵਰ ਫਸਟ ਐਕਸਪੀਰੀਅੰਸ ਐਂਡ ਵੀ ਆਰ ਗੋਇੰਗ ਟੂ ਹੋਲਡ ਅਨਦਰ ਮੀਟਿੰਗ with perhaps a large number of people and then we will be seeing you again। ਤੇ ਤੁਹਾਨੂੰ ਸਾਰਿਆਂ ਨੂੰ ਦੁਬਾਰਾ ਮਿਲਾਂਗੇ। ਪੰਜਾਬ ਦੇ ਵਿੱਚ ਬਸ ਇੱਕ ਰਿਕੁਐਸਟ ਹੈਗੀ ਹੈ ਵੀ ਜਾਗੋ, ਕਿਸੇ ਦੇ ਵੀ ਭੇਡ ਚਾਲ ਦੇ ਪਿੱਛੇ ਨਾ ਪਾਓ, ਆਪਦਾ ਦਿਮਾਗ ਜ਼ਰੂਰ ਲਗਾਓ। ਇਕੱਲੇ ਫੇਸਬੁੱਕਾਂ ਦੀ ਪੋਸਟਾਂ ਨੂੰ ਤੇ WhatsApp ਦੀ ਪੋਸਟਾਂ ਨੂੰ ਦੇਖ ਕੇ ਆਪਦੇ ਵਿਚਾਰ ਨਾ ਬਣਾਓ, ਥੋੜਾ ਜਿਹਾ ਐਜੂਕੇਟ ਹੋ ਜਾਓ। ਥੈਂਕ ਯੂ ਵੈਰੀ ਮਚ।